ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਅੱਜ ਦੇ ਸ਼ਨੀਚਰਵਾਰ ਦੇ ਅਪਡੇਟ ਅਮਰੀਕਾ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਇਮੀਗ੍ਰੇਸ਼ਨ ਦੇ ਅਟਰਨੀ ਜਗਵੀਰ ਟੇਕਿਆਣਾ ਜੀ। ਜਗਵੀਰ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਸਰੋਤਿਓ, ਆਪਾਂ ਸਾਰੇ ਜਣੇ ਜਾਣਦੇ ਹਾਂ ਵੀ ਸ਼ਨੀਚਰਵਾਰ ਨੂੰ ਸਾਡਾ ਅੱਜ ਦਾ ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਜਿਹੜੇ ਆ ਇਮੀਗ੍ਰੇਸ਼ਨ ਦੇ ਅਟਰਨੀ ਆ ਉਹਨਾਂ ਦੇ ਨਾਲ ਜਿਹੜਾ ਉਹ ਆਪਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ। ਇਸ ਦੇ ਵਿੱਚ ਜੋ ਕੁਛ ਚੱਲ ਰਿਹਾ ਹੁੰਦਾ ਆ ਇਮੀਗ੍ਰੇਸ਼ਨ ਦੇ ਬਾਬਤ ਉਹ ਆਪਾਂ ਤੁਹਾਡੇ ਨਾਲ ਜਿਹੜੀਆਂ ਜਾਣਕਾਰੀਆਂ ਆ ਉਹ ਸਾਂਝੀਆਂ ਜਿਹੜੀਆਂ ਉਹ ਕਰਦੇ ਹਾਂ। ਸਾਡੇ ਅੱਜ ਦੇ ਇਸ ਜਿਹੜੇ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ ਆ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਉਹਨਾਂ ਦੇ ਆਫਿਸ ਨੰਬਰ 408-272-2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘਾ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਬਿੰਦਰ ਧਾਰੀਵਾਲ, ਸੁਲੱਖਣ ਸਿੰਘ ਤੁੰਗ, ਹਰਬੰਸ ਕੌਰ ਤੁੰਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ ਲਖਬੀਰ ਸਮਰਾ ਟੈਕਸਸ, ਦਵਿੰਦਰ ਸਿੰਘ ਸੁਖਵਿੰਦਰ ਕੌਰ ਪੈਨਸਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜਸਪਾਲ ਸਿੰਘ ਸਲ ਬ੍ਰਦਰਜ਼ ਇੰਡੀਆਨਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਆਪਾਂ ਜਿਹੜੇ ਜੀ ਅੱਜ ਦੇ ਪ੍ਰੋਗਰਾਮ ਆ ਉਸ ਦੀ ਜਿਹੜੀ ਉਹ ਸ਼ੁਰੂਆਤ ਜਿਹੜੀ ਉਹ ਕਰਦੇ ਹਾਂ। ਅਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇਮੀਗ੍ਰੇਸ਼ਨ ਦੇ ਬਾਰੇ ਪਹਿਲਾਂ ਜਿਹੜੀਆਂ ਅਹਿਮ ਖਬਰਾਂ ਚੱਲ ਰਹੀਆਂ ਹੁੰਦੀਆਂ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਫਿਰ ਉਸ ਤੋਂ ਉਪਰੰਤ ਜਿਹੜੇ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਤੁਹਾਨੂੰ ਜਿਹੜੇ ਉਹ ਦੇਣਗੇ ਅਟਾਰਨੀ ਜਗਵੀਰ ਟੇਕਿਆਣਾ। ਉਸ ਟਾਈਮ ਦੇ ਉੱਤੇ ਤੁਸੀਂ ਸਟੂਡੀਓ 'ਚ ਕਾਲ ਕਰ ਸਕੋਗੇ ਨੰਬਰ 408-272-5200 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਜਾਈਏ। ਜਗਵੀਰ ਜੀ, ਇਸ ਟਾਈਮ ਜੋ ਬਾਈਡਨ ਦੇ ਪ੍ਰਸ਼ਾਸਨ ਦੇ ਦੁਆਰਾ ਉਹਨਾਂ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਲਈ ਅਲੇਹਾਂਦਰੋ ਮਾਯੋਰਕਸ ਉਹਨਾਂ ਦਾ ਨਾਮ ਜਿਹੜਾ ਉਹਨਾਂ ਨੇ ਪਿਕ ਕੀਤਾ ਵੀ ਇਹ ਉਸ ਨੂੰ ਰਨ ਕਰਨਗੇ। ਅਤੇ ਇਹ ਜ਼ਿਕਰਯੋਗ ਗੱਲ ਹੈਗੀ ਆ ਵੀ ਇਹ ਉਹੀ ਇਨਸਾਨ ਆ ਜਿਨ੍ਹਾਂ ਨੇ ਓਬਾਮਾ ਪ੍ਰਸ਼ਾਸਨ ਦੇ ਵਿੱਚ ਡਾਕਾ ਦਾ ਜਿਹੜਾ ਇੱਕ ਹਿਸਾਬ ਦੇ ਨਾਲ ਕੰਮ ਕੀਤਾ ਸੀਗਾ। ਜੀ, ਅਲੇਹਾਂਦਰੋ ਮਾਯੋਰਕਾਸ ਅਤੇ ਇਮੀਗ੍ਰੇਸ਼ਨ ਲਾਇਰਸ ਨੇ ਕਾਫੀ ਖੁਸ਼ੀ ਮਨਾਈ ਹੈ ਕਿ ਜੋ ਬਾਈਡਨ ਇਹਨਾਂ ਨੂੰ ਨੋਮੀਨੇਟ ਕਰਨਾ ਚਾਹੁੰਦੇ ਨੇ। ਇਹ ਜਿਹੜੇ ਸੀਗੇ ਅਲੇਹਾਂਦਰੋ ਮਾਯੋਰਕਾਸ ਪਹਿਲਾਂ ਡਿਪਟੀ ਸੈਕਟਰੀ ਸੀਗੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਬਰਾਕ ਓਬਾਮਾ ਦੇ ਅੰਡਰ। ਅਤੇ ਇਹਨਾਂ ਦੀ ਜਿਹੜੀ ਬੈਕਗਰਾਊਂਡ ਉਹ ਇਹ ਹੈ ਕਿ ਇਹ ਕਿਊਬਨ ਜੂਇਸ਼ ਫੈਮਿਲੀ ਨੂੰ ਬਿਲੋਂਗ ਕਰਦੇ ਆ, ਜਿਹੜੀ ਕਿ ਫਿਡਲ ਕੈਸਟਰੋ ਦੇ ਰਜੀਮ ਥੱਲੇ ਕਿਊਬਾ ਤੋਂ ਭੱਜ ਕੇ ਆਏ ਸੀਗੇ 1960 ਦੇ ਵਿੱਚ। ਅਤੇ ਫਿਰ ਉਹਨਾਂ ਦੇ ਪੇਰੈਂਟਸ ਜਦੋਂ ਇੱਥੇ ਆਏ ਸੀਗੇ ਸਾਲ ਬਾਅਦ ਇਹਨਾਂ ਦਾ ਜਨਮ ਹੋਇਆ ਸੀਗਾ। ਅਤੇ ਇਹ ਪਹਿਲੇ ਇਮੀਗਰੈਂਟ ਅਤੇ ਪਹਿਲੇ ਹਿਸਪੈਨਿਕ ਅਮੈਰੀਕਨ ਹੋਊਗੇ ਜਿਹੜੇ ਕਿ DHS ਨੂੰ ਹੈੱਡ ਕਰੂਗੇ। ਕਾਫੀ ਹਿਸਟੋਰਿਕ ਮੂਵ ਹੈ। ਨਾ ਸਿਰਫ ਇਹ ਆਪਣੇ ਨਾਲ ਕ੍ਰਿਟੀਕਲ ਲੀਡਰਸ਼ਿਪ ਲੈ ਕੇ ਆਉਗੇ, ਪਰ ਨਾਲ ਜਿਹੜੇ ਇੱਕ ਇਮੀਗਰੈਂਟ ਦੇ ਕਾਫੀ ਸਾਰੇ ਲਾਈਫ ਐਕਸਪੀਰੀਅੰਸਿਸ ਹੁੰਦੇ ਨੇ ਉਹ ਵੀ ਇਹ ਨਾਲ ਆਪਣੇ ਲੈ ਕੇ ਆਉਗੇ। ਉਹਨਾਂ ਦਾ ਜਿਹੜਾ ਪੁਰਾਣਾ ਰੈਕਰਡ, ਜਿੱਦਾਂ ਤੁਸੀਂ ਦੱਸਿਆ ਕਿ ਕਾਫੀ ਇਹਨਾਂ ਨੇ ਕੀ ਰੋਲ ਪਲੇ ਕੀਤਾ ਸੀਗਾ, ਡਾਕਾ ਨੂੰ ਡਿਜ਼ਾਈਨ ਇਹਨਾਂ ਨੇ ਕੀਤਾ ਸੀਗਾ। ਇਹਦੇ ਨਾਲ ਹੀ ਸਾਰੇ ਜਿਹੜੇ ਇਮੀਗ੍ਰੇਸ਼ਨ ਲਾਇਰਸ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਸੀਗਾ ਕਿ ਉਹ ਟਰੰਪ ਦੇ ਕਾਫੀ ਸਾਰੇ ਲਾਜ਼ ਨੂੰ ਵਾਪਸ ਲਏਗੀ, ਇਹ ਜਿਹੜਾ ਪਹਿਲਾ ਸਟੈਪ ਉਹਨਾਂ ਨੇ ਬਿਲਕੁਲ ਸਹੀ ਡਾਇਰੈਕਸ਼ਨ 'ਚ ਜਾ ਰਿਹਾ। ਤਾਂ ਲੱਗਦਾ ਹੈ ਕਿ ਕਾਫੀ ਸਾਰੇ ਉਹ ਲਾਅ ਰਿਵਰਸ ਕਰਨਗੇ। ਇਹ ਜਿਹੜੇ ਫਿਰ ਦੇਖਣ ਵਾਲੀ ਗੱਲ ਹੁਣ ਇਹ ਹੈ ਕਿ ਇੱਕ ਬੰਦਾ ਇੱਦਾਂ ਦਾ ਹੁਣ ਆ ਰਿਹਾ DHS ਦਾ ਸੈਕਟਰੀ ਜਿਹਨੇ ਡਾਕਾ ਡਿਜ਼ਾਈਨ ਕੀਤਾ ਸੀਗਾ। ਜਿਹੜੀ ਪੁਰਾਣੀ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ ਉਹ ਡਾਕਾ ਨੂੰ ਵਾਪਸ ਲੈਣਾ ਚਾਹੁੰਦੀ ਸੀ। ਦੋਨਾਂ 'ਚ ਕਿੰਨਾ ਜ਼ਮੀਨ ਅਸਮਾਨ ਦਾ ਕੰਟਰਾਸਟ ਹੈ। ਅਤੇ ਫਿਰ ਕਾਫੀ ਇਹਨੂੰ ਐਪਰੀਸ਼ੀਏਟ ਕੀਤਾ ਕਾਫੀ ਏਜੰਸੀਜ਼ ਨੇ ਇਮੀਗ੍ਰੇਸ਼ਨ ਗਰੁੱਪਸ ਨੇ, ਸਪੈਸ਼ਲੀ ਜਿਹੜਾ ਰੇਸੀਜ਼ ਗਰੁੱਪ ਇੱਕ ਪਹਿਲਾਂ ਵੀ ਆਪਾਂ ਕਈ ਵਾਰੀ ਗੱਲ ਕਰ ਚੁੱਕੇ ਹਾਂ। ਉਹ ਬੇਸਿਕਲੀ ਇਹੀ ਕਹਿ ਰਹੇ ਨੇ ਕਿ ਹੁਣ ਜਿਹੜੀ ਉਮੀਦ ਉਹਨਾਂ ਨੂੰ ਡੈਮੋਕ੍ਰੈਟਸ ਤੋਂ ਇਹ ਹੈ ਕਿ ਜਿਹੜੀ ਇਹਨਾਂ ਨੇ ਡੀਪੋਟੇਸ਼ਨ ਮਸ਼ੀਨਰੀ ਐਕਟੀਵੇਟ ਕੀਤੀ ਸੀਗੀ ਉਹਨੂੰ ਫਟਾਫਟ ਡਿਸਮੈਂਟਲ ਕੀਤਾ ਜਾਵੇ। ਅਤੇ ਜਿਹੜੀ ਕਾਫੀ ਚਿਰ ਤੋਂ ਜਿਹੜਾ DHS ਆਫਿਸ ਸੀਗਾ ਉਹਦੀ ਆਪਾਂ ਦੇਖਿਆ ਕਿ ਕਾਫੀ ਸਾਰੇ ਕੋਰਟ 'ਤੇ ਵੀ ਡਿਸੀਜਨ ਸੀਗੇ ਕਿ ਇਹਨਾਂ ਦੀ ਕਾਫੀ ਸਾਰੀਆਂ ਅਪੋਇੰਟਮੈਂਟਸ ਪ੍ਰੋਪਰ ਨਹੀਂ ਸੀਗੀਆਂ। ਸਿਰਫ 2 ਅਪੋਇੰਟਮੈਂਟ ਪ੍ਰੋਪਰ ਸੀਗੀਆਂ ਅਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਥੱਲੇ 5 ਜਾਣੇ ਸਰਵ ਕਰ ਚੁੱਕੇ ਸੀਗੇ।
ਤੇ ਹੁਣ ਬੜੇ ਚਿਰ ਬਾਅਦ ਇੱਦਾਂ ਹੋ ਰਿਹਾ ਕਿ ਐਕਚੁਅਲੀ ਇੱਕ ਜਿਹੜਾ ਕੁਆਲੀਫਾਈਡ ਲੀਗਲ ਤਰੀਕੇ ਦੇ ਨਾਲ ਜਿਹੜਾ ਬੰਦਾ ਉਹ ਅਪੋਇੰਟ ਕਰਕੇ ਕਾਂਗਰਸ ਵੱਲੋਂ ਸੈਨੇਟ ਵੱਲੋਂ ਕਨਫਰਮ ਕਰਕੇ ਕਾਫੀ ਚਿਰ ਬਾਅਦ ਸਟੇਬਿਲਿਟੀ ਆਊਗੀ DHS ਦੇ ਵਿੱਚ। ਹੂੰ ਤੇ ਹੁਣ ਇੱਕ ਗੱਲ ਇਹਦੇ ਵਿੱਚ ਹੋਰ ਦੱਸੀ ਕਿ ਜਿਹੜਾ ਸੀਗੇ ਇਹ ਇਹਨਾਂ ਦੇ ਪੇਰੈਂਟਸ ਨਾ ਸਿਰਫ ਇਹਨਾਂ ਦੀ ਮਦਰ, ਪਹਿਲਾਂ ਤਾਂ ਇਹਨਾਂ ਦੀ ਜਿਹੜੀ ਮਦਰ ਸੀਗੀ ਉਹ ਰੋਮੇਨੀਅਨ ਜਿਊ ਸੀਗੀ, ਜਿਹੜੀ ਨਾਜ਼ੀ ਪ੍ਰੋਸੀਕਿਊਸ਼ਨ ਜਦੋਂ ਹੋਈ ਸੀ ਉਦੋਂ ਕਿਊਬਾ ਗਏ ਸੀਗੇ। ਠੀਕ ਤੇ ਹੈ। ਜਿਹੜੇ ਫਾਦਰ ਸੀਗੇ ਉਹ ਉੱਥੋਂ ਦੀ ਭੱਜ ਕੇ ਆਏ ਸੀ, ਉਹ ਕਿਊਬਾ ਤੋਂ ਉਹਨਾਂ ਨੂੰ ਫਿਡਲ ਕੈਸਟਰੋ ਦੀ ਰਜੀਮ ਤੋਂ। ਤੇ ਦੋਨੋਂ ਜਿਹੜੇ ਸੀਗੇ ਉਹ ਹਾਰਡਕੋਰ ਜਿਹੜੇ ਇਮੀਗ੍ਰੈਂਟ ਆਪਣੇ ਦੋਨੋਂ ਕੰਟਰੀ ਛੱਡ ਕੇ ਭੱਜ ਕੇ ਆਏ। ਬਿਲਕੁਲ। ਤੇ ਹੁਣ ਜਦੋਂ ਇਹਨਾਂ ਦਾ ਅੱਗੇ ਜਿਹੜਾ ਜਦੋਂ ਤੁਹਾਡੇ ਬੱਚੇ ਇੱਦਾਂ ਦੇ ਹੁੰਦੇ ਨੇ ਤੇ ਤੁਸੀਂ ਹੋਪਫੁਲੀ ਇਹੀ ਉਮੀਦ ਹੈ ਕਿ ਇਹ ਇਮੀਗ੍ਰੈਂਟਸ ਦਾ ਥੋੜ੍ਹਾ ਜਿਹਾ ਪੱਖ ਲੈਣਗੇ, ਉਹਨਾਂ ਨੂੰ ਫੇਅਰ ਲਾਈਟ 'ਚ ਦੇਖਣਗੇ, ਸਪੈਸ਼ਲੀ ਜਿਹੜੇ ਲੋਕੀ ਆ ਕੇ ਅਸਾਈਲਮ ਫਾਈਲ ਕਰੂਗੇ। ਜੀ ਬਿਲਕੁਲ, ਉਹ ਦੋਨੋਂ ਹੀ ਉਹਨਾਂ ਦੇ ਕਹਿ ਲਓ ਵੀ ਪਰਿਵਾਰ ਵਾਲੇ ਅਜਿਹੀ ਪੀੜਾ ਦੇ ਵਿੱਚੋਂ ਲੰਘ ਕੇ ਆਏ ਆ ਜਿਹੜੀ ਪੂਰੀ ਦੁਨੀਆ ਦੇ ਵਿੱਚ ਵਾਕਫ ਨੇ ਵੀ ਬਹੁਤ ਜ਼ਿਆਦਾ ਧੱਕਾ ਉਦੋਂ ਉਹਨਾਂ ਕੌਮਾਂ ਦੇ ਨਾਲ ਜਿਹੜਾ ਉਹ ਉੱਥੇ ਹੋਇਆ ਸੀਗਾ। ਸੋ ਉੱਦਾਂ ਵੈਸੇ ਜਿਹੜੇ ਕ੍ਰਿਸਟੀਅਨ ਨੀਲਸਨ ਸੀਗੇ ਉਹ ਵੀ ਸੈਨੇਟ ਅਪਰੂਵਡ ਹੀ ਸੀਗੇ, ਰਾਈਟ? ਜੀ ਜੀ। ਸੋ ਸੀਗੇ ਅਪਰੂਵਲ ਵਾਲੇ ਵੀ ਉਹਨਾਂ ਦੇ ਇਸ ਟਰੰਪ ਕਾਰਜਕਾਲ ਦੇ ਵਿੱਚ ਉਹਨਾਂ ਨੇ ਕੰਮ ਕੀਤਾ, ਪਰ ਉਹਨਾਂ ਦੀ ਵੀ ਜਿਹੜੀ ਖਿੱਟਮਿੱਟ ਜਿਹੜੀ ਉਹ ਰਹੀ ਸੀਗੀ ਟਰੰਪ ਉਹਨਾਂ ਦੇ ਨਾਲ। 2 ਜਾਣੇ ਅਪਰੂਵ ਸੀਗੇ ਤੇ 3 ਜਾਣੇ ਤੇ ਸਪੈਸ਼ਲੀ ਚੈਡ ਵੁਲਫ ਜਿਹੜੇ ਸੀਗੇ ਉਹ ਨਹੀਂ ਅਪਰੂਵ ਸੀਗੇ। ਸੋ ਉਹਨਾਂ ਦੇ ਉੱਤੇ ਹੀ ਕੋਰਟ ਨੇ ਕਿਹਾ ਸੀਗਾ ਵੀ ਇਹਨਾਂ ਦੀ ਜਿਹੜੀ ਜੋ ਇਹ ਕੰਮ ਕਰ ਰਹੇ ਇਹਨਾਂ ਨੂੰ ਲਾਉਣਾ ਜਿਹੜਾ ਉਹ ਗਲਤ ਸੀਗਾ ਇਸ ਹਿਸਾਬ ਦੇ ਨਾਲ। ਤੇ ਸਾਰੇ ਜਿਹੜੇ ਇਮੀਗ੍ਰੇਸ਼ਨ ਦੇ ਲਾਅ ਸੀਗੇ ਉਹ ਵੀ ਤੁਸੀਂ ਦੇਖਿਆ ਕਿ ਆਖਰੀ 8 ਮਹੀਨੇ 'ਚ ਹੀ ਜੋ ਤੇਜ਼ ਹੋਏ ਸੀ। ਹਾਂਜੀ ਜੀ। ਸੋ ਉਹਦੇ ਨਾਲ ਉਹ ਸਾਰੇ ਰੱਦ ਹੋ ਜਾਂਦੇ ਨੇ ਫਿਰ, ਕਿ ਜਿਹੜੇ ਇੱਕ ਵਾਰੀ ਫੈਡਰਲ ਰਜਿਸਟਰ 'ਚ ਜਾ ਕੇ ਕਮੈਂਟ ਹੋ ਜਾਂਦੇ ਉਹ ਦੇ ਸਟਿਲ ਰਿਮੇਨਸ। ਉਹ ਲਾਅ ਤਾਂ ਫਿਰ ਲਾਅ ਹੀ ਆ, ਜਿੰਨੇ ਮਰਜ਼ੀ ਬਣਾਇਆ ਹੋਵੇ। ਠੀਕ ਹੈ। ਉਹਨੂੰ ਫਿਰ ਰਿਵਰਸ ਕਰਨਾ ਵੀ ਇੱਕ ਸਿਸਟਮੈਟਿਕਲੀ ਤੁਹਾਨੂੰ ਨਵਾਂ ਲਾਅ ਬਣਾਉਣਾ ਪੈਂਦਾ। ਪਰ ਇਹ ਹੈ ਕਿ ਸਭ ਤੋਂ ਪਹਿਲੇ ਲੈਵਲ 'ਤੇ ਜਿਹੜਾ DHS ਦਾ ਜਿਹੜਾ ਸੈਕਟਰੀ ਹੁੰਦਾ ਉਹ ਕਾਫੀ ਸਾਰੇ ਨਾ ਆਪਣੇ ਇੰਟਰਨਲ ਪੋਲਿਸੀ ਮੈਮੋ ਦੇ ਸਕਦਾ, ਡਾਇਰੈਕਸ਼ਨ ਦੇ ਸਕਦਾ ਕਿ ਆਹ ਚੀਜ਼ ਆਪਾਂ ਇਨਫੋਰਸ ਕਰਨੀ, ਆਹ ਚੀਜ਼ ਆਪਾਂ ਨਹੀਂ ਕਰਨੀ। ਠੀਕ ਹੈ। ਲੀਨੀਅੰਸੀ ਦੇ ਸਕਦਾ ਹੈਗਾ। ਫਿਰ ਉਸ ਤੋਂ ਬਾਅਦ ਪਹਿਲਾਂ ਤਾਂ ਇਹ ਇੱਕ ਇੰਟਰਨਲ ਮੈਮੋ, ਫਿਰ ਇੰਟਰਨਲ ਡਾਇਰੈਕਟਿਵ ਦੇ ਸਕਦੇ ਨੇ। ਪ੍ਰੈਜ਼ੀਡੈਂਟ ਕਾਫੀ ਜ਼ਿਆਦਾ ਐਗਜ਼ੈਕਟਿਵ ਆਰਡਰ ਦੇ ਸਕਦਾ ਹੈ। ਉਸ ਤੋਂ ਇਲਾਵਾ ਜਿਹੜੇ ਮੇਜਰ ਜਿਹੜੇ ਲਾਅ ਹੈਗੇ ਐਮਨੈਸਟੀ ਵਗੈਰਾ ਉਹ ਤਾਂ ਫਿਰ ਤੁਹਾਨੂੰ ਕਾਂਗਰੈਸ਼ਨਲ ਅਪਰੂਵਲ ਹੀ ਚਾਹੀਦਾ ਹੈਗਾ। ਜੀ। ਅਗਲੀ ਜੇ ਆਪਾਂ ਜਗਵੀਰ ਜੀ ਗੱਲ ਕਰਦੇ ਜਾਈਏ, ਕਹਿੰਦੇ ਆਈਸ ਨੇ 33 ਇਮੀਗ੍ਰੈਂਟ ਜਿਹੜੇ ਬੱਚੇ ਆ ਉਹਨਾਂ ਨੂੰ ਗਵਾਟਾਮਾਲਾ ਵਾਪਸ ਜਿਹੜਾ ਉਹ ਭੇਜਿਆ ਸੀਗਾ ਜੱਜ ਦੇ ਕਹਿਣ ਦੇ ਉੱਤੇ। ਜੀ ਆਪਾਂ ਪਿਛਲੀ ਵਾਰੀ ਰੇਡੀਓ 'ਚ ਜਿੱਦਾਂ ਡਿਸਕਸ ਕੀਤਾ ਸੀਗਾ ਕਿ ਇੰਜੰਕਸ਼ਨ ਲੱਗੀ ਸੀਗੀ ਕੋਰਟ ਦੀ, ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਬੱਚੇ ਆਉਂਦੇ ਨੇ ਉਹਨਾਂ ਨੂੰ, ਜਿਹੜੇ ਬੱਚੇ ਇਕੱਲੇ ਐਂਟਰ ਹੋਣੇ ਨੇ ਵਿਦਆਊਟ ਪੇਰੈਂਟਸ ਦੇ, ਉਹਨਾਂ ਨੂੰ ਤੁਸੀਂ ਸਿੱਧੇ ਮੋੜ ਨਹੀਂ ਸਕਦੇ ਹੋ ਕਰੋਨਾ ਵਾਇਰਸ ਦਾ CDC ਦੇ ਡਾਇਰੈਕਟਿਵ ਥੱਲੇ। ਉਹਨਾਂ ਨੇ ਇਹ ਐਕਸੈਪਸ਼ਨ ਕ੍ਰੀਏਟ ਕੀਤੀ ਸੀਗੀ ਕਿ ਕਹਿੰਦੇ ਕਿ ਜੇ ਕੋਈ ਅਡਲਟ ਆਉਂਦਾ ਠੀਕ ਹੈ, ਉੱਥੇ ਆਪਾਂ ਤੁਹਾਡੀ ਗੱਲ ਮੰਨ ਲੈਂਦੇ ਹਾਂ ਕਿ ਪੈਂਡੇਮਿਕ ਚੱਲ ਰਿਹਾ ਸਾਰਾ, ਪਰ ਜੇ ਕੋਈ ਬੱਚਾ ਆ ਕੇ ਮਾਈਨਰ ਆ ਕੇ ਕਲੇਮ ਕਰਦਾ ਉਹਨੂੰ ਤੁਹਾਨੂੰ ਅਸਾਈਲਮ ਦੀ ਤੁਹਾਡੀ ਗੱਲ ਸੁਣਨੀ ਪੈਣੀ ਹੈ, ਕਿਉਂਕਿ ਉਹਨਾਂ ਕੋਲ ਇੰਨੇ ਰਿਸੋਰਸ ਨਹੀਂ ਹੁੰਦੇ ਬੱਚਾ ਇੱਕ। ਤੇ ਜਦੋਂ ਇਹ ਪਾਸ ਵੀ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਇੱਕ ਜਹਾਜ਼ ਭਰ ਕੇ 33 ਬੱਚਿਆਂ ਦਾ ਭੇਜਤਾ। ਫਿਰ ਜਦੋਂ ਲਾਇਰਸ ਨੇ ਤੇ ACLU ਨੇ ਇੰਟਰਵੀਨ ਕੀਤਾ, ਉਹਨਾਂ ਨੇ ਇਹ ਕਿਹਾ ਕਿ ਸਾਨੂੰ ਨਾ ਜਿਹੜੇ ਗਰਾਊਂਡ ਸਟਾਫ ਸੀਗਾ ਆਈਸ ਵਾਲਾ, ਉਹਨਾਂ ਨੂੰ ਖਬਰ ਪਹੁੰਚੀ ਨਹੀਂ ਸੀਗੀ ਉਹਨਾਂ ਤੱਕ, ਉਹਨਾਂ ਨੂੰ ਜੱਜ ਦੇ ਲਾਅ ਦਾ ਪਤਾ ਨਹੀਂ ਸੀਗਾ। ਓਕੇ। ਤੇ ਪਰ ਇਹ ਗੱਲ ਹੁਣ ਇਹ ਆ ਜਾਂਦੀ ਹੈ ਕਿ ਇਹਨਾਂ ਨੇ ਕੋਰਟ ਦਾ ਜੱਜ ਦੀ ਵੀ ਹੁਕਮ ਮੰਨਿਆ ਨਹੀਂ। ਤੇ ਜੱਜ ਜਿਹੜੇ ਸੀਗੇ ਉਹਨਾਂ ਨੇ ਪਹਿਲਾਂ ਵੀ ਕਾਫੀ ਵਾਰੀ ਕੰਪਲੇਂਟ ਕੀਤਾ ਕਿ ਆਈਸ ਵਾਲੇ ਕਾਫੀ ਝੂਠ ਬੋਲਦੇ ਨੇ ਫੈਡਰਲ ਜੱਜਸ ਦੇ ਨਾਲ। ਤੇ ਜੱਜਸ ਨੇ ਗੱਲ ਸਾਹਮਣੇ ਰੱਖੀ ਹੈ ਕਿ ਕਾਫੀ ਜਿੱਦਾਂ ਕਹਿ ਲਓ ਗੁੰਡਾਗਰਦੀ ਜਿਹਨੂੰ ਕਹਿ ਲਓ, ਕਿ ਸਾਡਾ ਜੇ ਹੁਣ ਜੇ ਆਰਡਰ ਦਿੱਤਾ ਉਹ ਵੀ ਨਹੀਂ ਮੰਨਿਆ। ਤੇ ਹੁਣ ਜਿਹੜੇ ਉਹ ਕੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਕਹਿੰਦੇ ਕਿ ਇਹ ਜਿਹੜਾ ਜਿੰਨੇ ਵਾਪਸ ਬੱਚੇ ਭੇਜੇ ਉਹਨਾਂ ਨੂੰ ਵਾਪਸ ਲੈ ਕੇ ਆਓ। ਤੇ ਆਈਸ ਅੱਗੋਂ ਦੀ ਕਹਿ ਰਹੀ ਹੈ ਕਿ ਹੁਣ ਸਾਡੇ ਕੋਲ ਨਾ ਟਰੈਕ ਕਰਨਾ ਬੜਾ ਮੁਸ਼ਕਿਲ ਹੈ ਕਿ ਇਹ ਬੱਚੇ ਕਿੱਥੇ ਗਏ ਨੇ। ਤੇ ਇਹ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ। ਪਰ ਫਿਲਹਾਲ ਹੁਣ ਜੱਜ ਨੇ ਇੰਜੰਕਸ਼ਨ ਲਾਤੀ ਹੈ, ਜਿਹੜੇ ਇਨਟੇਕ ਆਊਗਾ, ਜੇ ਕੋਈ ਬੱਚਾ ਆ ਕੇ ਅਸਾਈਲਮ ਕਰ ਰਿਹਾ ਉਹਨੂੰ ਵਾਪਸ ਨਹੀਂ ਮੋੜਿਆ ਜਾਂਦਾ ਉਸੇ ਵੇਲੇ। ਹਾਂਜੀ। ਪਹਿਲਾਂ ਹੁਣ ਜਿਹੜਾ ਕਿ ਬਿਫੋਰ ਦਾ ਪੈਂਡੇਮਿਕ ਕੀ ਇਹਨਾਂ ਦਾ ਲਾਅ ਸੀਗਾ ਕਿ ਇੱਕ ਆਫਿਸ ਆਫ ਰਿਫਿਊਜੀ ਰੀਸੈਟਲਮੈਂਟ ਸੀਗਾ, ORR। ਠੀਕ ਹੈ। ਜਿੰਨੇ ਵੀ ਬੱਚੇ ਆਉਂਦੇ ਸੀਗੇ ਉਹ ਪਹਿਲਾਂ ਇਸ ਆਫਿਸ ਨੂੰ ਰੈਫਰ ਹੁੰਦੇ ਸੀਗੇ, ਫਿਰ ਉਹਨਾਂ ਨੂੰ ਇੱਕ ਸ਼ੈਲਟਰ 'ਚ ਰੱਖਿਆ ਜਾਂਦਾ ਸੀਗਾ, ਸਿੱਧੇ ਡਿਟੈਂਸ਼ਨ 'ਚ ਨਹੀਂ ਪਾਇਆ ਜਾਂਦਾ ਸੀਗਾ ਕੈਦੀਆਂ ਦੇ ਨਾਲ। ਤੇ ਫਿਰ ਇੱਥੇ ਉਹਨਾਂ ਦਾ ਜਿਹੜਾ ਅਸਾਈਲਮ ਕਲੇਮ ਸੁਣਿਆ ਜਾਂਦਾ ਸੀਗਾ, ਐਪਲੀਕੇਸ਼ਨ ਵਗੈਰਾ ਉਹਨਾਂ ਨੂੰ ਹੈਲਪ ਦਿੱਤੀ ਜਾਂਦੀ ਸੀਗੀ। ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਆਪਣੇ ਪੇਰੈਂਟਸ ਨਾਲ ਮਿਲਾਇਆ ਜਾਂਦਾ ਸੀਗਾ ਜੇ ਆਲਰੇਡੀ US ਦੇ ਵਿੱਚ ਸੀਗੇ। ਤੇ ਇਹ ਜਿਹੜਾ ORR ਆਫਿਸ ਆਫ ਰਿਫਿਊਜੀ ਰੀਸੈਟਲਮੈਂਟ ਪ੍ਰੋਸੈਸ ਹੈਗਾ, ਇਹ ਜਦੋਂ ਇਹਨਾਂ ਨੇ ਆਹੀ ਟ੍ਰੈਫਿਕ ਵਿਕਟਮ ਟ੍ਰੈਫਿਕਿੰਗ ਵਿਕਟਮਸ ਵਾਲੇ ਜਿਹੜੇ ਐਕਟ ਬਣਾਏ ਸੀਗੇ, ਵਾਵਾ, U ਵੀਜ਼ਾ, T ਵੀਜ਼ਾ, ਇਹਨਾਂ ਦੇ ਥੱਲੇ ਜਾਰਜ ਬੁਸ਼ ਉਹਨਾਂ ਨੇ ਬਣਾਇਆ ਸੀਗਾ 2008 ਦੇ ਵਿੱਚ, ਜਿਹਦੇ ਵਿੱਚ ਕਿ ਜਿਹੜੀ ਕਸਟਮਸ ਐਂਡ ਬਾਰਡਰ ਪੈਟਰੋਲ ਸੀਗੀ ਉਹਨੂੰ 72 ਘੰਟੇ ਦੇ ਅੰਦਰ ਅੰਦਰ ਇਹ ਜਿਹੜੇ ਬੱਚੇ ਸੀਗੇ ਇਹਨਾਂ ਨੂੰ ਰੈਫਰ ਕਰਨਾ ਪੈਂਦਾ ਸੀਗਾ ਆਫਿਸ ਆਫ ਰਿਫਿਊਜੀ ਰੀਸੈਟਲਮੈਂਟ ਦੇ ਕੋਲ। ਠੀਕ ਹੈ। ਪਰ ਜਿਹੜੀ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਆਏ ਨੇ, ਇਹ ਸਾਰੇ ਜਿਹੜੇ ਲਾਅਜ਼ ਵਗੈਰਾ ਸੀਗੇ ਸਾਰੇ ਇਗਨੋਰ ਕਰ ਦਿੱਤੇ। ਤੇ ਪੈਂਡੇਮਿਕ ਦੇ ਥੱਲੇ ਇਹਨਾਂ ਨੇ ਉਹ ਸਾਰੀ ਜਿਹੜੀ ਸੀਗੀ ਕਿਸੇ ਨੂੰ ਨਹੀਂ ਰੈਫਰ ਕੀਤਾ, ਸਿੱਧੇ ਇਹਨਾਂ ਨੇ ਡਾਇਰੈਕਟਲੀ ਉੱਥੋਂ ਦੀ ਵਾਪਸ ਭੇਜਣੇ ਸ਼ੁਰੂ ਕਰਤੇ ਸੀਗੇ ਮੈਕਸੀਕੋ।
ਤੇ ਹੁਣ ਜੱਜ ਨੇ ਇਹ ਕੀਤਾ ਹੈ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਕਲੀਅਰ ਕੀਤਾ ਹੈ ਕਿ ਜਦੋਂ ਆਊਗੀ ਇੱਦਾਂ ਨਹੀਂ ਹੋਊਗਾ, ਬੱਚਿਆਂ ਨੂੰ ਵਾਪਸ ਨਹੀਂ ਮੋੜਿਆ ਜਾਊਗਾ। ਜੀ ਜੀ। ਸੋ ਇਹ ਅਜਿਹੀਆਂ ਬਹੁਤ ਸਾਰੀਆਂ ਪਾਲਿਸੀਜ਼ ਦੇ ਉੱਤੇ ਇਹਦਾ ਮਤਲਬ ਆ ਵੀ ਅਗਲੇ ਪ੍ਰਸ਼ਾਸਨ ਦੇ ਵਿੱਚ ਕਾਫੀ ਜ਼ਿਆਦਾ ਚੇਂਜਸ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਹੈਗੀਆਂ। ਜੀ, ਟਰੰਪ ਐਡਮਿਨਿਸਟ੍ਰੇਸ਼ਨ ਨੇ ਪਾਲਿਸੀ ਚੇਂਜ ਵੀ ਨਹੀਂ ਕੀਤੀ ਸੀਗੀ। ਉਹਨਾਂ ਓਕੇ, ਨੇ ਸਿਰਫ ਸਿੱਧੇ enforce ਜਿੱਦਾਂ CDC ਦਾ ਡਾਇਰੈਕਟਿਵ ਸੀਗਾ, ਉਹਦੇ ਤਹਿਤ ਹੀ ਕੀਤਾ ਉਹਦੇ ਸੀਗਾ। ਤਹਿਤ ਇਹਨਾਂ ਨੇ ਬਸ ਪੈਂਡੇਮਿਕ ਦੀ ਆੜ ਦੇ ਵਿੱਚ ਇਹਨਾਂ ਨੇ ਸਾਰੇ ਜਿਹੜੇ ਨਹੀਂ ਵੀ ਜਿਹੜੀਆਂ ਚੀਜ਼ਾਂ ਹੋ ਸਕਦੀਆਂ ਸੀਗੀਆਂ, ਕਿਉਂਕਿ ਹੁਣ ਜਿਹੜੇ ਬੱਚਿਆਂ ਵਾਲੇ ਲਾਅ ਰਿਪਬਲਿਕਨਸ ਨੇ ਵੀ ਚੇਂਜ ਨਹੀਂ ਕਰਨੇ ਸੀਗੇ। ਕੌਣ ਹੁਣ ਬੱਚੇ ਨੂੰ ਵਾਪਸ ਭੇਜਦਾ ਜਿਹੜਾ ਕਹਿੰਦਾ ਹਾਂ ਨਹੀਂ। ਹਾਂ ਹਾਂ ਹਾਂ। ਤੇ ਉਹਨਾਂ ਨੇ ਉਹ CDC ਦੇ ਡਾਇਰੈਕਟਿਵ ਥੱਲੇ ਕਾਫੀ ਸਾਰੇ ਜਿਹੜੇ ਨਜਾਇਜ਼ ਐਕਸਪਲਸ਼ਨਸ ਬਹੁਤ ਕੀਤੀਆਂ ਸੀਗੀਆਂ। ਜੀ। ਪਰ ਬਿਲਕੁਲ ਸੋ ਡਾਕਾ ਵਾਲੇ ਤਾਂ ਕਾਫੀ ਜ਼ਿਆਦਾ ਹਾਂਜੀ ਅੱਡੀਆਂ ਚੱਕ ਕੇ ਦੇਖ ਰਹੇ ਨੇ ਵੀ ਕੌਣ ਜਿਹੜੇ ਆਉਣਗੇ, ਖਾਸ ਕਰਕੇ ਜੇ ਇਹਨਾਂ ਵਾਲੇ ਡਾਕਾ ਵਾਲੇ ਜਿਹੜੇ ਉਹ ਆ ਜਾਂਦੇ, ਉਹਨਾਂ ਵਿੱਚ ਵੀ ਬਹੁਤ ਸਾਰੇ ਬੱਚੇ ਹੀ ਜਿਹੜੇ ਸੀਗੇ ਜਿਹੜੇ ਆਏ ਹੋਏ ਸੀਗੇ, ਜੀ ਜਿਹੜੇ ਹੁਣ ਇੱਥੇ ਡਿਗਰੀਆਂ ਵੀ ਕਰ ਗਏ ਆ, ਕੰਮਕਾਰ ਵੀ ਕਰ ਰਹੇ ਆ। ਸੋ ਉਹਨਾਂ ਦੀ ਬਹੁਤ ਜ਼ਿਆਦਾ ਇਸ ਦੇ ਉੱਤੇ ਟੇਕ ਇਹਨਾਂ ਦੇ ਉੱਤੇ ਰਹੂਗੀ। ਚਰਚਾ ਤਾਂ ਇਹ ਵੀ ਚੱਲੀ ਸੀ ਵੀ ਬਾਈਡਨ ਪ੍ਰਸ਼ਾਸਨ ਕਹਿੰਦਾ ਆ ਵੀ ਸ਼ਾਇਦ ਅਸੀਂ ਜਿਹੜਾ ਜੀ ਅਸੀਂ ਕਰ ਹੀ ਦੇਣੇ ਆ, ਸਾਰੇ ਪੱਕੇ ਕਰ ਦੇਣੇ। ਉਹ ਤਾਂ ਕੰਮ ਔਖਾ ਲੱਗਦਾ ਹੈ, ਪਰ ਰੀਗਨ ਨੇ ਵੀ ਉਦੋਂ ਇੱਕ ਟਾਈਮ ਦੇ ਉੱਤੇ ਕਰ ਦਿੱਤਾ ਜੀ ਸੀਗਾ। ਸੋ ਕਿਹਾ ਨਹੀਂ ਜਾ ਸਕਦਾ ਵੀ ਊਂਠ ਨੇ ਕਿਸ ਕਰਵਟ ਨੂੰ ਜਿਹੜਾ ਉਹ ਬੈਠਣਾ ਜੀ ਹੁੰਦਾ ਆ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ H1B ਵੀਜ਼ੇ ਵਾਲੇ, ਉਹਨਾਂ ਦੇ ਨਾਲ ਕੀ ਸੰਬੰਧਿਤ ਜਿਹੜੀ ਇਸ ਟਾਈਮ ਕਾਰਵਾਈਆਂ ਚੱਲ ਰਹੀਆਂ, ਉਹ ਵੀ ਕੇਸਾਂ ਦੇ ਵਿੱਚ ਹੀ, ਕੋਰਟਾਂ ਦੇ ਵਿੱਚ ਹੀ ਉਲਝਿਆ ਰਹਿੰਦਾ ਇਹ ਮਸਲਾ। ਜੀ, H1B ਦੇ ਵੀ ਇਹਨਾਂ ਨੇ H1B ਪਹਿਲਾਂ ਤਾਂ ਦੱਸ ਦਈਏ ਕੀ ਹੈ ਕਿ ਇਹ ਹਾਈਲੀ ਸਕਿਲਡ ਜਿਹੜੇ ਵਰਕਰ ਹੁੰਦੇ ਨੇ ਉਹਨਾਂ ਦਾ ਵੀਜ਼ਾ ਹੈ। ਘੱਟੋ ਘੱਟ ਇਹਦੇ ਲਈ ਮਿਨੀਮਮ ਤੁਹਾਨੂੰ ਬੈਚਲਰ ਡਿਗਰੀ ਚਾਹੀਦੀ ਹੈ। ਕਾਫੀ ਜ਼ਿਆਦਾ ਫਾਈਟ ਹੁੰਦੀ ਹੈ ਇਸ ਵੀਜ਼ੇ ਵਾਸਤੇ। ਤੁਸੀਂ ਪਹਿਲਾਂ ਆਉਂਦੇ ਹੋ, ਪੜ੍ਹਦੇ ਹੋ ਇੱਥੇ, ਫਿਰ ਤੁਹਾਡੀ ਇੱਕ ਲੋਟਰੀ ਹੁੰਦੀ ਹੈ। ਹਰੇਕ ਸਾਲ ਦੇ ਵਿੱਚ 85,000 ਵੀਜ਼ਾ ਮਿਲਦੇ ਨੇ, ਸਾਰੀ ਦੁਨੀਆ ਦੇ ਲੋਕੀ ਕੰਪੀਟ ਕਰਦੇ ਨੇ। ਤਕਰੀਬਨ 2.5 ਲੱਖ ਫਾਈਲਿੰਗ ਹੁੰਦੀਆਂ ਹਰੇਕ ਪਿਛਲੇ ਜੇ ਤੁਸੀਂ 4-5 ਸਾਲ ਲਾ ਲਓ, ਅਤੇ 35% ਤੁਹਾਡਾ ਚਾਂਸ ਹੁੰਦਾ ਸਿਲੈਕਟ ਹੁੰਦਾ ਇਸ ਵੀਜ਼ੇ ਦੇ ਵਿੱਚ ਜੀ। ਅਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਆਪਣਾ ਹਾਰਡ ਵਰਕ ਕਰਨਾ ਪੈਂਦਾ, ਅਪਰੂਵ ਕਰਨਾ ਪੈਂਦਾ ਕੰਪਨੀ ਨੂੰ, ਅਤੇ ਉਸ ਤੋਂ ਬਾਅਦ ਫਿਰ ਅੱਗੇ ਤੁਹਾਨੂੰ ਕੰਪਨੀ ਗ੍ਰੀਨ ਕਾਰਡ ਵਗੈਰਾ ਉਹ ਵਾਲੀਆਂ ਸਾਰੀਆਂ ਚੀਜ਼ਾਂ ਤੁਹਾਡੀਆਂ ਫਾਈਲ ਕਰਦੀ ਹੈ। ਅਤੇ ਇਹ ਕਹਿਣ ਦਾ ਮਤਲਬ ਇਹ ਹੈਗਾ ਕਿ ਆਲਰੇਡੀ ਬੜਾ ਜ਼ਿਆਦਾ ਇੱਕ ਕੰਪੈਟੀਟਿਵ ਪ੍ਰੋਸੈਸ ਸੀਗਾ, ਅਤੇ ਬੜੇ ਜ਼ਿਆਦਾ ਕੈਪੇਬਲ ਲੋਕ ਇਹਦੇ ਵਿੱਚ ਜਿਹੜੇ ਕਿ ਡਿਗਰੀ ਵਾਲੇ ਬੜੇ ਵੈਟ ਕਰਕੇ ਕੰਪਨੀਆਂ ਹਾਇਰ ਕਰਦੀਆਂ ਸੀਗੀਆਂ, ਫਿਰ ਉਹ ਉਹਨਾਂ 'ਤੇ ਪੈਸੇ ਖਰਚ ਕੇ ਸਪੋਂਸਰ ਕਰਦੀਆਂ ਸੀਗੀਆਂ। ਹੁਣ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ 2 ਮੁੱਖ ਚੇਂਜਾਂ ਕੀਤੀਆਂ। ਪਹਿਲਾਂ ਤਾਂ ਇਹਨਾਂ ਨੇ ਜਿਹੜੀ ਉਹਨਾਂ ਦੀ ਵੇਜ ਸੀਗੀ, ਕਈ ਜਗ੍ਹਾ ਜਿੱਦਾਂ ਫੋਰ ਐਗਜ਼ਾਮਪਲ ਸਿਲੀਕਨ ਵੈਲੀ ਦੇ ਵਿੱਚ ਉਹਨਾਂ ਨੇ ਉਹਦੀ ਜਿਹੜੀ ਵੇਜ ਡੇਟਾ ਸੀਗਾ ਉਹਦੇ ਵਿੱਚ ਇੰਟਰਵੀਨ ਕੀਤਾ। ਉਹਨਾਂ ਨੇ ਕਿਹਾ ਕਿ ਤੁਸੀਂ ਇਹਨਾਂ ਨੂੰ 2,08,000 ਤਨਖਾਹ ਦਿਓ ਮਿਨੀਮਮ ਜੇ ਤੁਸੀਂ H1B ਫਾਈਲ ਕਰਨਾ। 2,08,000 ਤਾਂ US ਸਿਟੀਜ਼ਨ ਦੀ ਵੀ ਕਈ ਕੇਸਾਂ ਦੇ ਵਿੱਚ ਤਨਖਾਹ ਨਹੀਂ ਹੁੰਦੀ, ਇਮੀਗ੍ਰੈਂਟ ਨੂੰ ਕੌਣ ਸਪੋਂਸਰ ਕਰੂਗਾ। ਬਿਲਕੁਲ। ਅਤੇ ਉਸ ਤੋਂ ਇਲਾਵਾ ਫਿਰ ਜੇ ਤੁਸੀਂ ਇਹ ਤਨਖਾਹ ਨਹੀਂ ਦੇ ਸਕਦੇ ਹੋ ਤਾਂ ਜਿਹੜਾ ਇੰਪਲੋਇਰ ਆ ਉਹਨੂੰ ਪ੍ਰਾਈਵੇਟ ਵੇਜ ਸਰਵੇ ਵਗੈਰਾ ਕਰਨੇ ਪੈਂਦੇ ਨੇ, ਜਿਹੜੇ ਤੁਹਾਨੂੰ ਮੁੱਲ ਖਰੀਦਣੇ ਪੈਂਦੇ ਨੇ, ਅਤੇ ਜਿਹਨੂੰ ਲੈਣ ਦੇ ਵਿੱਚ ਤੁਹਾਨੂੰ ਟਾਈਮ ਲੱਗ ਜਾਂਦਾ। ਕਈ ਵਾਰੀ ਸਰਵੇ ਵਗੈਰਾ ਅਵੇਲੇਬਲ ਨਹੀਂ ਹੁੰਦੇ, ਅਤੇ ਜਿੱਦਾਂ ਕੰਪਨੀ ਨੂੰ ਹੁਣ ਜੇ ਬੰਦਾ ਚਾਹੀਦਾ ਹੁੰਦਾ ਉਹਨਾਂ ਨੂੰ 7 ਤੋਂ 10 ਦਿਨ ਦੇ ਅੰਦਰ ਅੰਦਰ ਉਹਨਾਂ ਨੂੰ ਹਾਇਰਿੰਗ ਕਰਨੀ ਪੈਂਦੀ ਹੈ। ਜਦੋਂ ਇਹ ਸਾਰਾ ਡਿਲੇ ਹੋ ਗਿਆ ਕਿ ਇੱਕ ਵਰਕਰ ਤੁਸੀਂ ਹਾਇਰ ਨਹੀਂ ਕਰ ਸਕਦੇ ਹੋ 1 ਮਹੀਨੇ ਤੱਕ, ਅਤੇ ਉਹਦੇ ਨਾਲ ਫਿਰ ਜਿਹੜੀ ਕੰਪਨੀ ਆ ਉਹ ਕਹਿੰਦੀਆਂ ਕਿ ਛੱਡੋ H1B ਵਾਲੇ ਰਾਹ 'ਚ ਕੀ ਪੈਣਾ। ਕਈ ਛੋਟੇ ਇੰਪਲੋਇਰ ਹਟ ਜਾਂਦੇ ਨੇ। ਇਹ ਜਿਹੜੀਆਂ 2 ਉਹਨਾਂ ਦੀਆਂ ਮੁੱਖ ਚੀਜ਼ਾਂ ਸੀਗੀਆਂ। ਤੀਜੀ ਚੇਂਜ ਉਹਨਾਂ ਦੀ ਇਹ ਸੀਗੀ ਕਿ ਜਿਹੜੇ ਉਹ ਕਹਿੰਦੇ ਸੀਗੇ ਕਿ ਜਿੱਦਾਂ ਕਿਸੇ ਨੇ ਇਲੈਕਟ੍ਰੋਨਿਕਸ ਕੀਤੀ ਹੈ ਜਾਂ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੈ, ਉਹ ਕਹਿੰਦੇ ਕਿ ਤੁਸੀਂ ਸਿਰਫ ਉਸੇ ਫੀਲਡ 'ਚ ਕੰਮ ਕਰ ਸਕਦੇ ਹੋ, ਤੁਸੀਂ ਸੌਫਟਵੇਅਰ ਇੰਜੀਨੀਅਰਿੰਗ 'ਚ ਕੰਮ ਨਹੀਂ ਕਰ ਸਕਦੇ। ਨੈਰੋ ਕਰਨ ਦੀ ਕੋਸ਼ਿਸ਼ ਕੀਤੀ ਬੜੀ ਜ਼ਿਆਦਾ। ਇਹ ਜਿਹੜੇ ਹੁਣ ਲਾਜ਼ ਹੈਗੇ ਨੇ ਇਹ ਇਫੈਕਟ 'ਚ ਜਾਣੇ ਸੀਗੇ December 7-8 ਨੂੰ, ਅਤੇ ਇਹਦੇ ਵਿੱਚ ਹੁਣ ਕੋਰਟਸ ਨੇ ਇੰਟਰਵੀਨ ਕਰਤਾ। ਕੋਰਟ ਨੇ ਬੇਸਿਕਲੀ ਇਹ ਉਹਨਾਂ ਨੇ ਇਹ ਦੱਸਿਆ ਕਿ ਅੱਛਾ ਮੇਨ ਜਿਹੜਾ ਇਹ ਸੀਗਾ ਕਿ ਟਰੰਪ ਐਡਮਿਨਿਸਟ੍ਰੇਸ਼ਨ ਕੋਲ ਟਾਈਮ ਨਹੀਂ ਸੀਗਾ ਹੁਣ ਸਾਰਾ ਜਿਹੜਾ ਪ੍ਰੋਪਰ ਸਟੈਂਡਰਡ ਰੂਲ ਮੇਕਿੰਗ ਦਾ, ਅਤੇ ਉਹਨਾਂ ਨੇ ਫਟਾਫਟ ਇਹਨੂੰ ਕਰਨ ਦੀ ਕੋਸ਼ਿਸ਼ ਕੀਤੀ ਵਿਦਆਊਟ ਪੋਸਟਿੰਗ ਵਾਲਾ ਸਾਰਾ। ਅਤੇ ਹੁਣ ਜਿਹੜਾ ਕੋਰਟ ਸੀਗਾ ਉਹਦੇ ਕੋਲ ਇਹ ਮੁੱਦਾ ਸੀਗਾ ਕਿ ਤੁਹਾਡੇ ਕੋਲ ਇਨਫ ਰੀਜ਼ਨ ਸੀਗੇ ਕਿ ਤੁਸੀਂ ਉਹ ਬਾਈਪਾਸ ਕਰ ਸਕਦੇ ਹੋ ਸਟੈਪ, ਕਿ ਤੁਹਾਨੂੰ ਪ੍ਰੋਪਰ ਕਾਨੂੰਨ ਦੇ। ਅਤੇ ਉਸ ਗੱਲ ਦੇ ਵਿੱਚ ਬਹਿਸ ਹੋਈ ਉਹਨਾਂ ਦੀ। ਜਿਹੜੇ ਦੇ ਪਲੇਂਟਿਸ ਸੀਗੇ ਜਿਨ੍ਹਾਂ ਨੇ ਕੇਸ ਕੀਤਾ ਸੀਗਾ ਉਹ ਕਾਫੀ ਸਾਰੀਆਂ ਮੁੱਖ ਜਿੱਦਾਂ ਯੂਨੀਵਰਸਿਟੀ ਸੀਗੀਆਂ, ਹਾਰਵਰਡ, ਸਟੈਨਫੋਰਡ, ਉਸ ਲੈਵਲ ਦੀਆਂ, ਅਤੇ ਨਾਲ US ਚੈਂਬਰ ਆਫ ਕਮਰਸ ਸੀਗਾ। ਉਹਨਾਂ ਨੇ ਬੇਸਿਕਲੀ ਇੰਜੰਕਸ਼ਨ ਫਾਈਲ ਕੀਤੀ ਕਿ ਇਹ ਜਿਹੜਾ ਐਡਮਿਨਿਸਟ੍ਰੇਟਿਵ ਪ੍ਰੋਸੀਜਰਸ ਐਕਟ ਹੈਗਾ, ਇਹਦੇ ਬਾਰੇ ਆਪਾਂ ਕਈ ਵਾਰੀ ਗੱਲ ਕਰ ਚੁੱਕੇ ਆਪਣੇ ਸ਼ੋਅ 'ਤੇ, ਕਿ ਐਡਮਿਨਿਸਟ੍ਰੇਟਿਵ ਪ੍ਰੋਸੀਜਰਸ ਐਕਟ ਇਹ ਹੈਗਾ ਕਿ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਲਾਅ ਤੁਸੀਂ ਪਾਸ ਕਰਨੇ ਆ। ਜੇ ਤੁਸੀਂ ਨਹੀਂ ਪਾਸ ਕਰਦੇ ਹੋ ਤਾਂ ਉਹ ਕੋਰਟ ਦੇ ਵਿੱਚ ਚੈਲੰਜ ਹੋ ਸਕਦੇ ਨੇ APA ਦੇ ਥੱਲੇ, ਹੈ ਨਾ। ਅਤੇ ਜਿਹੜਾ ਸੀਗਾ ਫਿਰ ਜਿਹੜਾ ਬਿਜ਼ਨਸ ਅਤੇ ਯੂਨੀਵਰਸਿਟੀ ਅਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਹ ਡਿਸਪਿਊਟ ਸੀਗਾ ਕਿ ਕਰੋਨਾ ਵਾਇਰਸ ਦੇ ਕਰਕੇ ਕੀ ਸਾਡੀ ਜਿਹੜੀ ਇਕਨੋਮਿਕ ਸਿਚੁਏਸ਼ਨ ਹੈਗੀ ਹੈ ਉਹ ਇਸ ਲੈਵਲ 'ਤੇ ਡਿੱਗੀ ਹੈਗੀ ਹੈ
ਕਿ ਸਾਨੂੰ ਇੱਦਾਂ ਦੀਆਂ H1B ਵੀਜ਼ਾ 'ਤੇ ਰਿਸਟ੍ਰਿਕਸ਼ਨਸ ਲਾਉਣੀਆਂ ਪੈਣ। ਹੂੰ ਫਿਲਹਾਲ ਜਿਹੜੀ ਹਾਈਟੈਕ ਇਮੀਗ੍ਰੇਸ਼ਨ ਸੀਗੀ ਉਹ ਤਾਂ ਉੱਪਰ ਹੀ ਜਾ ਰਹੀ ਸੀਗੀ, ਜੋਬ ਹਾਇਰਿੰਗ ਵਗੈਰਾ ਉਹਦੇ ਵਿੱਚ ਕੋਈ ਹੂੰ ਫਰਕ ਨਹੀਂ ਪਿਆ ਸੀ ਕਿਉਂਕਿ ਉਹ ਰਿਮੋਟਲੀ ਕੰਮ ਕਰ ਸਕਦੇ ਸੀਗੇ। ਅਤੇ ਇਸ ਲਈ ਕੋਰਟ ਨੇ ਇਹ ਫੈਸਲਾ ਦਿੱਤਾ ਕਿ ਨਹੀਂ, ਇਕਨੋਮਿਕ ਸਿਚੁਏਸ਼ਨ US ਦੀ ਮਾੜੀ ਨਹੀਂ ਹੋਈ, ਤੁਸੀਂ ਇਹ ਵਾਲੇ ਲਾਅ ਨੂੰ ਪ੍ਰੋਪਰ ਤਰੀਕੇ ਨਾਲ ਹੀ ਤੁਹਾਨੂੰ ਪਾਸ ਕਰਨਾ ਪੈਣਾ, ਤੁਸੀਂ ਸ਼ਾਰਟਕਟ ਨਹੀਂ ਲੈ ਸਕਦੇ। ਨਹੀਂ ਲੈ ਅਤੇ ਸਕਦੇ। ਫਿਲਹਾਲ ਇਹਦੇ ਉੱਤੇ ਇੰਜੰਕਸ਼ਨ ਹੈ। ਕਹਿਣ ਦਾ ਮਤਲਬ ਹੈ ਕਿ ਬਿਜ਼ਨਸਿਸ ਫਿਲਹਾਲ ਟੈਂਪਰੇਰੀ ਜਿੱਤ ਗਏ ਨੇ ਅਤੇ ਹੁਣ ਇਹ ਜਿਹੜਾ ਲਾਅ ਆ ਦਸੰਬਰ 7 ਤੇ 8 ਪਰ ਨੂੰ ਕਿਹਾ ਨਹੀਂ ਜਾ ਸਕਦਾ ਵੀ ਹੋਣਾ ਕੀ ਆਉਣ ਵਾਲੇ ਸਮੇਂ 'ਚ। ਵੀ ਕੀ ਪ੍ਰਸ਼ਾਸਨ ਇਸ ਦੇ ਖਿਲਾਫ ਹੋਰ ਉਚਲੀ ਅਦਾਲਤ ਵਿੱਚ ਜਾਣ ਦੀ ਸੋਚ ਰਹੇ ਨੇ ਕਿ ਨਹੀਂ ਸੋਚਣਗੇ? ਕਿਉਂਕਿ ਇੰਜੰਕਸ਼ਨ ਦਾ ਮਤਲਬ ਕੀ ਹੈਗਾ ਕਿ ਰੋਕ ਲਾਤੀ, ਜੇ ਜਾਣਾ ਉਹਨਾਂ ਨੇ ਜਾਓ, ਪਰ ਦਸੰਬਰ ਤੋਂ ਬਾਅਦ ਤਾਂ ਵੈਸੇ ਹੀ ਉਹਨਾਂ ਦਾ ਕਾਰਜਕਾਲ ਮੁੱਕ ਜਾਣਾ। ਹਾਂਜੀ ਜੀ, ਉਸ ਤੋਂ ਬਾਅਦ ਕੁਛ ਕੁ ਮਹੀਨੇ ਜਿਹੜਾ ਆ ਜਨਵਰੀ ਤੱਕ ਹੀ ਜਿਹੜਾ ਉਹ ਰਹਿਣਾ ਆ। ਸੋ ਮਹੀਨਾ ਕੁ ਉਹਨਾਂ ਦੇ ਕੋਲ ਰਹੂਗਾ। ਸੋ ਉਹ ਦੇਖਣ ਵਾਲਾ ਹੋਊਗਾ ਵੀ ਜਿਹਦੇ 'ਤੇ ਇੰਜੈਕਸ਼ਨ ਜਿੱਦਾਂ ਇਹ ਤੁਸੀਂ ਕਹਿੰਦੇ ਵੀ ਲਾ ਦਿੱਤੀ ਗਈ ਆ, ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਜਿਹੜਾ ਵੀ ਪ੍ਰਸ਼ਾਸਨ ਜਿਹੜਾ ਆਉਂਦਾ ਆ, ਕੀ ਇਸ ਨੂੰ ਪਰਸਿਊ ਕਰਨਾ, ਅੱਗੇ ਲੈ ਕੇ ਜਾਣਾ ਜਾਂ ਨਹੀਂ ਲੈ ਕੇ ਜਾਣਾ, ਇਹ ਉਹਨਾਂ ਦੇ ਹੱਕ ਦੇ ਵਿੱਚ ਹੁੰਦਾ, ਉਹਨਾਂ ਦੀ ਮਰਜ਼ੀ ਹੁੰਦੀ, ਉਹ ਵਾਪਸ ਵੀ ਲੈ ਸਕਦੇ ਨੇ ਇਹਨੂੰ। ਵਾਪਸ ਵੀ ਲੈ ਸਕਦੇ ਨੇ, ਜਾਂ ਫਿਰ ਉਹਨਾਂ ਨੇ ਜਿੱਦਾਂ ਆਪਣਾ ਜਿਹੜਾ ਅਟਰਨੀ ਅਪਾਇੰਟ ਕਰਨਾ ਹੈ, ਬਾਈਡਨ ਨੂੰ ਕਹੋਗੇ ਕਿ ਤੁਸੀਂ ਇਹਨੂੰ ਪਰਸੂ ਨਾ ਕਰੋ, ਰਹਿਣ ਤੋਂ ਹਾਂ ਡ੍ਰੌਪ ਕਰ ਦਿਓ ਅੱਗੇ ਬੇਸਿਕਲੀ। ਨੌਨ ਐਕਸ਼ਨ ਇਸ ਦੇ ਉੱਤੇ ਕਰ ਦਿਓ ਵੀ ਕੋਈ ਵੀ ਜਿਹੜੀ ਕਾਰਵਾਈ ਉਹ ਕਰਨ ਦੀ ਤੁਹਾਨੂੰ ਇਸ ਦੇ ਉੱਤੇ ਜ਼ਰੂਰਤ ਨਹੀਂ ਹੈਗੀ। ਸੋ ਬਿਲਕੁਲ ਸਰੋਤਿਓ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ ਆ, ਜੋ ਕੁਛ ਵੀ ਆ ਇਹ ਜ਼ਰੂਰ ਹੋਊਗਾ। ਹੁਣ ਜਗਵੀਰ ਜੀ ਵੀ ਸ਼ਾਇਦ ਬਾਈਡਨ ਕਾਰਜਕਾਲ ਦੇ ਦੌਰਾਨ ਇਮੀਗ੍ਰੇਸ਼ਨ ਨੂੰ ਲੈ ਕੇ ਇੰਨੀਆਂ ਜਿਹੜੀਆਂ ਤੜਥੱਲੀ ਭਰਪੂਰ ਖਬਰਾਂ ਸੀਗੀਆਂ ਉੱਦਾਂ ਦੀਆਂ ਨਾ ਆਉਣ, ਪਰ ਕਿਹਾ ਨਹੀਂ ਜਾ ਸਕਦਾ ਕਿਉਂਕਿ ਇਹ ਉਸੇ ਕਾਰਜਕਾਲ ਦੇ ਵਿੱਚੋਂ ਆਏ ਨੇ ਜਿਨ੍ਹਾਂ ਨੇ ਰਿਕਾਰਡ ਤੋੜ ਡੈਪੂਟੇਸ਼ਨ ਜਿਹੜੀਆਂ ਕੀਤੀਆਂ ਨੇ। ਰੌਲਾ ਜਿਹੜਾ ਟਰੰਪ ਦੇ ਵੇਲੇ ਜ਼ਿਆਦਾ ਪਿਆ ਆ, ਪਰ ਸਭ ਤੋਂ ਜ਼ਿਆਦਾ ਆંકੜਿਆਂ ਦੇ ਮੁਤਾਬਕ ਜਿਹੜੇ ਡੈਪੂਟੇਸ਼ਨਸ ਆ ਉਹ ਓਬਾਮਾ ਕਾਰਜਕਾਲ ਦੇ ਦੌਰਾਨ ਹੋਈਆਂ, ਜਦੋਂ ਬਾਈਡਨ ਵੀ ਨਾਲ ਹੀ ਸੀਗੇ। ਜੀ ਸੋ ਉਹ ਦੇਖਣਾ ਹੋਊਗਾ ਵੀ ਉਹ ਉਸ ਦੇ ਉੱਤੇ ਕੈਪ ਲਾ ਸਕਦੇ ਆ ਜਾਂ ਕੀ ਕਰਦੇ ਨੇ, ਕਿਵੇਂ ਜਿਹੜਾ ਉਹ ਸਾਰਾ ਕੁਝ ਹੋਊਗਾ। ਇਹ ਦੇਖਣ ਵਾਲੀ ਆ। ਇਹ ਜੇ ਇੱਦਾਂ ਵੀ ਆਈ ਥਿੰਕ ਮੰਨਣਾ ਸਾਰਿਆਂ ਦੇ ਲਈ ਔਖਾ ਹੋਊਗਾ ਵੀ ਹਾਂ ਜੀ, ਜੇ ਬਾਈਡਨ ਆ ਗਿਆ ਤਾਂ ਹੁਣ ਸਮਝ ਲਓ ਵੀ ਸਾਰੇ ਰਾਹ ਹੀ ਖੁੱਲ੍ਹ ਗਏ ਆ, ਪਰ ਨਹੀਂ, ਉਹਨਾਂ ਨੇ ਇਨ ਦੀ ਐਂਡ ਤੇ ਲਾਅ ਆਫ ਦਾ ਲੈਂਡ ਉਸ ਨੂੰ ਜਿਹੜਾ ਫੋਲੋ ਕਰਨਾ ਹੀ ਪੈਣਾ। ਉਹ ਤਾਂ ਕਰਨਾ ਹੀ ਪੈਣਾ। ਹਾਂਜੀ, ਕਿਉਂਕਿ ਤੁਸੀਂ ਜਿੱਦਾਂ ਇਲੈਕਸ਼ਨਸ 'ਤੇ ਦੇਖਿਆ ਕਿ ਜਿਹੜੀ ਫਾਈਟ ਸੀਗੀ, ਜਿਹੜੇ ਜਿੱਤੇ ਸੀਗੇ ਉੱਪਰ ਨਾਰਥ ਈਸਟ ਸਟੇਟਾਂ, ਸਵਿੰਗ ਸਟੇਟਸ ਜਿਹੜੇ ਜਿੱਤੇ ਸੀਗੇ, ਹੁਣ ਸਵਿੰਗ ਸਟੇਟਸ 'ਚ ਜਾ ਕੇ ਤੁਸੀਂ ਇਹ ਐਲਾਨ ਨਹੀਂ ਕਰ ਸਕਦੇ ਕਿ ਸਾਰੇ ਇਮੀਗ੍ਰੈਂਟ ਪੱਕੇ ਕਰ ਦੇਣੇ, ਕਿਉਂਕਿ ਫਿਰ ਤੁਹਾਡੀ ਉਹਨਾਂ ਵੀ ਵੋਟ ਟੁੱਟਦੀ ਹੈ। ਅਗਲੇ ਰੌਲਾ ਹੀ ਪਿਛਲੀ ਵਾਰੀ ਜਦੋਂ ਇਲੈਕਸ਼ਨ ਸੀਗੀਆਂ ਉਦੋਂ ਜੌਬਸ ਦਾ ਸੀਗਾ ਰੌਲਾ ਵੀ ਸਾਡੀਆਂ ਜੌਬਸ ਤਾਂ ਬਾਹਰਲੇ ਮੁਲਕਾਂ 'ਚ ਚਲੇ ਗਈਆਂ। ਆਲਰੇਡੀ ਇਹ ਇੱਕ ਕਿਆਸਰਾਈ ਇਹ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਧਾਰਨਾ ਤਾਂ ਹੈਗੀ ਆ ਵੀ ਜੇ ਇਮੀਗ੍ਰੈਂਟ ਆ ਕੇ ਤਾਂ ਉਹਨਾਂ ਨੇ ਸ਼ਾਇਦ ਸਾਡੀਆਂ ਜਿਹੜੀਆਂ ਜੌਬਾਂ ਖੋਹ ਲੈਣੀਆਂ, ਪਰ ਉਹ ਇਹ ਨਹੀਂ ਦੇਖਦੇ ਵੀ ਇਨ ਦੀ ਐਂਡ ਤੇ ਜਿਹੜਾ ਹਾਇਰ ਕਰਨ ਵਾਲਾ ਹੈ ਉਹ ਦੇਖਦਾ ਹੈ ਨਾ ਵੀ ਕਿਹਨੂੰ ਉਹਨੇ ਹਾਇਰ ਕਰਨਾ, ਵੀ ਇਮੀਗ੍ਰੈਂਟ ਨੂੰ ਕਰਨਾ ਕਿ ਅਮਰੀਕਨ ਨੂੰ ਜਿਹੜਾ ਉਹਨਾਂ ਨੇ ਹਾਇਰ ਕਰਨਾ। ਜੀ, ਜਿਹੜਾ ਸਾਊਥ ਵੈਸਟ ਬਲਾਕ, ਮੇਰੀ ਟੇਕ ਸਾਰੀ ਇਲੈਕਸ਼ਨ ਤੋਂ ਇਹ ਸੀਗੀ ਕਿ ਜਿਹੜਾ ਸਾਊਥ ਵੈਸਟ ਬਲਾਕ ਹੈਗਾ, ਐਰੀਜ਼ੋਨਾ, ਕੈਲੀਫੋਰਨੀਆ, ਨੇਵਾਡਾ, ਜਿਹੜੇ ਵੀ ਨਿਊ ਮੈਕਸੀਕੋ, ਈਵਨ ਜਿਹੜੇ ਇਹ ਵਾਲੇ ਸਾਰੇ ਪਾਰਟ ਸੀਗੇ, ਤੁਸੀਂ ਦੇਖੋ ਕਿ ਜਦੋਂ ਜੋ ਬਾਈਡਨ ਦੀ ਅਤੇ ਬਰਨੀ ਸੈਂਡਰਸ ਦੀ ਰੇਸ ਹੋਈ ਸੀਗੀ, ਬਰਨੀ ਸੈਂਡਰਸ ਬੜੀ ਹਾਈ ਪ੍ਰਪੋਰਸ਼ਨ ਨਾਲ ਜਿੱਤੇ ਸੀਗੇ ਇੱਥੋਂ ਦੀ, ਕਿਉਂਕਿ ਉਹਨਾਂ ਦਾ ਬੜਾ ਜ਼ਿਆਦਾ ਸੌਫਟਵੇਅਰ ਇਮੀਗ੍ਰੇਸ਼ਨ ਸਟੈਂਡ ਸੀਗਾ। ਫਿਰ ਹੁਣ ਜਦੋਂ ਬਾਈਡਨ 'ਤੇ ਆਇਆ ਅਤੇ ਬਰਨੀ ਸੈਂਡਰਸ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਵਾਲਾ ਮੈਸੇਜ ਰਿਪੀਟ ਕਰੋ ਤਾਂ ਕਿ ਤੁਹਾਨੂੰ ਇਹ ਸਾਰੀਆਂ ਸਟੇਟਸ ਤੋਂ ਵੋਟ ਮਿਲੇ, ਨੇਵਾਡਾ ਵਗੈਰਾ ਤੋਂ। ਪਰ ਹੁਣ ਜਦੋਂ ਜਿਹੜੀ ਬਾਈਡਨ ਦੀ ਪੋਲੀਟਿਕਸ ਸੀਗੀ ਉਹ ਕੀ ਸੀਗੀ ਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਜਿਹੜੀ ਫਾਈਟ ਹੋਣੀ ਹੈ ਉੱਤੇ ਸਵਿੰਗ ਸਟੇਟਸ ਦੇ ਉੱਤੇ, ਪੈਂਸਿਲਵੇਨੀਆ, ਮਿਸ਼ੀਗਨ, ਇੱਧਰਲੇ ਪਾਸੇ ਹੋਣੀ ਹੈ। ਉਹਨੇ ਫਿਰ ਇੰਨਾ ਜ਼ਿਆਦਾ ਸਟਰੋਂਗ ਮੈਸੇਜ ਨਹੀਂ ਦਿੱਤਾ, ਫੋਕਸ ਇੰਨਾ ਨਹੀਂ ਕੀਤਾ। ਫਿਰ ਤੁਸੀਂ ਦੇਖਿਆ ਕਿ ਨੇਵਾਡਾ ਅਤੇ ਐਰੀਜ਼ੋਨਾ ਕਾਫੀ ਦੇਰ ਲਟਕੇ ਰਹੇ, 50-50 ਦੇ ਕਾਫੀ ਨਾਲ ਚੱਲਿਆ, ਪਰ ਉਹਨਾਂ ਨੇ ਆਪਣੀ ਕੈਲਕੂਲੇਸ਼ਨ ਕੀਤੀ ਕਿ ਟਰੰਪ ਨੇ ਇਮੀਗ੍ਰੈਂਟਸ ਨਾਲ ਬੜਾ ਮਾੜਾ ਕੀਤਾ, ਇਸ ਲਈ ਸਾਨੂੰ ਨਾ ਇਮੀਗ੍ਰੈਂਟਸ ਨੂੰ ਐਡੇ ਜ਼ਿਆਦਾ ਕੋਈ ਬੈਨੀਫਿਟ ਦੇਣ ਦੀ ਲੋੜ ਨਹੀਂ ਪੈਣੀ, ਸਾਨੂੰ ਬਸ ਇਹ ਕਹਿਣਾ ਕਿ ਆਪਾਂ ਇੱਦਾਂ ਨਹੀਂ ਕਰਾਂਗੇ। ਤੇ ਉਹਨਾਂ ਨੇ ਇੱਕ ਮੋਡਰੇਟ ਜਿਹਾ ਸਟੈਂਡ ਆਪਣਾ ਚੱਕਿਆ, ਜਿਸ ਕਰਕੇ ਉਹ ਸਟੇਟਾਂ ਜਿਹੜੀਆਂ ਫਲਿੱਪ ਕਰਨ ਦੇ ਵਿੱਚ ਮੋਡਰੇਟ ਸਟੈਂਡ ਕਈ ਵਾਰੀ ਵਧੀਆ, ਮਤਲਬ ਇਹ ਮੁੱਖ ਦੀ ਗੱਲ ਇੱਥੇ ਹੈ ਕਿ ਉਹ ਕੋਈ ਨਵੇਂ ਲਾਅ ਇੱਦਾਂ ਦੇ ਪਾਸ ਨਹੀਂ ਕਰੂਗੇ ਕਿ ਬਾਰਡਰ ਤੋਂ ਹੀ ਜਿੱਦਾਂ ਵਾਪਸ ਮੋੜ ਤਾਂ ਉਸ ਲੈਵਲ ਤੱਕ ਨਹੀਂ ਜਾਊਗੇ, ਪਰ ਕੀ ਉਹ ਖੁੱਲ੍ਹ ਦਊਗੇ, ਛੋਟ ਦਊਗੇ, ਉਹਦਾ ਨਹੀਂ ਕੁਛ ਕਿਹਾ ਜਾ ਸਕਦਾ। ਉਹ ਤਾਂ ਪੋਲੀਟਿਕਸ ਦੇਖਣ ਵਾਲੀ ਗੱਲ ਰਹੂਗੀ ਵੀ ਐਮਨੈਸਟੀ ਨੂੰ ਲੈ ਕੇ ਕਿੱਦਾਂ ਦੀਆਂ ਚਰਚਾਵਾਂ ਚੱਲਦੀਆਂ, ਪਰ ਆਈ ਥਿੰਕ ਇਹ ਸੋਚਣਾ ਵੀ ਸ਼ਾਇਦ ਆਉਂਦੀਆਂ ਪਹਿਲੇ 100 ਦਿਨਾਂ ਦੇ ਵਿੱਚ ਸਾਰਿਆਂ ਨੂੰ ਪੱਕੇ ਕਰਨ ਦੀ ਗੱਲ ਹੋਊਗੀ। ਆਈ ਥਿੰਕ ਇਹ ਬਹੁਤ ਵੱਡੀ ਚੈਲੰਜ ਉਹਨਾਂ ਦੇ ਮੂਹਰੇ ਵੀ ਹੈਗਾ। ਨਾਲੇ ਅਜੇ ਸੈਨੇਟ ਡਿਸਾਈਡ ਨਹੀਂ ਆ, 2 ਜਿਹੜੀਆਂ ਸੈਨੇਟ ਦੀਆਂ ਸੀਟਾਂ ਉਹ ਡਿਸਾਈਡਿੰਗ ਪਈਆਂ ਨੇ। ਰਨ ਆਫ ਇਲੈਕਸ਼ਨ ਆਉਂਦੇ ਜਿਹੜੇ ਆ ਸਾਲ ਦੇ ਵਿੱਚ ਜਨਵਰੀ ਦੇ ਵਿੱਚ ਆਉਣ ਜਾ ਰਹੀਆਂ ਆ। ਸੋ ਉਸਨੇ ਕਾਫੀ ਕੁਛ ਡਿਸਾਈਡ ਕਰਨਾ ਵੀ ਬਾਈਡਨ ਦਾ ਜਿਹੜਾ ਕਾਰਜਕਾਲ ਆ ਉਹ ਕਿੱਦਾਂ ਦਾ ਜਿਹੜਾ ਉਸ ਦੇ ਵਿੱਚ
ਰਹਿ ਸਕਦਾ ਹੈਗਾ ਆ। ਜੀ ਤੇ ਇੱਕ ਆਪਾਂ ਗੱਲਬਾਤ ਜੇ ਕਰਦੇ ਜਾਈਏ, ਪਿਛਲੀ ਦੀ ਵੀ ਆਪਾਂ ਨੂੰ ਕਾਫੀ ਜਿਹੜਾ ਯੂ ਵੀਜ਼ਾ ਦੇ ਬਾਰੇ ਜਿਹੜਾ ਉਹ ਪੁੱਛਿਆ ਜਾਂਦਾ ਸੀਗਾ। ਜੀ ਸੋ ਯੂ ਵੀਜ਼ਾ ਤੇ ਆਈ ਥਿੰਕ ਸਾਲ ਦੇ ਵਿੱਚ ਉਹਨਾਂ ਨੇ 10,000 ਜਿਹੜੇ ਲੋਕਾਂ ਨੂੰ ਗ੍ਰੀਨ ਕਾਰਡ ਉਸ ਦੇ ਵਿੱਚ ਦਿੰਦੇ ਆ। ਜੀ ਸੋ ਆਂਕੜੇ ਕੀ ਆਂਦੇ ਆ, ਕਿੰਨੇ ਕੁ ਲੋਕਾਂ ਨੇ ਹੁਣ ਤੱਕ ਜਿਹੜੇ ਫਾਈਲ ਕੀਤੇ ਹੋਏ ਨੇ? ਪਹਿਲਾਂ ਦੱਸ ਦਈਏ ਕਿ ਜਿੱਦਾਂ ਯੂ ਵੀਜ਼ੇ ਦੇ 10,000 ਵੀਜ਼ਾ ਮਿਲਦੇ ਨੇ ਹਰ ਸਾਲ ਜੀ ਗ੍ਰੀਨ ਕਾਰਡ। ਹਰੇਕ ਜਿਹੜੀ ਵੀਜ਼ਾ ਹੁੰਦੀ ਹੈ ਉਹਦੀ ਕੈਟਾਗਰੀ ਹੁੰਦੀ ਹੈ। ਲੋਕੀ ਜੀ ਪੁੱਛਦੇ ਨੇ ਕਿ ਕੈਲਕੂਲੇਸ਼ਨ ਕਿਸ ਹਿਸਾਬ ਨਾਲ ਹੁੰਦੀ ਹੈ। ਕੈਲਕੂਲੇਸ਼ਨ ਕਰਨੀ ਤਾਂ ਇਹਦੀ ਹੈਗੀ ਇੰਪੋਸੀਬਲ। ਠੀਕ ਹੈ। ਉਹ ਕੀ ਕਰੂਗੇ ਕਿ ਉਹ ਤੁਹਾਡੇ ਯੂ ਵੀਜ਼ੇ ਜਿੰਨੇ ਫਾਈਲ ਕੀਤੇ ਨੇ ਉਹਨਾਂ ਨੇ ਯੂ ਵੀਜ਼ੇ ਅਪਰੂਵ ਕਰੀ ਜਾਣੇ ਨੇ, ਪਰ ਉਹਨਾਂ ਨੂੰ ਐਕਚੁਅਲ ਦੇ ਵਿੱਚ ਜਿਹੜਾ ਗ੍ਰੀਨ ਕਾਰਡ ਹੈ ਉਹ ਨਹੀਂ ਮਿਲ ਸਕਦਾ, ਕਿਉਂਕਿ ਉਹ ਨੰਬਰ ਜਿਹੜੇ ਉਹਨਾਂ ਦੇ ਲਿਮਿਟਿਡ ਹੈ। ਠੀਕ ਹੈ। ਹੁਣ ਜਿਹੜੇ ਆંકੜੇ ਆਪਾਂ ਕੱਢੇ ਆ ਉਹ ਇਹ ਹੈਗਾ ਕਿ 2009 ਤੋਂ ਲੈ ਕੇ ਹੁਣ ਤੱਕ 2020 ਤੱਕ 2009 ਵਾਲੇ ਵੀ ਕਈ ਕੇਸ ਉਹਨਾਂ ਦੇ ਪੈਂਡਿੰਗ ਪਏ ਨੇ। ਜੀ ਤੇ ਜਿਹੜਾ ਕੱਲਾ ਜਿਹੜਾ ਵਿਕਟਮ ਆਪ ਸੀਗਾ ਜਿਹੜੇ ਉਹ ਵਾਲੇ ਜੇ ਆਪਾਂ ਆંકੜਿਆਂ ਦੀ ਗੱਲ ਕਰੀਏ, ਤਕਰੀਬਨ ਉਹ 1,56,000 ਕੇਸ ਪੈਂਡਿੰਗ ਨੇ। ਜੇ ਉਹਨਾਂ ਦੇ ਹਾਂ। ਫੈਮਿਲੀ ਮੈਂਬਰ ਵੀ ਆਪਾਂ ਨਾਲ ਐਡ ਕਰ ਦਈਏ ਤੇ 2,61,000 ਕੇਸ ਪੈਂਡਿੰਗ ਨੇ। ਵਾਓ। ਤੇ ਤੇ ਇੱਕ ਗ੍ਰੀਨ ਕਾਰਡ ਉਹਨਾਂ ਨੇ 10,000 ਹੀ ਦੇਣਾ ਇੱਕ ਸਾਲ ਦੇ ਵਿੱਚ ਗ੍ਰੀਨ ਕਾਰਡ ਮੈਕਸਿਮਮ? 10,000 ਹੀ ਦੇਣਾ ਹੈ। ਤੇ ਹੁਣ ਜਿਹੜੇ ਡਿਲੇ ਤਕਰੀਬਨ ਮੇਰੇ ਜੇ ਮੈਂ ਅੰਦਾਜ਼ਾ ਲਗਾਉਣਾ ਹੋਵੇ 10 ਤੋਂ 12 ਸਾਲ ਘੱਟੋ ਘੱਟ ਆਰਾਮ ਨਾਲ ਲੱਗ ਸਕਦੇ ਨੇ ਗ੍ਰੀਨ ਕਾਰਡ ਹੱਥ ਆਉਂਦੇ ਆਉਂਦੇ। ਸੋ ਬਲੱਡ ਰਿਲੇਸ਼ਨ ਵਾਲੇ ਕਾਈਂਡ ਆਫ ਉਹ ਹਾਂਜੀ ਉਹ ਵਾਲੀ ਕੈਟਾਗਰੀ ਵਾਲੇ ਵਿੱਚ ਹਾਂਜੀ। ਜਿਹੜਾ ਇਹ ਪਹੁੰਚੀ ਜਾ ਪਰ ਰਿਹਾ। ਇੱਕ ਇਹਦੀ ਸਭ ਤੋਂ ਪਰ ਯੂ ਵੀਜ਼ੇ ਦੀ ਇਹ ਗੱਲ ਹੈਗੀ ਆ ਕਿ ਜਿਹੜਾ ਯੂ ਵੀਜ਼ੇ ਵਾਲਾ ਇਹਦੇ ਵਿੱਚ ਤੁਹਾਡਾ ਬਾਰਡਰ ਟੱਪਿਆ ਜਿਹੜਾ ਉਹ ਮਾਫ ਆ, ਓਕੇ। ਬਾਕੀਆਂ ਦੇ ਵਿੱਚ ਉਹ ਮਾਫ ਨਹੀਂ ਹੈਗਾ। ਮਾਫ ਨਹੀਂ ਤਾਂ ਹੈਗਾ। ਕਰਕੇ ਜਿਹੜਾ ਯੂ ਵੀਜ਼ਾ ਉਹ ਜਿਹੜੇ ਬੰਦੇ ਤੇ ਰਿਮੂਵਲ ਆਰਡਰ ਵੀ ਭਾਵੇਂ ਲੱਗਾ ਹੋਵੇ, ਜੀ ਜੀ ਜੀ, ਡਿਪੋਰਟੇਸ਼ਨ ਵੀ ਲੱਗੀ ਹੋਵੇ, ਉਹ ਵੀ ਬੰਦਾ ਪੱਕਾ ਹੋ ਸਕਦਾ। ਪੱਕਾ ਹੋ ਇਹ ਸਕਦਾ। ਹੋਰ ਬਾਕੀ ਵੀਜ਼ਿਆਂ ਨੂੰ ਉਹ ਨਹੀਂ, ਬਾਕੀਆਂ ਨੂੰ ਫਿਰ ਵੇਵਰ ਵਗੈਰਾ ਕਰਕੇ ਬਾਹਰ ਜਾ ਕੇ ਕੰਟਰੀ ਉਹ ਕਰਨਾ ਪੈਂਦਾ। ਜੀ ਹਾਂਜੀ ਇਹ ਜਿਹੜੀ ਇਸ ਚੀਜ਼ ਦੇ ਵਿੱਚ ਆ। ਤੇ ਜਦੋਂ ਆਪਾਂ USCIS ਦੀ ਵੈਬਸਾਈਟ ਤੇ ਇੱਕ ਕੇਸ ਪ੍ਰੋਸੈਸਿੰਗ ਟਾਈਮ ਦੇਖਦੇ ਆ, ਜਿੱਦਾਂ ਉਹ ਯੂ ਵੀਜ਼ੇ ਵਾਲੇ ਕਹਿੰਦੇ ਵੀ 22 ਫਰਵਰੀ 2016 ਦਾ ਚੱਲਦਾ, ਸੋ ਉਹਦਾ ਕੀ ਮਤਲਬ ਹੁੰਦਾ ਹੈ ਫਿਰ? ਉਹਦਾ ਮਤਲਬ ਇਹ ਹੁੰਦਾ ਹੈ ਕਿ ਜਿਹਨੇ ਉਸ ਤਰੀਕ ਨੂੰ ਕੇਸ ਫਾਈਲ ਕੀਤਾ ਸੀਗਾ ਉਹਦੀ ਐਪਲੀਕੇਸ਼ਨ ਡਿਸਾਈਡ ਹੋ ਰਹੀ ਹੈ ਕਿ ਗ੍ਰਾਂਟ ਕਰਨਾ ਕਿ ਨਹੀਂ ਕਰਨਾ। ਗ੍ਰਾਂਟ ਕਰਨਾ। ਸੋ 2,61,000 ਦੇ ਵਿੱਚ ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਉਹਨਾਂ ਨੇ ਸਾਰਿਆਂ ਨੂੰ ਹੀ ਦੇਣਾ ਆ, ਉਹਦੇ ਵਿੱਚ ਬਹੁਤ ਸਾਰੇ ਕੇਸ ਜਿਹੜੇ ਡਿਨਾਈ ਵੀ ਹੋ ਸਕਦੇ ਨੇ, ਰਾਈਟ? ਹਾਂਜੀ, ਇਹਦਾ ਮਤਲਬ ਹੁੰਦਾ ਜਿੱਦਾਂ ਇਹ ਕਹਿੰਦੇ ਨੇ ਡੈਫਰਡ ਐਕਸ਼ਨ। ਡੈਫਰਡ ਐਕਸ਼ਨ ਦਾ ਮਤਲਬ ਕੀ ਹੁੰਦਾ ਹੈ ਕਿ ਤੁਹਾਡੀ ਡਿਪੋਰਟੇਸ਼ਨ ਤੁਹਾਨੂੰ ਡਿਪੋਰਟ ਨਹੀਂ ਕਰੋਗੇ, ਉਹ ਡੈਫਰ ਕਰਤੀ ਡਿਪੋਰਟ। ਤੁਸੀਂ ਯੂ ਵੀਜ਼ਾ ਦੇ ਹੱਕਦਾਰ ਹੋ। ਫਿਰ ਜਦੋਂ ਤੁਹਾਡਾ ਨੰਬਰ ਆਊਗਾ ਤੁਹਾਨੂੰ ਯੂ ਵੀਜ਼ਾ ਦੇਊਗੇ। 4 ਸਾਲਾਂ ਲਈ ਤੁਹਾਨੂੰ ਯੂ ਵੀਜ਼ਾ ਮਿਲੂਗਾ। ਠੀਕ ਹੈ। 4 ਸਾਲਾਂ ਦੇ ਵਿੱਚ ਜਦੋਂ ਤੁਸੀਂ 3 ਸਾਲ ਰਹਿ ਜਾਂਦੇ ਹੋ ਯੂ ਵੀਜ਼ੇ ਤੇ, ਉਦੋਂ ਤੁਸੀਂ ਗ੍ਰੀਨ ਕਾਰਡ ਫਾਈਲ ਕਰ ਸਕਦੇ ਹੋ। ਠੀਕ ਹੈ ਜੀ ਜੀ। ਸੋ ਇਹ ਜੋ ਰਾਈਟ ਨਾਓ ਹੈਗਾ, ਸੋ ਇੱਕ ਇਹ ਵੀ ਜਿਹੜੀ ਰਾਈਟ ਨਾਓ ਜਗਵੀਰ ਜੀ ਦੇਖਿਆ ਜਾ ਰਿਹਾ ਹੈ ਵੀ ਇਹਨਾਂ ਨੇ ਦਸੰਬਰ ਦਾ ਵੀਜ਼ਾ ਬੁਲੇਟਿਨ ਐਡਵਾਂਸ ਕੀਤਾ ਹੈ। ਸੋ ਕੀ ਇਸ ਦੇ ਵਿੱਚ ਜਿਹੜੇ ਚੇਂਜਸ ਹੈਗੇ ਨੇ ਇਸ ਵਾਰ? ਜੀ, ਪਹਿਲਾਂ ਤਾਂ ਇਹਨਾਂ ਦਾ ਸਭ ਤੋਂ ਵੱਡੀ ਇਹ ਜਿਹੜੀ ਸੀਗੀ, ਸਭ ਤੋਂ ਵੱਡਾ ਜਿਹੜਾ ਵੀਜ਼ਾ ਬੁਲੇਟਿਨ ਦਾ ਫਰਕ ਪੈਂਦਾ ਹੈਗਾ ਇੰਪਲੋਇਮੈਂਟ ਬੇਸਡ ਵਾਲਿਆਂ ਨੂੰ। ਠੀਕ ਹੈ। ਉਹ ਇਸ ਕਰਕੇ ਪੈਂਦਾ ਗਿਆ ਕਿ ਜਿਹੜੀਆਂ ਇਹਨਾਂ ਦੀਆਂ ਡੇਟ ਸੀਗੀਆਂ, ਜੇ ਬੰਦਾ ਬੈਚਲਰਸ ਡਿਗਰੀ ਵਗੈਰਾ ਕਰਕੇ ਜਾਂ ਮਾਸਟਰਸ ਡਿਗਰੀ ਕਰਕੇ ਗ੍ਰੀਨ ਕਾਰਡ ਲੈਂਦਾ ਸੀਗਾ, ਔਨ ਐਵਰੇਜ 15 ਸਾਲ ਦੀ ਵੇਟ ਸੀਗੀ। ਹਾਂਜੀ। ਤੇ ਕਾਫੀ ਚਿਰ ਇਹ ਵੇਟ ਕਰਦੇ ਰਹਿੰਦੇ ਸੀਗੇ। ਹੁਣ ਜਿੱਦਾਂ ਪਿਛਲੀ ਵਾਰੀ 2012 ਦੇ ਵਿੱਚ ਵੀਜ਼ਾ ਬੁਲੇਟਿਨ ਜਿਹੜਾ ਸੀਗਾ ਉਹ 2010 ਤੱਕ ਹੋਇਆ ਸੀਗਾ। ਠੀਕ ਹੈ। ਕਿ 2000 ਮਤਲਬ ਕਿ ਜਿੰਨੇ ਵੀ 2010 ਤੱਕ ਕੇਸ ਕੀਤੇ ਉਹਨਾਂ ਨੇ ਆਪਣੀ ਐਡਜਸਟਮੈਂਟ ਆਫ ਸਟੇਟਸ ਫਾਈਲ ਕਰਤੀ। ਉਸ ਤੋਂ ਬਾਅਦ ਉਹ ਰੈਟਰੋਗ੍ਰੈਸ ਕਰ ਗਿਆ 2003 ਤੇ ਪਿੱਛੇ ਚਲਾ ਗਿਆ। ਫਿਰ ਹੌਲੀ ਹੌਲੀ ਕਰਕੇ ਉਹ ਅੱਗੇ ਗਿਆ ਤੇ ਮੈਕਸਿਮਮ ਜਿਹੜਾ ਉਹ ਅੱਗੇ ਆਇਆ ਸੀਗਾ 2009 ਤੱਕ ਹੀ ਆਇਆ ਸੀਗਾ। ਓਕੇ। ਮਤਲਬ ਕਿ ਤੁਸੀਂ ਦੇਖੋ ਕਿ 10 ਕੁ ਸਾਲਾਂ ਦੇ ਵਿੱਚ ਕਿਸੇ ਨੂੰ ਵੀ ਮੌਕਾ ਨਹੀਂ ਮਿਲਿਆ ਐਕਸਟਰਾ ਫਾਈਲ ਕਰਨ ਦਾ। ਤੇ ਹੁਣ ਫਿਰ ਅਕਤੂਬਰ ਦੇ ਵਿੱਚ, ਨਵੰਬਰ ਤੇ ਦਸੰਬਰ ਦਾ ਜਿਹੜਾ ਬੁਲੇਟਿਨ ਹੈ ਉਹ ਜਿਹੜਾ EB2 ਆ, EB2 ਦੀ ਮੂਵਮੈਂਟ ਹੋਈ ਹੈਗੀ ਮਈ 2011 ਤੱਕ। ਤੁਸੀਂ ਕਹਿਣਾ ਹੁਣ ਮੂਵਮੈਂਟ ਤਾਂ 5-6 ਮਹੀਨਿਆਂ ਦੀ ਹੋਈ, ਪਰ ਇਹ 5-6 ਮਹੀਨਿਆਂ ਦੀ ਮੂਵਮੈਂਟ ਦੇ ਨਾਲ ਵੀ ਕਾਫੀ ਲੋਕੀ ਵਿੱਚ ਆ ਜਾਂਦੇ ਆ ਜਿਹੜੇ ਫਾਈਲ ਕਰ ਸਕਦੇ ਨੇ। ਠੀਕ ਹੈ। ਸਭ ਤੋਂ ਵੱਡੀ ਜਿਹੜੀ ਇਹਨਾਂ ਦੀ ਮੂਵਮੈਂਟ ਹੋਈ ਹੈ ਉਹ ਹੈਗੀ EB3 ਵਾਲੇ ਜਿਹੜੇ ਬੈਚਲਰਸ ਡਿਗਰੀ ਵਾਲੇ ਹੁੰਦੇ ਨੇ। ਓਕੇ। ਉਹਨਾਂ ਦੀ ਸਿੱਧੇ ਚਲੀ ਗਈ ਸੀਗੀ 2014 ਜਨਵਰੀ ਤੱਕ। ਓਕੇ। ਮਤਲਬ 5 ਸਾਲ ਦਾ ਉਹਨਾਂ ਨੂੰ ਜੰਪ ਮਿਲਿਆ। ਪਰ ਇਹਦੇ ਨਾਲ ਹੁਣ ਕੀ ਹੋਇਆ ਕਿ ਜਿਹੜੇ EB2 ਵਾਲੇ ਸੀਗੇ, ਜਿਹੜੇ ਮਾਸਟਰਸ ਵਾਲੇ ਸੀਗੇ, ਉਹਨਾਂ ਨੇ ਆਪਣੇ ਕੇਸ ਕਰ ਲਿਆ ਡਾਊਨਗ੍ਰੇਡ EB3 ਬੈਚਲਰਸ ਡਿਗਰੀ, ਕਿਉਂਕਿ ਉਹਨਾਂ ਦੇ ਕੋਲ ਬੈਚਲਰ ਵੀ ਸੀਗੀ। ਤੇ ਉਹ ਜਿਹੜਾ 5 ਸਾਲ ਦਾ ਜਿਹੜਾ ਜੰਪ ਮਿਲਿਆ ਉਹਦੇ ਕਰਕੇ ਅਕਤੂਬਰ, ਨਵੰਬਰ, ਦਸੰਬਰ ਦੇ ਵਿੱਚ ਕਾਫੀ ਜ਼ਿਆਦਾ ਕੇਸ ਫਾਈਲ ਹੋਏ। ਸਾਰੇ ਇਮੀਗ੍ਰੇਸ਼ਨ ਲਾਇਰ ਕਾਫੀ ਬਿਜ਼ੀ ਸੀਗੇ ਜਸਟ ਬਿਕੋਜ਼ ਵੀਜ਼ਾ ਬੁਲੇਟਿਨ ਤੇ ਐਡਵਾਂਸਮੈਂਟ ਹੋਈ ਆ। ਤੇ ਪਹਿਲਾਂ ਤਾਂ ਜਿੱਦਾਂ ਉਹਦਾ ਹੁਣ ਲਾਇਰਸ ਨੂੰ ਇਹ ਫਾਇਦਾ ਕਿ ਜੇ ਤੁਸੀਂ 1 ਮਹੀਨੇ ਲਈ ਸਿਰਫ ਐਡਵਾਂਸ ਕਰਦੇ ਹੋ ਫਿਰ ਕਾਫੀ ਜ਼ਿਆਦਾ ਤੋਂ ਪੈਨਿਕ ਹੋ ਜਾਂਦਾ ਹੈ ਨਾ ਕਿ ਸਾਡਾ ਫਾਈਲ ਕਰੋ, ਜਲਦੀ ਕਰੋ। ਤੇ ਹੁਣ ਇਹ ਲਗਾਤਾਰ 3 ਮਹੀਨੇ ਖੁੱਲਿਆ ਰਿਹਾ। ਓਕੇ। ਤੇ ਸੇਮ ਥਿੰਗ ਜਿਹੜੀ ਫੈਮਿਲੀ ਬੇਸਡ ਵਾਲੇ, ਉਹਦਾ ਜਿਹੜਾ F2A ਸੀਗਾ, ਜਿਹੜੇ ਹਸਬੈਂਡ ਐਂਡ ਵਾਈਫ ਆਫ ਪਰਮਾਨੈਂਟ ਰੈਜ਼ੀਡੈਂਟ ਜਿਹੜੇ ਹੁੰਦੇ ਆ ਗ੍ਰੀਨ ਕਾਰਡ ਹੋਲਡਰ ਵਾਲੇ, ਪਹਿਲਾਂ ਜੇ ਤੁਸੀਂ ਪੁਰਾਣੇ ਟਾਈਮਾਂ 'ਚ ਸੁਣੋ ਤਾਂ ਲੋਕੀ ਕਹਿੰਦੇ ਕਿ ਆਪਾਂ ਕਰ ਨਹੀਂ ਸਕਦੇ, 4-5 ਸਾਲ ਲੱਗ ਜਾਣੇ ਕਿਉਂਕਿ ਗ੍ਰੀਨ ਕਾਰਡ ਆ, ਹਸਬੈਂਡ ਜਾਂ ਵਾਈਫ ਸਿਟੀਜ਼ਨ ਨਹੀਂ ਆ। ਤੇ ਇਹਨਾਂ ਦੀ ਵੀ ਡੇਟ ਲਗਾਤਾਰ ਕਰੰਟ ਹੀ ਚੱਲ ਰਹੀ ਹੈ। ਮਤਲਬ ਕਿ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਇਹ ਜਦੋਂ ਗ੍ਰੀਨ ਕਾਰਡ ਹੋਲਡਰ ਨਾਲ ਵਿਆਹ ਕਰਦੇ ਨੇ ਤੁਸੀਂ ਰਾਈਟ ਵੇ ਐਡਜਸਟਮੈਂਟ ਆਫ ਸਟੇਟਸ ਫਾਈਲ ਕਰ ਸਕਦੇ ਹੋ। ਤੇ ਸਿਟੀਜ਼ਨ ਵਾਲਿਆਂ ਦੇ ਲਈ ਉਹ ਤਾਂ ਕਰ ਹੀ ਸਕਦੇ ਹੋ, ਉਹ ਤਾਂ ਫਿਰ ਇਮੀਡੀਏਟ ਰਿਲੇਟਿਵ ਹੈ ਨਾ। ਤੇ ਉਹਦਾ ਮਤਲਬ ਵੀਜ਼ਾ ਬੁਲੇਟਿਨ ਕਾਫੀ ਇੰਪੋਰਟੈਂਟ ਚੀਜ਼ ਹੈ।
ਜਿੱਦਾਂ ਹੁਣ ਸਾਨੂੰ ਵੀ ਕਈ ਵਾਰੀ ਰੇਡੀਓ ਤੇ ਸਵਾਲ ਆਉਂਦੇ ਨੇ ਕਿ ਕੀ ਨੰਬਰ ਚੱਲ ਰਿਹਾ ਹੈ। ਹਾਂਜੀ ਜੇ ਹਾਂਜੀ। ਤੁਸੀਂ ਜਾਣਨਾ ਚਾਹੁੰਦੇ ਹੋ ਸਿੱਧੇ ਗੂਗਲ ਤੇ ਜਾ ਕੇ ਵੀਜ਼ਾ ਬੁਲੇਟਿਨ ਸਰਚ ਕਰਕੇ ਉਹ 'ਚ ਤੁਹਾਨੂੰ ਇਹ ਸਾਰੇ ਅੰਕੜੇ ਦੱਸ ਦਿੰਦੇ ਨੇ ਕਿ ਕਿਹੜੇ ਮਹੀਨੇ ਦੇ ਕਿਹੜੇ ਨੰਬਰ ਚੱਲਦੇ ਆ। ਸੋ ਆਪਣੇ ਜਿਹੜੀ ਕਮਿਊਨਿਟੀ ਦੇ ਵਿੱਚ ਜੇ ਮੈਜੋਰਟੀ ਦੇਖਿਆ ਜਾਵੇ ਤਾਂ ਉਹ ਫੈਮਿਲੀ ਰਿਲੇਸ਼ਨ ਬਲੱਡ ਰਿਲੇਸ਼ਨ ਵਾਲੇ ਜਿਹੜੇ ਭੈਣ ਭਰਾ ਵਾਲਾ ਹੁੰਦਾ, ਸੋ ਉਹਦੇ ਵਿੱਚ ਕੋਈ ਫਰਕ ਪਿਆ ਕਿ ਉਹ ਉੱਥੇ ਕੀ ਅੜਿਆ ਆ? ਭੈਣ ਭਰਾ ਵਾਲਾ ਤਾਂ ਉੱਥੇ ਅੜਿਆ। ਹਾਂਜੀ ਉੱਥੇ ਕੀ ਉਹਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹਾਂਜੀ। ਹੈਗਾ ਜੀ। ਉਹਦੇ ਵਾਲੇ ਐਕਚੁਅਲੀ ਫੈਮਿਲੀ ਬੇਸਡ ਵਾਲੇ ਜਿਹੜੇ ਅਨਯੂਜ਼ਡ ਨੰਬਰ ਸੀਗੇ ਨਾ, ਹੂੰ। ਮਤਲਬ ਕਿ ਜਿੱਦਾਂ ਕਿਸੇ ਦੀ ਡੈਥ ਹੋ ਗਈ ਜਾਂ ਕੁਛ ਹੋ ਗਿਆ, ਕਿਸੇ ਨੇ ਨੰਬਰ ਵਟਐਵਰ ਰੀਜ਼ਨ ਕਿ ਫੈਮਿਲੀ ਵਾਲੇ ਜਿਹੜੇ ਅਨਯੂਜ਼ਡ ਨੰਬਰ ਸੀਗੇ ਉਹ ਇਹਨਾਂ ਨੇ ਪ੍ਰਪੋਜ਼ ਕੀਤਾ ਸੀਗਾ ਕਿ ਉਹ ਅਨਯੂਜ਼ਡ ਨੰਬਰ ਤੁਸੀਂ ਬਰਬਾਦ ਨਾ ਕਰੋ, ਉਹਨੂੰ ਹੁਣ ਤੁਸੀਂ ਦੁਬਾਰਾ ਟ੍ਰਿਕਲ ਡਾਊਨ ਕਰੋ ਦੂਜੀਆਂ ਕੈਟੇਗਰੀ 'ਚ। ਉਹ ਜਦੋਂ ਵੰਡ ਦਿਓ ਉਹਨਾਂ ਵੰਡ ਨੂੰ। ਦਿਓ, ਹਾਂਜੀ, ਹੂੰ। ਉਹ ਨੰਬਰਾਂ ਕਰਕੇ ਤੇ ਆਪਣੀ ਜਿਹੜੀ ਇੰਪਲੋਇਮੈਂਟ ਲਈ ਹੈ ਐਡਵਾਂਸ ਹੋਈ ਹੈ। ਅੱਛਾ, ਉਹ ਵਾਲੇ ਆંકੜੇ ਇੱਧਰ ਇਹਨਾਂ ਨੇ ਕਰ ਦਿੱਤੇ, ਉਹ ਫੈਮਿਲੀ 'ਚ ਨਹੀਂ ਉਹਨਾਂ ਨੇ ਪਾਏ। ਹਾਂ, ਜਿਹੜੇ ਉਹ ਉੱਥੇ ਸੀਗੇ ਉਹਨਾਂ ਨੂੰ ਇਹ ਨਹੀਂ ਆ ਵੀ ਉਤੋਂ ਅਗਲੇ ਵਾਲਿਆਂ ਨੂੰ ਮੌਕਾ ਦੇ ਦਈਏ। ਇਹਨਾਂ ਦਾ ਫਿਰ ਡਿਸਟ੍ਰੀਬਿਊਸ਼ਨ ਦਾ ਸਿਸਟਮ ਹੈ ਕਿ ਕਿੱਦਾਂ ਇੱਕ ਕੈਟੇਗਰੀ ਤੋਂ ਦੂਜੀ ਕੈਟੇਗਰੀ ਤੋਂ ਤੀਜੀ 'ਚ ਜਾਣਾ। ਜੀ ਹਾਂਜੀ ਜੀ। ਸੋ ਜਿਹੜੀ ਤੁਸੀਂ ਗੱਲ ਕੀਤੀ ਸੀ ਵੀ ਮਾਸਟਰ ਵਾਲਿਆਂ ਨੇ ਬੈਚਲਰਸ ਦੇ ਆਧਾਰ ਦੇ ਉੱਤੇ ਹੁਣ ਫਾਈਲ ਕੀਤਾ ਹੈ, ਕਿ ਬੈਚਲਰਸ ਵੀ ਉਹਨਾਂ ਦੀ ਇੱਥੇ ਅਮਰੀਕਾ ਤੋਂ ਹੋਈ ਹੋਣੀ ਚਾਹੀਦੀ, ਉਹੀ ਕਰ ਸਕਦੇ ਜਾਂ ਜਿਹੜਾ ਜਿੱਥੋਂ ਮਰਜ਼ੀ ਕੀਤੀ ਹੋਵੇ? ਨਹੀਂ, ਜਿੱਥੋਂ ਮਰਜ਼ੀ। ਮਾਸਟਰਸ ਵੀ ਕਿੱਥੋਂ ਮਰਜ਼ੀ ਹੋ ਸਕਦੀ ਹੈ, ਬੈਚਲਰਸ ਵੀ ਕਿੱਥੋਂ ਮਰਜ਼ੀ ਹੋ ਸਕਦੀ ਹੈ, ਪਰ ਬੈਚਲਰਸ 4 ਸਾਲ ਵਾਲੀ ਬੈਚਲਰ ਨੂੰ ਬੈਚਲਰਸ ਕਹਿੰਦੇ ਨੇ, ਜਿਹੜੀ ਇੰਡੀਆ ਬੀਕਾਮ ਜਾਂ ਬੀਐਸਸੀ ਹੁੰਦੇ ਆ ਉਹਨੂੰ ਨਹੀਂ ਬੀਟੈਕ ਵਗੈਰਾ ਜਿਹੜੀ ਹਾਂਜੀ। ਟੈਕਨੋਲੋਜੀ ਵਾਲੀ ਹੁੰਦੀ ਉਦੋਂ ਮੰਨ ਸਕਦੇ ਆ। ਹਾਂਜੀ। ਜੀ ਜੀ, ਠੀਕ ਹੈ। ਸੋ ਇਹ ਸੋ ਵੀਜ਼ਾ ਬੁਲੇਟਿਨ ਦੀ ਐਡਵਾਂਸਮੈਂਟ ਇਸ ਹਿਸਾਬ ਦੇ ਨਾਲ। ਤੇ ਹੁਣ ਸਰੋਤਿਓ ਆਪਾਂ ਜਿਹੜੀਆਂ ਕਾਲਸ ਜਿਹੜੀਆਂ ਤੁਹਾਡੀਆਂ ਲੈਣੀਆਂ ਸ਼ੁਰੂ ਕਰਾਂਗੇ। ਕਾਲਸ ਕਰਨ ਦੇ ਲਈ ਸਟੂਡੀਓ 'ਚ ਤੁਸੀਂ ਕਰ ਸਕਦੇ ਹੋ। ਨੰਬਰ ਹੈਗਾ ਸਟੂਡੀਓ ਦਾ 408 272 5200 408 272 5200। ਤੇ ਤੁਸੀਂ ਆਪਣੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜਾ ਵੀ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਉਹ ਤੁਸੀਂ ਜਿਹੜਾ ਜੀ ਅਟਰਨੀ ਜਗਵੀਰ ਢੇੜਕੀਆਣਾ ਨੂੰ ਪੁੱਛ ਸਕਦੇ ਹੋ 408 272 5200। ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ, ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਵੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ ਆਟੋ ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ ਸਵੀਟ B ਐਂਟੀਲੋਪ ਜਾਂ ਵਿਜ਼ਿਟ paddainsurance.com। ਕਾਲ 9166222822 916 622 2822। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ।
ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ ਮਲਚ ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ, ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916-709-6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। ਸੈਕਰਾਮੈਂਟੋ ਅਤੇ ਐਂਟੀਲੋਪ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਲਈ ਖੁਸ਼ਖਬਰੀ। ਪੰਜਾਬੀ ਰੇਡੀਓ USA ਦੇ AM ਰੇਡੀਓ ਸੈੱਟ ਪਹੁੰਚ ਚੁੱਕੇ ਹਨ ਤੁਹਾਡੇ ਆਪਣੇ ਸਟੋਰਸ ਤੇ। ਤੁਸੀਂ ਅੱਜ ਹੀ ਇਹਨਾਂ ਰੇਡੀਓ ਸੈੱਟ ਨੂੰ ਖਰੀਦ ਸਕਦੇ ਹੋ। ਇੰਡੀਆ ਸਪਾਈਸਸ 4117 ਐਲਵਰਟਾ ਰੋਡ ਸਵੀਟ ਨੰਬਰ 102 ਐਂਟੀਲੋਪ, ਜਾਂ ਫਿਰ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਮਾਰਕੀਟ ਸੈਕਰਾਮੈਂਟੋ ਤੋਂ 5203 ਐਲਖੋਰਨ ਬੁਲੇਵਾਰਡ ਸੈਕਰਾਮੈਂਟੋ। ਐਲਕ ਗਰੋਵ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਕਾਰਾਂ ਅਤੇ ਘਰਾਂ ਦੇ ਵਿੱਚ 105.9 FM 105.9 FM ਤੇ। ਘਰਾਂ ਵਿੱਚ ਪੰਜਾਬੀ ਰੇਡੀਓ USA ਦੇ ਸੈੱਟ ਬਹੁਤ ਹੀ ਕਲੀਅਰ ਚੱਲਦੇ ਹਨ। ਆਪਣੀ ਕਿਚਨ ਅਤੇ ਬੈਡਰੂਮ ਦਾ ਸ਼ਿੰਗਾਰ ਬਣਾਉਣ ਦੇ ਲਈ ਅੱਜ ਹੀ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਸਪਾਈਸਸ ਐਲਕ ਗਰੋਵ ਵਾਲਿਆਂ ਤੋਂ 9059 ਬਰੂਸਵਿਲ ਰੋਡ ਸਵੀਟ ਨੰਬਰ 100 ਐਲਕ ਗਰੋਵ। R&H ਟਰੱਕਿੰਗ ਮਡੇਰਾ ਵਾਲਿਆਂ ਨੂੰ ਇਸ ਮੌਕੇ ਟੀਮ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। 1 ਸਾਲ ਦਾ ਡਰਾਈਵਿੰਗ ਐਕਸਪੀਰੀਅੰਸ ਅਤੇ ਕਲੀਨ ਰੈਕੋਰਡ ਹੋਵੇ। ਟੀਮ ਡਰਾਈਵਰਸ ਨੂੰ 58 ਸੈਂਟ ਪਰ ਮਾਈਲ ਮਿਲਣਗੇ। ਮਡੇਰਾ ਕੈਲੀਫੋਰਨੀਆ ਤੋਂ ਸੈਨ ਐਂਟੋਨੀਓ ਟੈਕਸਸ ਅਤੇ ਫਲੋਰੀਡਾ ਦੇ ਪੱਕੇ ਹੁੱਕ ਐਂਡ ਡ੍ਰੌਪ ਲੋਡ ਹਨ। ਇਸ ਮੌਕੇ ਓਨਰ ਆਪਰੇਟਰਸ ਵੀ ਹਾਇਰ ਕਰ ਰਹੇ ਹਨ। ਬ੍ਰੋਕਰ ਇਨਵਾਇਸ ਦੇ ਉੱਤੇ 8% ਡਿਸਪੈਚ, ਨੋ ਹਿਡਨ ਕਾਸਟ। ਹੋਰ ਜਾਣਕਾਰੀ ਲਈ ਕਾਲ 5595145653 ਜਾਂ 5593772129 ਜਾਂ 5595142663। R&H ਟਰੱਕਿੰਗ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਚੱਲ ਰਿਹਾ ਜੀ ਪ੍ਰੋਗਰਾਮ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ, ਤੇ ਆਪਣੇ ਨਾਲ ਜੁੜੇ ਹੋਏ ਨੇ ਇਮੀਗ੍ਰੇਸ਼ਨ ਦੇ ਅਟਰਨੀ ਜਗਬੀਰ ਟਿਰਕੀਆਣਾ ਜੀ। ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਬਿਲਕੁਲ ਸੋਤਿਓ ਤੁਸੀਂ ਜਿਹੜੇ ਹੁਣ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਦੇ ਉੱਤੇ। ਤੇ ਆਓ ਆਪਾਂ ਵਾਰੀ ਸਿਰ ਆਪਣੇ ਕਾਲਰਸ ਦਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਆਪਣੇ ਨਾਲ ਜੁੜੇ ਹੋਏ ਨੇ ਜੀ ਨਰਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਹੈਗਾ, ਮੇਰਾ I-730 ਰਿਫਿਊਜੀ ਅਸਾਈਲਮ ਰਿਲੇਟਿਵ ਪਟੀਸ਼ਨ ਆ ਜੀ। ਤੇ ਮੇਰੀ ਭਾਜੀ ਜਿੱਦਾਂ ਅਪਰੂਵਲ ਆ ਗਈ ਹੈ ਅਗਸਤ ਦੀ, ਤੇ ਹੁਣ ਇੰਟਰਵਿਊ ਲਈ ਕਿੰਨਾ ਕੁ ਟਾਈਮ ਹੋਰ ਲੱਗੂਗਾ? ਅਸਾਲਮ ਤੁਹਾਨੂੰ ਮਿਲਿਆ ਸੀਗਾ? ਨਹੀਂ ਮੇਰੇ ਹਸਬੈਂਡ ਨੂੰ ਮਿਲਿਆ ਸੀਗਾ। ਤੁਸੀਂ ਕਿੱਥੇ ਇਸ ਵੇਲੇ? ਮੈਂ ਕੈਨੇਡਾ ਚ ਬੋਲਦੀ ਹਾਂ ਭਾਜੀ। ਅੱਛਾ ਜੀ। ਤੇ ਕੈਨੇਡਾ ਵਾਲਾ ਹੀ ਆਫਿਸ ਕੀਤਾ ਸੀਗਾ ਉਹਨਾਂ ਨੇ ਮੰਗਿਆ ਸੀਗਾ ਕਿ ਇੰਡੀਆ ਵਾਲਾ ਮੰਗਿਆ ਸੀਗਾ? ਹਾਂਜੀ ਕੈਨੇਡਾ ਦਾ ਆਫਿਸ ਸੀ। ਤੇ ਤੁਹਾਡੇ ਕੋਲ ਇੱਥੇ ਲੀਗਲ ਸਟੇਟਸ ਹੈਗਾ ਪੱਕਿਆ? ਨਹੀਂ ਭਾਜੀ, ਮੈਂ ਵੀ ਇੱਥੇ ਮੇਰਾ ਵੀ ਅਸਾਈਲਮ ਸੀਗਾ ਤੇ ਮੈਂ ਹੁਣ ਉਹ ਅਸਾਈਲਮ ਬੰਦ ਕੀਤਾ ਕਿਉਂਕਿ ਮੈਂ USA ਨੂੰ ਜਾਣਾ ਕਰਕੇ, ਤੇ ਮੈਂ ਉਹ ਵੇਟ ਕਰ ਰਹੀ ਹਾਂ ਉਹਨਾਂ ਦੀ। ਅੱਛਾ ਜੀ। ਕੁਝ ਕਹਿ ਨਹੀਂ ਸਕਦੇ ਹਾਂਜੀ। ਕਿੰਨੀ ਦੇਰ ਲੱਗੂਗੀ? ਅਗਲੇ ਸਾਲ ਤੇ ਗੱਲ ਜਾਊਗੀ ਈਜ਼ੀਲੀ। ਫਿਰ ਵੀ ਕਿੰਨਾ ਕੁ ਟਾਈਮ ਲੱਗ ਸਕਦਾ ਭਾਜੀ? ਫਾਈਲ ਕਦੋਂ ਕੀਤਾ ਸੀਗਾ 730? ਉਹਨਾਂ ਨੂੰ ਤਾਂ ਹੋ ਗਿਆ ਸੀ 2 ਸਾਲ ਹੋ ਚੱਲੇ ਆਲਮੋਸਟ। 2 ਸਾਲ ਤੁਸੀਂ ਫੋਲੋ ਅਪ ਕਰ ਲਓ ਰਿਕੁਐਸਟ। ਜ਼ਿਆਦਾ ਜੇ ਤਾਂ ਖੁੱਲ੍ਹਾ ਹੁੰਦਾ, ਹਾਂਜੀ ਨੋਰਮਲੀ ਇਹਨਾਂ ਦਾ ਜਿੱਦਾਂ 1.5 ਸਾਲ 2 ਸਾਲ ਦਾ ਹੀ ਪ੍ਰੋਸੈਸ ਹੈ, ਤੁਸੀਂ ਇਹਨਾਂ ਨੂੰ ਫੋਲੋ ਅਪ ਰਿਕੁਐਸਟ ਪਾ ਸਕਦੇ ਹੋ। ਹਾਂਜੀ ਨਹੀਂ ਭਾਜੀ, ਜਿੱਦਾਂ ਹੁਣ ਕੋਵਿਡ ਕਰਕੇ ਵੀ ਲੇਟ ਹੋ ਗਿਆ ਆ, ਤੇ ਉਸ ਦੇ ਅਕੋਰਡਿੰਗ ਕਿੰਨਾ ਕੁ ਹੋਰ ਟਾਈਮ ਲੱਗ ਸਕਦਾ ਆ? ਭੈਣ ਜੀ ਮਤਲਬ ਅਪਰੂਵਲ ਤਾਂ ਇਸ ਅਗਸਤ ਦੀ ਆਈ ਹੋਈ ਆ।
ਪ੍ਰੈਡਿਕਟ ਕਰਨਾ ਮੁਸ਼ਕਿਲ ਹੈ। ਜਦੋਂ ਤੁਹਾਡਾ 730 ਅਪਰੂਵ ਹੋ ਜਾਂਦਾ, ਉਸ ਤੋਂ ਬਾਅਦ ਕੀ ਹੁੰਦਾ ਕਿ ਫਾਈਲਾਂ ਜਾਂਦੀਆਂ ਕੌਂਸੂਲੇਟ ਨੂੰ, ਕੌਂਸੂਲੇਟ ਫਿਰ ਤੁਹਾਡੇ ਕੋਲ ਤੁਸੀਂ NVC ਤੇ ਅੱਗੇ ਡਾਕੂਮੈਂਟਸ ਵਗੈਰਾ ਜਮ੍ਹਾਂ ਕਰਾਤੇ ਕਿ ਨਹੀਂ ਮੌਕਾ ਮਿਲਿਆ ਜੇ ਕਰਨ ਦਾ? ਹੈਲੋ। ਹਾਂਜੀ, ਹਾਂਜੀ ਹਾਂਜੀ NVC ਭਾਜੀ ਦੇ ਕਰਵਾਤੇ ਸੀ। ਉਹ ਵੀ ਕਰਾਤੇ ਸੀਗੇ? ਹਾਂਜੀ, ਤੁਸੀਂ ਹਾਂਜੀ। ਫਿਰ ਫੋਲੋ ਅਪ ਰਿਕੁਐਸਟ ਪਾਓ, ਤੁਹਾਡਾ ਕੁਛ ਇੱਕ ਮਹੀਨੇ ਲੱਗੂਗੇ, ਜ਼ਿਆਦਾ ਟਾਈਮ ਨਹੀਂ ਲੱਗੂਗਾ। ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਅਗਲੀ ਕਾਲਰ ਸਰਬਜੀਤ ਢਿੱਲੋਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਨਾਮ ਸਰਬਜੀਤ ਢਿੱਲੋਂ ਆ ਤੇ ਮੇਰਾ ਕੁਐਸਚਨ ਸਰ ਗਾਰਡੀਅਨਸ਼ਿਪ ਬਾਰੇ ਸੀ ਜੀ। ਕਿ ਜਿੱਦਾਂ ਆਪਾਂ ਹੁਣ ਆਪਣੇ ਬੇਟੇ ਦੀ ਗਾਰਡੀਅਨਸ਼ਿਪ ਟ੍ਰਾਂਸਫਰ ਕਰਵਾ ਲੈਂਦੇ ਆ ਤੇ ਉਸ ਤੋਂ ਬਾਅਦ 'ਚ ਕੀ ਜੇ ਆਪਾਂ ਆਪਣਾ ਬੇਟਾ ਵਾਪਸ ਲੈਣਾ ਹੋਵੇ ਗਾਰਡੀਅਨਸ਼ਿਪ ਜਿਹਦੇ ਤੇ ਉਹ ਕੋਰਟ ਥਰੂ ਜਿਹੜੀ ਗਾਰਡੀਅਨਸ਼ਿਪ ਹੁੰਦੀ ਤੇ ਆਪਾਂ ਵਾਪਸ ਆਪਣਾ ਬੱਚਾ ਲੈ ਸਕਦੇ ਜੇ ਆਪਾਂ ਲੈਣਾ ਹੋਵੇ ਤੇ ਜੀ? 360 ਬੈਨੀਫਿਟ ਲਿਆ ਉਹਨੇ ਕਿ ਨਹੀਂ ਲਿਆ? ਨਹੀਂ, ਬੈਨੀਫਿਟ ਉਹਨੇ ਕੋਈ ਨਹੀਂ ਲਿਆ ਜੀ। ਕਿੰਨੀ ਉਮਰ ਹੈ ਇਸ ਵੇਲੇ? ਬੇਟੇ ਦੀ ਉਮਰ ਇਸ ਟਾਈਮ 15.5 ਸਾਲ ਹੈ ਜੀ। ਤੇ ਤੁਸੀਂ ਵੀ US ਦੇ ਵਿੱਚ ਹੋ? ਹਾਂਜੀ, ਮੈਂ ਵੀ US ਦੇ ਵਿੱਚ ਹੀ ਹਾਂ ਜੀ। ਤੁਹਾਡੇ ਪੱਕੇ ਆ ਪੇਪਰ? ਨਹੀਂ, ਮੈਂ ਅਸਾਈਲਮ ਦੇ ਉੱਤੇ ਆ ਜੀ ਇਸ ਟਾਈਮ। ਹਾਂਜੀ, ਤੁਸੀਂ ਫਿਰ ਨਾ ਫੈਮਿਲੀ ਕੋਰਟ ਦੇ ਥਰੂ ਜਾਓ। ਫੈਮਿਲੀ ਕੋਰਟ ਨੇ ਉਹ ਬੇਸਿਕਲੀ ਗਾਰਡੀਅਨਸ਼ਿਪ ਜਿਹੜੀ 360 ਵਾਸਤੇ ਲਾਉਂਦੇ ਆ ਲੋਕੀ, ਉਹਦੇ ਵਿੱਚ ਤੁਹਾਡੀ ਇਹ ਕਲੇਮ ਹੁੰਦਾ ਕਿ ਇਹਨੂੰ ਅਬੈਂਡਨ ਕਰਤਾ ਸੀਗਾ, ਹੈ ਨਾ, ਬੱਚੇ ਨੂੰ, ਤਾਂ ਤੇ ਉਹਦੇ ਵਿੱਚ ਤੁਸੀਂ ਦੇਖੋ ਕੀ ਤੁਹਾਡੇ ਲਾਇਰ ਨੇ ਪ੍ਰੈਜ਼ੈਂਟ ਕੀਤਾ ਹੈ, ਕਿੱਦਾਂ ਕੀਤਾ ਹੈ। ਹਾਂਜੀ, ਬਿਲਕੁਲ ਰਿਵਰਸ ਹੋ ਸਕਦੀ ਹੈ, ਅਡੋਪਸ਼ਨ ਵੀ ਰਿਵਰਸ ਹੋ ਸਕਦੀ ਹੈ, ਗਾਰਡੀਅਨਸ਼ਿਪ ਵੀ ਰਿਵਰਸ ਹੋ ਸਕਦੀ ਹੈ। ਜਿਹੜੀ ਪਹਿਲੀ ਮਤਲਬ ਤੁਹਾਨੂੰ ਸ਼ੋਅ ਕਰਨਾ ਪੈਂਦਾ ਕਿ ਜਿਹੜੀ ਬਾਇਓਲੋਜੀਕਲ ਫੈਮਿਲੀ ਸੀਗੀ ਬੱਚੇ ਦੇ, ਉਹਨਾਂ ਦੁਬਾਰਾ ਰੀਕਿੰਡਲ ਕਰਤਾ ਰਿਲੇਸ਼ਨਸ਼ਿਪ। ਤੇ ਤੁਸੀਂ ਫੈਮਿਲੀ ਲਾਇਰ ਨੂੰ ਹਾਇਰ ਕਰੋ, ਇਮੀਗ੍ਰੇਸ਼ਨ ਲਾਇਰ ਦਾ ਨਹੀਂ ਕੰਮ ਹੈਗਾ, ਫੈਮਿਲੀ ਲਾਇਰ ਨੂੰ ਕਰੋ ਕਿ ਇਹਨੂੰ ਰਿਵਰਸ ਕਰਨਾ, ਕੈਂਸਲ ਕਰਨਾ ਗਾਰਡੀਅਨਸ਼ਿਪ ਆਰਡਰ, ਤੇ ਹੋ ਸਕਦਾ। ਜੀ, ਥੈਂਕ ਯੂ ਜੀ। ਠੀਕ ਹੈ, ਥੈਂਕ ਯੂ ਸਰ। ਓਕੇ ਜੀ। ਕੁਲਵੰਤ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ੍ਰੀ ਅਕਾਲ ਜੀ ਦੋਹਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਆਪਣੇ ਨਾ ਪਿੱਛੋਂ ਰੇਡੀਓ ਦੀ ਆਵਾਜ਼ ਜਿਹੜੀ ਉਹ ਪਲੀਜ਼ ਬੰਦ ਕਰ ਦਿਓ। ਆਪਾਂ ਮੁੜ ਦੁਬਾਰਾ ਤੁਹਾਡੇ ਨਾਲ ਜਿਹੜੀ ਗੱਲ ਕਰਦੇ ਹਾਂ, ਜਿਹੜੇ ਵੀ ਸਾਡੇ ਸਰੋਤੇ ਇਸ ਟਾਈਮ ਸੁਣ ਰਹੇ ਆ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਕਿਰਪਾ ਕਰਕੇ ਜਦੋਂ ਤੁਸੀਂ ਸਾਡੇ ਨਾਲ ਫੋਨ 'ਤੇ ਗੱਲ ਕਰਦੇ ਹੋ ਉਦੋਂ ਆਪਣੇ ਰੇਡੀਓ ਨੂੰ ਪਿੱਛੋਂ ਆਵਾਜ਼ ਬੰਦ ਕਰ ਦਿਆ ਕਰੋ। ਤੁਹਾਨੂੰ ਫੋਨ ਦੇ ਉੱਤੇ ਹੀ ਸਾਰਾ ਕੁਛ ਜਿਹੜਾ ਉਹ ਸੁਣੇਗਾ, ਤੁਹਾਡਾ ਨਾਮ ਜਿਹੜਾ ਉਸ ਦੇ ਉੱਤੇ ਬੋਲ ਦਿੱਤਾ ਜਾਊਗਾ। ਅਤੇ ਨਾਲ ਹੀ ਇਸ ਤੋਂ ਪਹਿਲਾਂ ਆਪਾਂ ਅਗਲੇ ਕਾਲਰ ਲਈਏ, ਦੱਸ ਜਾਈਏ ਨਨਕਾਣਾ ਸਾਹਿਬ ਤੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਉੱਥੋਂ ਦੇ ਜਿਹੜੇ ਸਮਾਗਮ ਆ ਅੱਜ ਤੋਂ ਤੁਹਾਡੇ ਲਈ ਜਿਹੜੀ ਉਹ ਪੇਸ਼ ਕੀਤੇ ਜਾਣਗੇ। ਸੋ ਤੁਸੀਂ ਜ਼ਰੂਰ ਪੰਜਾਬੀ ਰੇਡੀਓ USA ਨੂੰ ਇੱਦਾਂ ਹੀ ਜਿਹੜੇ ਸੁਣਦੇ ਰਹੋ। ਆਉਣ ਵਾਲੇ ਸਮੇਂ ਦੇ ਵਿੱਚ ਅੱਜ, ਕੱਲ੍ਹ ਅਤੇ ਪਰਸੋਂ ਜਿਹੜੇ 3 ਦਿਨ ਲਗਾਤਾਰ ਜਿਹੜੇ ਤੁਹਾਨੂੰ ਉੱਥੋਂ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਸਮਾਗਮ ਜਿਹੜੇ ਉਹ ਪੇਸ਼ ਕੀਤੇ ਜਾਣਗੇ। ਸੋ ਜ਼ਰੂਰ ਤੁਸੀਂ ਇੱਦਾਂ ਹੀ ਜੁੜੇ ਰਹੋ। ਕੁਲਵੰਤ ਜੀ ਨਾਲ ਇੱਕ ਵਾਰੀ ਫਿਰ ਗੱਲ ਕਰਦੇ ਹਾਂ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਮੈਂ ਕੁਐਸਚਨ ਸੀਗਾ, ਸਾਡੀ ਉਹ ਬੇਟੀ ਆ ਇੱਥੇ, ਉਹਨੂੰ ਆਈ ਨੂੰ ਤਾਂ ਕਾਫੀ ਦੇਰ ਹੋ ਗਈ ਆ। ਤੇ ਇਹ ਪ੍ਰਾਹੁਣੇ ਦਾ ਅਪਲਾਈ ਕੀਤਾ ਸੀਗਾ ਜੀ, ਤੇ ਉਹ ਪ੍ਰਾਹੁਣੇ ਨੂੰ ਕਿਸੇ ਏਜੰਟ ਨੇ ਪੇਸ਼ ਕਰਤਾ, ਨਾ ਕੁੜੀ ਪੇਸ਼ ਕਰਕੇ ਪੈਸੇ ਕਿਸੇ ਲੈ ਆਓ ਸੀ ਪਹਿਲਾਂ ਹੀ, ਤੇ ਉਹਨੇ ਕੁੜੀ ਫੜ ਲਈ ਉੱਥੇ। ਉਹ ਕਹਿੰਦੀ ਮੇਰਾ ਘਰ ਆਇਆ ਨੀਗਾ, ਇਹ ਤਾਂ ਕੋਈ ਮੈਨੂੰ ਏਜੰਟ ਨੇ ਪੇਸ਼ ਕੀਤਾ। ਤੇ ਉਹ ਕੁੜੀ ਛੁੱਟ ਗਈ ਹੈ। ਸਾਡਾ ਜਿਹੜਾ ਪ੍ਰਾਹੁਣਾ ਸੀ ਇਹ ਕਹਿੰਦਾ ਮੇਰੇ ਫਰੈਂਡ ਦੀ ਭੈਣ ਆ, ਉਹ ਕਹਿੰਦਾ ਲੈ ਜਾ ਨਾਲ, ਤੇ ਉਹਨੇ ਇਹਦਾ ਕੈਂਸਲ ਕਰਤਾ। ਕਹਿੰਦੇ ਤੂੰ ਤਾਂ ਬਲੈਕ ਕਰਦਾ, ਤੂੰ ਘਰ ਵਾਲੀ ਬਾਹਰ ਆ, ਤੂੰ ਕਦੇ ਨਗਾਉਣ ਲੱਗਾ ਸੀ ਉਹਨੂੰ ਪੈਸੇ ਲੈ ਕੇ। ਇਸ ਕਰਕੇ ਹੁਣ ਉਹਦਾ ਕੁਛ ਬਣ ਸਕਦਾ। 20 ਸਾਲ ਹੋ ਗਏ ਇਸ ਗੱਲ ਨੂੰ ਜੀ। ਤੁਹਾਡੇ ਜਿਹੜੇ ਉਹਨਾਂ ਦੀ ਵਾਈਫ ਹੈ ਇੱਥੇ, ਉਹ ਸਿਟੀਜ਼ਨ ਹੈ? ਹਾਂਜੀ, ਵਾਈਫ ਸਿਟੀਜ਼ਨ ਹੈ ਇੱਥੇ US ਦੇ ਵਿੱਚ? ਤੁਹਾਡੀ ਕੁੜੀ ਸਿਟੀਜ਼ਨ? ਉਹ ਸਾਡੀ ਬੇਟੀ ਆ, ਉਹ ਕੁੜੀ ਉਹ ਵੀ ਸਿਟੀਜ਼ਨ, ਉਹਦੇ ਬੱਚੇ 2 ਕੁੜੀ ਮੁੰਡਾ ਉਹ ਵੀ ਸਿਟੀਜ਼ਨ ਇੱਥੇ ਦੇ ਹੀ ਆ। ਹਾਂਜੀ, ਤੁਸੀਂ ਫਾਈਲ ਕਰ ਸਕਦੇ ਹੋ ਉਹਨਾਂ 'ਤੇ। ਸਮਗਲਿੰਗ ਦੀ ਅਤੇ ਮਿਸਰੈਪ੍ਰਜ਼ੈਂਟੇਸ਼ਨ ਦਾ ਚਾਰਜ ਲੱਗੂਗਾ, ਸਾਨੂੰ ਇੱਕ ਵੇਵਰ ਲੈਣਾ ਪੈਣਾ ਹੈ। ਅਤੇ ਹਾਂਜੀ, ਪੋਸੀਬਿਲਿਟੀ ਹੈਗੀ ਹੈ, ਕਰ ਸਕਦੇ ਹਾਂ। 20 ਸਾਲ ਹੋ ਗਏ ਜੀ ਇਸ ਗੱਲ ਨੂੰ ਤਾਂ। ਜੀ, ਜਦੋਂ ਜਿੱਦਾਂ ਉਹਨਾਂ ਨੇ ਕਿਹਾ ਵੀ ਹੋ ਸਕਦਾ ਹੈ, ਪਰ ਜਿਹੜਾ ਸਹੀ ਕਾਨੂੰਨੀ ਦਾਅ ਪੇਚ ਆ ਉਹਦੇ ਨਾਲ ਜਿਹੜਾ ਉਹ ਤੁਹਾਨੂੰ ਕਰਨਾ ਪੈਣਾ, ਗਲਤੀ ਮੰਨ ਕੇ, ਅਤੇ ਫਿਰ ਉਸ ਦੀ ਮਾਫੀ ਇੱਕ ਹਿਸਾਬ ਦੇ ਨਾਲ ਉਹਨਾਂ ਤੋਂ ਮੰਗਣੀ ਪੈਣੀ ਹੈਗੀ ਆ। ਸੋ ਉਹ ਇਹ ਨਹੀਂ ਆ ਵੀ ਇਹ ਕਿਸੇ ਵੀ ਤੁਸੀਂ ਜਿਹੜੇ ਕਾਗਜ਼ ਭਰਨ ਵਾਲੇ ਉਹਦੇ ਦੇ ਥਰੂ ਨਹੀਂ ਤੁਹਾਡੇ ਕੋਲ ਇਹ ਹੋਣਾ। ਇਹ ਤੁਹਾਨੂੰ ਜਿਹੜੇ ਵਕੀਲ ਦੇ ਜ਼ਰੀਏ ਹੀ ਤੁਹਾਨੂੰ ਇਹ ਸਾਰਾ ਕੁਛ ਕਰਨਾ ਪੈਣਾ ਆ, ਜਿਨ੍ਹਾਂ ਨੂੰ ਇਹ ਪੂਰੇ ਦਾਅ ਪੇਚ ਪਤਾ ਨੇ। ਅਤੇ ਜੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਅਟਰਨੀ ਜਗਵੀਰ ਢੇਰਕੀ ਇਹਨਾਂ ਦੀਆਂ ਲੈਣੀਆਂ ਚਾਹੁੰਦੇ ਹੋ ਤਾਂ ਇਹਨਾਂ ਦਾ ਆਫਿਸ ਦਾ ਨੰਬਰ ਆ 415 909 0503 4159090503 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਅਗਲੇ ਕਾਲਰ ਜੁੜੇ ਨੇ ਜਸਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਇਹ ਆ ਵੀ ਮੇਰੀ ਵਾਈਫ ਸਿਟੀਜ਼ਨ ਹੈ, ਉਹਨਾਂ ਨੇ ਆਪਣੀ ਮਦਰ ਦਾ ਇੱਥੇ ਉਹ ਵੀਜ਼ਾ ਤੇ ਆਏ ਸੀ, ਤੇ ਉਹਨਾਂ ਦੀ ਪਟੀਸ਼ਨ ਅਪਲਾਈ ਕੀਤੀ ਸੀ ਮਾਰਚ ਦੇ ਵਿੱਚ, ਤੇ ਉਹਨਾਂ ਦੇ ਫਿੰਗਰਪ੍ਰਿੰਟ ਅਗਸਤ 10 ਨੂੰ ਹੋ ਗਏ ਆ। ਤੇ
ਮੈਂ ਪੁੱਛਣਾ ਕਿੰਨਾ ਚਿਰ ਲੱਗੇਗਾ ਹੋਰ ਉਹਨਾਂ ਦੀ ਐਡਜਸਟਮੈਂਟ ਸਟੇਟਸ ਗ੍ਰੀਨ ਕਾਰਡ ਆਉਣ ਲਈ? ਭਾਜੀ ਜਿਹੜੀ ਐਡਜਸਟਮੈਂਟ ਆਫ ਸਟੇਟਸ ਹੈ, ਆਪਾਂ ਦੋ ਸਿਨੈਰੀਓ ਦੇਖੇ ਆ। ਇੱਕ ਤਾਂ ਜਿੱਦਾਂ ਹੀ ਇੰਟਰਵਿਊ ਵੇਵ ਕਰ ਦਿੰਦੇ ਨੇ ਕਈ ਲੋਕਾਂ ਦੀ, ਜਿਹਨਾਂ ਕੋਲ ਸਪੈਸ਼ਲੀ ਬਰਥ ਸਰਟੀਫਿਕੇਟ ਵਗੈਰਾ ਹੁੰਦੇ ਨੇ, ਉਹਨਾਂ ਨੂੰ ਤਾਂ ਆਪਾਂ ਦੇਖਿਆ ਕਿ ਔਨ ਐਵਰੇਜ 6 ਤੋਂ 8 ਮਹੀਨੇ ਦੇ ਵਿੱਚ ਡਾਇਰੈਕਟ ਹੀ ਗ੍ਰੀਨ ਕਾਰਡ ਮਿਲ ਗਏ ਸੀਗੇ। ਤੇ ਜਿਹਨਾਂ ਨੂੰ ਕਈਆਂ ਉਹਨਾਂ ਦਾ ਮੈਡੀਕਲ ਉਹਨਾਂ ਨੇ ਕਿਹਾ ਸੀ ਕਰਵਾ ਕੇ ਰੱਖੋ ਤੇ ਆਪਣੇ ਕੋਲ ਰੱਖੋ, ਅਸੀਂ ਫਰਦਰ ਦੱਸਾਂਗੇ ਵੀ ਕਿੱਦਾਂ ਕਰਨਾ। ਉਹਨਾਂ ਦੀ ਇੰਟਰਵਿਊ ਆਊਗੀ ਤੇ ਨਾਲ ਲੈ ਕੇ ਆਉਣਾ, ਜੇ ਨਹੀਂ ਇੰਟਰਵਿਊ ਆਊਗੀ ਤੇ ਅਸੀਂ ਦੱਸਾਂਗੇ ਕਿ ਕੀ ਕਰਨਾ ਮੈਡੀਕਲ ਦਾ, ਤੇ ਉਹ ਵੀ ਅਸੀਂ ਮੈਡੀਕਲ ਕਰਵਾ ਕੇ ਰੱਖਿਆ ਹੋਇਆ। ਮੈਡੀਕਲ ਤੁਹਾਨੂੰ ਕਰਾਉਣਾ ਨਹੀਂ ਚਾਹੀਦਾ ਸੀਗਾ, ਕਿਉਂਕਿ 2 ਮਹੀਨੇ ਤੋਂ ਜਦੋਂ ਮੈਡੀਕਲ 2 ਮਹੀਨੇ ਤੋਂ ਬਾਅਦ ਤੁਸੀਂ ਸਬਮਿਟ ਨਹੀਂ ਕਰ ਸਕਦੇ। ਜਦੋਂ ਤੁਸੀਂ ਸਬਮਿਟ ਕਰਨਾ ਇਮੀਗ੍ਰੇਸ਼ਨ ਨੂੰ, ਉਹ 60 ਦਿਨਾਂ ਦੇ ਅੰਦਰ ਸਾਈਨ ਕੀਤਾ ਹੋਣਾ ਚਾਹੀਦਾ। ਮੈਡੀਕਲ ਤੁਹਾਨੂੰ ਦੁਬਾਰਾ ਕਰਾਉਣਾ ਪੈਣਾ, ਅਤੇ ਜਿਹੜੀ ਇੰਟਰਵਿਊ ਹੈ ਉਹਨੂੰ ਆਉਂਦੇ ਤੁਹਾਡਾ ਸਾਲ ਤੋਂ 1.5 ਸਾਲ ਈਜ਼ੀਲੀ ਲੱਗ ਸਕਦਾ। ਅਤੇ ਤੁਸੀਂ ਜਿੱਦਾਂ ਉਹਨਾਂ ਨੇ ਤੁਹਾਨੂੰ ਕਿਹਾ ਸੀ ਕਿ ਤੁਸੀਂ ਉਹਨਾਂ ਦੀ ਵੇਟ ਕਰਨੀ ਹੈ ਮੈਡੀਕਲ ਕਰਾਉਣ ਲਈ, ਅਤੇ ਤੁਹਾਨੂੰ ਜਿੱਦਾਂ ਤੁਸੀਂ ਦੱਸ ਰਹੇ ਹੋ ਤੁਹਾਨੂੰ ਮੈਡੀਕਲ ਦੁਬਾਰਾ ਕਰਾਉਣਾ ਪੈਣਾ, ਅਤੇ ਤੁਹਾਡਾ ਜਿਹੜਾ ਪ੍ਰੋਸੈਸ ਹੈ ਜੇ ਇੰਟਰਵਿਊ 'ਤੇ ਜਾਂਦਾ 1.5 ਸਾਲ ਲੱਗ ਸਕਦਾ। 1.5 ਸਾਲ ਮਤਲਬ ਪਟੀਸ਼ਨ ਫਾਈਲ ਕਰਨ ਤੋਂ ਬਾਅਦ ਜਾਂ ਮਤਲਬ ਟੋਟਲ ਟਾਈਮ ਦੀ ਗੱਲ ਕਰ ਰਹੇ ਜਾਂ? ਭਾਜੀ ਕੋਈ ਇੱਦਾਂ ਕੋਈ ਗਰੰਟੀ ਨਹੀਂ 1.5 ਸਾਲ। ਤੁਸੀਂ ਕੀ ਹੈਗਾ USCIS ਦੇ ਕੇਸ ਸਟੇਟਸ ਵੈਬਸਾਈਟ 'ਤੇ ਜਾ ਕੇ ਉੱਥੇ ਚੈੱਕ ਕਰ ਸਕਦੇ ਹੋ। ਜੇ ਇੰਟਰਵਿਊ ਉਹਨਾਂ ਨੇ ਲੈਣੀ ਹੈ ਔਨ ਐਵਰੇਜ 1.5 ਸਾਲ ਇੰਨਾ ਕੁ ਟਾਈਮ ਲੱਗਦਾ। ਜੀ ਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਬਲਵਿੰਦਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਵੀਰ, ਆਪਣੇ ਤੇ ਵੀਰ ਤਰਕੀਆਂ ਨੂੰ ਸਤਿ ਸ਼੍ਰੀ ਅਕਾਲ ਜੀ। ਇਹ ਮੇਰਾ ਸਵਾਲ ਇਹ ਸੀ ਵੀ ਮੈਂ ਲੜਕੇ ਦਾ ਫਾਈਲ ਕੀਤਾ ਸੀ ਅੱਜ ਤੋਂ 17 ਕੀਤਾ ਸੀ ਨਾ, 17 ਦੇ ਵਿੱਚ ਲੜਕਾ ਮੇਰਾ ਸਾਲਮ ਲੱਗਾ ਸੀ ਉਹਦਾ, ਤੇ 2 ਨੰਬਰ 'ਚ ਆਇਆ ਸੀ, ਤੇ ਮੈਂ ਇੱਥੇ ਗ੍ਰੀਨ ਕਾਰਡ ਹੋਲਡਰ, ਮੇਰਾ ਵੀ ਸਾਲਮ ਪਾਸ ਹੋ ਗਿਆ ਸੀਗਾ ਤੇ ਬਾਕੀ ਫੈਮਿਲੀ ਆ ਗਈ ਆ। ਇਹ ਲੜਕਾ ਵੱਡਾ ਸੀ ਤੇ ਆਇਆ ਸੀ 2 ਨੰਬਰ 'ਚ, ਤੇ ਇਹਦਾ ਇੱਕ ਤੇ ਸਾਲਮ ਲੱਗਾ ਤੇ ਇੱਕ ਆਪਣੇ ਵੱਲੋਂ ਮੈਂ ਅਪਲਾਈ ਕੀਤਾ ਸੀਗਾ ਆਪਣੇ ਫੈਮਿਲੀ ਵਿੱਚ। ਉਹਦਾ ਕਿੰਨਾ ਕੁ ਟਾਈਮ ਲੱਗੇਗਾ ਭਲਾ? ਕੋਈ ਪੇਪਰ ਪੂਪਰ ਨਹੀਂ ਉਹਨਾਂ ਬਾਅਦ ਕੁਝ ਨਹੀਂ ਭੇਜਿਆ। ਤੁਸੀਂ ਗ੍ਰੀਨ ਕਾਰਡ ਹੋਲਡਰ ਵਾਲਿਆਂ ਨੇ ਕੀਤਾ ਸੀਗਾ ਫਾਈਲ? ਯੈਸ ਸਰ, ਹਾਂਜੀ ਵੀਰ ਜੀ। ਅੱਛਾ ਜੀ, ਉਮਰ ਕਿੰਨੀ ਹੋਣੀ ਇਸ ਵੇਲੇ ਬੱਚੇ ਦੀ? ਬੱਚੇ ਦੀ ਉਮਰ 30 ਸਾਲ ਆ ਇਸ ਟਾਈਮ ਤੇ। 30 ਸਾਲ ਆ। 6 ਤੋਂ 7 ਸਾਲ ਆ ਉਹਦੀ ਜਿਹੜੀ ਵੇਟ। ਸੋ 3 ਸਾਲ ਹੋ ਗਏ, 3 ਸਾਲ ਹੋਰ ਆ ਘੱਟੋ ਘੱਟ। ਆਹੋ, ਤੇ ਵੈਸੇ ਸਾਲਮ ਦੀ ਕਿਹੜੀ ਤਰੀਕ ਹੈਗੀ? ਮਾਰਚ ਦੀ ਆਪਣੇ ਨੈਕਸਟ। ਹਾਂਜੀ, ਉਹਨੂੰ ਸਾਲਮ ਇਹਦੇ ਵਿੱਚ ਨਾ ਹੋਰ ਬੜੀਆਂ ਚੀਜ਼ਾਂ 2 ਨੰਬਰ 'ਚ ਆਇਆ ਸੀਗਾ। ਐਡਜਸਟਮੈਂਟ ਤਾਂ ਨਹੀਂ ਉਹ ਇੱਥੇ ਕਰ ਸਕਦਾ, ਮਤਲਬ ਇੱਦਾਂ ਨਹੀਂ ਹੋਇਆ ਕਿ ਤੁਹਾਡੇ ਥਰੂ ਨੂੰ ਗ੍ਰੀਨ ਕਾਰਡ ਮਿਲ ਜਾਣਾ। ਅਸਾਲਮ ਹੀ ਲੜਨਾ ਪੈਣਾ ਉਹਨੂੰ, ਕਿਉਂਕਿ 2 ਨੰਬਰ 'ਚ ਆਇਆ ਸੀਗਾ ਤੇ ਟੱਪਿਆ ਸੀਗਾ। ਐਡਜਸਟਮੈਂਟ ਆਫ ਸਟੇਟਸ ਲਈ ਐਲੀਜੀਬਲ ਨਹੀਂ ਹੈਗਾ। ਅੱਛਾ, ਐਡਜਸਟਮੈਂਟ ਸਟੇਟਸ ਨਹੀਂ ਆਏਗਾ ਇਹ? ਨਹੀਂ, ਤੁਹਾਡੇ ਥਰੂ ਨਹੀਂ ਆਊਗਾ, ਉਹਨੂੰ ਅਸਾਈਲਮ ਦੇ ਥਰੂ ਹੀ ਮਿਲੂਗਾ। ਫਿਰ ਅਸਾਈਲਮ ਦੇ ਥਰੂ ਮਿਲਣਾ ਪੈਣਾ, ਤੇ ਜਾਂ ਫਿਰ ਜੇ ਇਹਦਾ ਅਸਾਈਲਮ ਨਹੀਂ ਪਾਸ ਹੁੰਦਾ ਤੁਹਾਨੂੰ ਉਸ ਵੇਲੇ ਆਪਣੇ ਤੁਹਾਨੂੰ ਅਸਾਈਲਮ ਦੀ ਜਿਹੜੀ ਫਾਈਨਲ ਤਰੀਕ ਹੈ ਕੋਰਟ ਮੋਰੇ, ਉੱਤੇ ਜਾਣ ਤੋਂ ਪਹਿਲਾਂ ਤੁਹਾਨੂੰ ਆਪਣੇ ਵਕੀਲ ਨਾਲ ਵਲੰਟਰੀ ਡਿਪਾਰਚਰ ਵਾਲਾ ਰਿਲੀਫ ਆ ਉਹ ਡਿਸਕਸ ਕਰਕੇ ਜਾਣਾ ਪੈਣਾ, ਕਿਉਂਕਿ ਜੱਜ ਨੇ ਉੱਥੋਂ ਜਦੋਂ ਅਸਾਈਲਮ ਡਿਨਾਈ ਕੀਤਾ ਉਹਨੇ ਪੁੱਛਣਾ ਕਿ ਵਲੰਟਰੀ ਡਿਪਾਰਚਰ ਚਾਹੀਦਾ ਕਿ ਨਹੀਂ ਚਾਹੀਦਾ। ਉਹ ਤਾਂ ਬੜਾ ਲੰਬਾ ਟੌਪਿਕ ਹੈਗਾ ਡਿਸਕਸ਼ਨ ਦਾ, ਰੇਡੀਓ ਤੇ ਨਹੀਂ ਕਰ ਸਕਦੇ ਤੁਸੀਂ। ਆਪਣੇ ਜਿਹੜਾ ਵਕੀਲ ਹੈ ਨਾ ਉਹਨੂੰ ਪੁੱਛੋ ਕਿ ਵਲੰਟਰੀ ਡਿਪਾਰਚਰ ਦਾ ਮੈਨੂੰ ਫਾਇਦਾ ਹੈਗਾ ਕਿ ਨਹੀਂ ਹੈਗਾ। ਜੀ ਜੀ। ਸੋ ਜਿੱਦਾਂ ਇਹ ਸਿਨਾਰੀਓ ਹੈ, ਬਹੁਤ ਸਾਰੇ ਲੋਕਾਂ ਦਾ ਇਹ ਸਿਨਾਰੀਓ ਹੋਊਗਾ। ਥੋੜ੍ਹਾ ਜਿਹਾ ਇਸ ਨੂੰ ਜੇ ਤੁਸੀਂ ਮਾੜਾ ਜਿਹਾ ਹੋਰ ਐਕਸਪਲੇਨ ਜਿਹੜਾ ਕਰ ਦਿਓ ਵੀ ਕੀ ਇਸ ਸਥਿਤੀ ਦੇ ਵਿੱਚ ਕੀ ਹੁੰਦਾ ਹੈ ਤੇ ਕੀ ਕੀਤਾ ਜਾ ਸਕਦਾ ਹੈ। ਆਪਾਂ ਨੂੰ ਵੈਸੇ ਮੈਂ ਕਰੂੰਗਾ ਇਹਦੇ ਉੱਤੇ ਇੱਕ ਟੌਪਿਕ ਡਿਸਕਸ। ਬੇਸਿਕਲੀ ਕੀ ਹੁੰਦਾ ਹੈ ਕਿ ਜਿਹੜੀ ਮੈਨਰ ਆਫ ਤੁਹਾਡੀ ਐਂਟਰੀ ਹੈ ਕਿ ਤੁਸੀਂ ਕਿੱਦਾਂ ਆਏ ਹੋ, ਉਹ ਕਾਫੀ ਜ਼ਿਆਦਾ ਕੰਟਰੋਲਿੰਗ ਹੁੰਦੀ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਆਏ ਹੋ। ਠੀਕ ਹੈ। ਜਿਹੜਾ ਬੰਦਾ 2 ਨੰਬਰ 'ਚ ਆਉਂਦਾ ਟੱਪ ਕੇ, ਉਹ ਐਡਜਸਟਮੈਂਟ ਲਈ ਇਨਐਲੀਜੀਬਲ ਹੈਗਾ। ਠੀਕ ਹੈ। ਜਿੱਦਾਂ ਆਪਾਂ ਯੂ ਵੀਜ਼ੇ ਦੀ ਗੱਲ ਕਰਦੇ ਸੀ ਵੀ ਉਹ ਸਾਰੀਆਂ ਚੀਜ਼ਾਂ ਉਹਦੇ 'ਚ ਵੇਵ ਹੋ ਜਾਂਦੀਆਂ, ਇਹਨਾਂ ਵਿੱਚ ਨਹੀਂ ਹੋਣਗੀਆਂ। ਇਹਨਾਂ 'ਚ ਨਹੀਂ ਹੁੰਦੀਆਂ। ਹਾਂ, ਯੂ ਵੀਜ਼ਾ ਹੋ ਗਿਆ, ਟੀ ਵੀਜ਼ਾ ਹੋ ਗਿਆ, ਟ੍ਰੈਫਿਕਿੰਗ ਵਾਲਾ ਵਾਵਾ ਹੋ ਗਿਆ, ਇਹਨਾਂ ਦੇ ਵਿੱਚ ਤੁਹਾਨੂੰ ਫਾਇਦਾ ਹੋ ਜਾਂਦਾ। ਜਿਹੜੇ ਬਾਕੀ ਆ ਫੈਮਿਲੀ ਬੇਸ ਵਾਲੇ ਆ, ਈਵਨ ਭਾਵੇਂ ਤੁਹਾਡੇ US ਸਿਟੀਜ਼ਨ ਸਪਾਊਸ ਨਾਲ ਵੀ ਤੁਸੀਂ ਵਿਆਹ ਕੀਤਾ, ਜੇ ਤੁਸੀਂ ਟੱਪ ਕੇ ਆਏ ਹੋ 2 ਨੰਬਰ 'ਚ, ਤੁਸੀਂ ਐਡਜਸਟਮੈਂਟ ਨਹੀਂ ਕਰ ਸਕਦੇ, ਤੁਹਾਨੂੰ ਬਾਹਰ ਜਾਣਾ ਪੈਂਦਾ ਇੱਕ ਵਾਰੀ। ਜਦੋਂ ਤੁਹਾਨੂੰ ਬਾਹਰ ਜਾਣਾ ਪੈਂਦਾ ਤੁਹਾਡੇ ਤੇ 2 3 4 12 ਲੱਗ ਸਕਦੀਆਂ ਜਿਹੜੇ ਤੁਹਾਨੂੰ ਇਨਐਲੀਜੀਬਲ ਕਰਦੀਆਂ। ਉਹ ਬਾਰਸ ਕੀ ਹੁੰਦੀਆਂ ਕਿ ਸਭ ਤੋਂ ਪਹਿਲੀ ਬਾਰ ਇਹ ਹੈ ਕਿ ਤੁਸੀਂ ਬਾਰਡਰ ਟੱਪਿਆ। ਦੂਜੀ ਬਾਰ ਤੁਹਾਡੇ ਤੇ ਹੈਗੀ ਕਿ ਤੁਸੀਂ ਸਾਲ ਤੋਂ ਉੱਤੇ ਇਲੀਗਲ ਰਹੇ ਹੋ, ਤੁਹਾਡੀ 10 ਸਾਲ ਦੀ ਬਾਰ ਉਹ ਲੱਗ ਗਈ। ਤੀਜਾ ਤੁਹਾਡਾ ਡੀਪੋਰਟੇਸ਼ਨ ਲੱਗ ਗਈ, ਤੁਸੀਂ ਵਲੰਟਰੀ ਡਿਪਾਰਚਰ ਨਹੀਂ ਲਿੱਤਾ 10 ਸਾਲ ਦੀ, ਤੁਹਾਡੀ ਉਹ ਬਾਰ ਲੱਗ ਗਈ। ਚੌਥਾ ਤੁਸੀਂ ਅਸਾਈਲਮ ਦੇ ਵਿੱਚ ਝੂਠ ਬੋਲਦੇ ਫੜੇ ਗਏ, ਤੁਹਾਡੇ ਤੇ ਮਿਸਰੈਪ੍ਰੈਜ਼ੈਂਟੇਸ਼ਨ ਲੱਗ ਗਈ। ਮਤਲਬ ਇੱਦਾਂ ਨਹੀਂ, ਇਹ ਤੁਹਾਡਾ ਕੇਸ ਟੈਕਨੀਕਲ ਹੋ ਸਕਦਾ। ਕਈ ਵਾਰੀ ਕੀ ਹੈਗਾ ਕਿ ਤੁਸੀਂ ਉਹਨੂੰ ਪਹਿਲਾਂ ਐਡਵਾਂਸ ਕਰਕੇ, ਜਦੋਂ ਬੰਦੇ ਕੋਲ ਰਿਲੀਫ ਹੁੰਦਾ, ਡੇਟ ਡੂਟ ਉਹਦੀ ਗਰੰਟ ਹੁੰਦੀ, ਉਹ ਪਹਿਲਾਂ ਵੀ ਵਲੰਟਰੀ ਡਿਪਾਰਚਰ ਲੈ ਸਕਦਾ। ਤੇ ਇਹਨੂੰ ਮੈਂ ਕੀ ਕਿਹਾ ਹੈਗਾ ਕਿ ਤੁਸੀਂ ਆਪਣੇ ਵਕੀਲ ਨਾਲ, ਮੈਨੂੰ ਨਹੀਂ ਪਤਾ ਕਿ ਸਟਰੈਂਥ ਕੀ ਆ, ਵੀਕਨੈਸ ਕੀ ਆ, ਕ੍ਰੈਡਿਟਲ ਫੀਅਰ ਕਿੱਦਾਂ ਦੀ ਹੋਈ ਸੀਗੀ, ਤੁਸੀਂ ਆਪਣੇ ਵਕੀਲ ਨਾਲ ਡਿਸਕਸ ਕਰੋ। ਕਈ ਵਾਰੀ ਤੁਹਾਡੇ ਜੇ ਨੰਬਰਸ ਵਗੈਰਾ ਅਵੇਲੇਬਲ ਆ, ਵਲੰਟਰੀ ਡਿਪਾਰਚਰ ਦਾ ਰਿਲੀਫ ਤੁਹਾਡੇ ਲਈ ਵਧੀਆ ਹੁੰਦਾ ਹੈਗਾ। ਪਰ ਉਹ ਜਿਹੜਾ ਤੁਹਾਡਾ ਹੈਗਾ ਉਹ ਹੀ ਜਿਹਨੂੰ ਪੂਰੀ ਡਿਟੇਲ ਪਤਾ ਹੈਗੀ ਉਹੀ ਸਹੀ ਦੱਸ ਸਕਦਾ। ਤੇ ਜੇ ਤੁਸੀਂ ਆਪਣਾ
ਕੇਸ ਹਾਰ ਕੇ ਵੀ ਤੁਸੀਂ ਵਲੰਟਰੀ ਡਿਪਾਰਚਰ ਦਾ ਰਿਲੀਫ ਕਲੇਮ ਕਰ ਸਕਦੇ ਹੋ, ਪਰ ਫਿਰ ਤੁਹਾਨੂੰ 30 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੇ ਵਾਪਸ ਭੇਜਣਾ ਵਾ। ਅਤੇ ਕਈ ਵਾਰੀ ਲੋਕੀ ਕੀ ਕਰਦੇ ਨੇ ਕਿ ਉਹ ਕਹਿੰਦੇ ਕਿ ਠੀਕ ਹੈ ਮੈਂ ਗੈਂਬਲ ਕਰ ਲੂੰਗਾ ਆਪਣੇ ਸਾਇਲਮ ਕੇਸ ਉੱਤੇ। ਜਿਹੜਾ ਤੁਹਾਡਾ ਸਾਇਲਮ ਕੇਸ ਹੈਗਾ, ਫਿਰ ਤੁਸੀਂ ਉਹਨੂੰ ਸਿੱਧੇ ਤਰੀਕੇ ਦੱਸੋ, ਕੋਈ ਗਲਤ ਡਾਕੂਮੈਂਟ ਨਾ ਦੱਸੋ, ਕੋਈ ਝੂਠ ਨਾ ਬੋਲੋ। ਜੇ ਤੁਸੀਂ ਜਿੱਤਦੇ ਹੋ ਤੁਸੀਂ ਜਿੱਤਦੇ ਹੋ, ਤੁਸੀਂ ਹਾਰਦੇ ਹੋ ਤੁਸੀਂ ਹਾਰਦੇ ਹੋ। ਤੁਸੀਂ ਸਿੱਧਾ ਚਾਂਸ ਲੈ ਕੇ ਦੇਖੋ। ਜੇ ਤੁਸੀਂ ਹਾਰਦੇ ਹੋ ਤੁਸੀਂ ਵਲੰਟਰੀ ਡਿਪਾਰਚਰ ਲਓ, ਬਾਹਰ ਲਓ, ਆਪਣਾ ਇਮੀਗ੍ਰੈਂਟ ਵੀਜ਼ਾ ਸਾਰੇ ਵੇਵਰ ਐਪਰੋਪਰੀਏਟ ਲੈ ਕੇ ਫਿਰ ਤੁਸੀਂ ਵਾਪਸ ਆ ਸਕਦੇ ਹੋ 2 ਸਾਲਾਂ ਦੇ ਅੰਦਰ ਅੰਦਰ। ਜੀ। ਅਤੇ ਜਦੋਂ ਤੁਸੀਂ ਇਹ ਬਾਰਸ ਦੀ ਗੱਲ ਕਰਦੇ ਹੋ ਵੀ ਵੱਖ ਲੱਗਦੀਆਂ, ਇਹ ਸਾਰੀਆਂ ਜਿਹੜੀਆਂ ਪੈਰਲਲੀ ਚੱਲਦੀਆਂ ਜਾਂ ਜੇ 10 ਦੇ ਉੱਤੇ 10 ਵੀ ਉਹ 40 ਸਾਲ ਦੇ ਇਕੱਠੇ ਪੈਰਲਲੀ ਚੱਲਦੀਆਂ? ਠੀਕ ਹੈ। ਪਰ ਜਿਹੜੀ ਝੂਠ ਵਾਲੀ ਬਾਰ ਆ, ਜਿਹੜੀ ਮਿਸਰੈਪ੍ਰਜ਼ੈਂਟੇਸ਼ਨ ਹੈਗੀ, ਹੁਣ ਜਿਹੜੀ 10 ਸਾਲ ਵਾਲੀ ਤਾਂ ਤੁਹਾਡਾ ਸਾਰਾ ਹੋ ਜਾਊਗਾ, ਜਿਹੜਾ ਝੂਠ ਵਾਲਾ ਉਹਦਾ ਵੇਵਰ ਫਿਰ ਵੀ ਤੁਹਾਨੂੰ ਲੈਣਾ ਹੀ ਪੈਣਾ। ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਰਮਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਇਹ ਹੈਗਾ ਹੈ ਕਿ ਮੈਂ ਆਪਣੇ ਮਮ ਡੈਡ ਦਾ ਅਪਲਾਈ ਕਰਨਾ ਚਾਹੁੰਦਾ ਹਾਂ, ਪਰ ਪ੍ਰੋਬਲਮ ਇਹ ਹੈਗੀ ਆ ਕਿ ਜਿਹੜੀ ਮੇਰੀ ਮਮ ਹੈਗੀ ਆ ਉਹ ਮੇਰੀ ਸਟੈਪ ਮਮ ਹੈਗੀ ਆ ਜੀ। ਠੀਕ ਹੈ ਜੀ। ਅਤੇ ਮੇਰੇ ਡੈਡੀ ਦਾ ਦੂਸਰੀ ਮੈਰਿਜ ਹੋਈ ਸੀਗੀ, ਅਤੇ ਮੇਰੀ ਮਮ ਦਾ ਅਤੇ ਮੇਰੇ ਡੈਡੀ ਦੀ ਮੈਰਿਜ ਹੋਈ ਆ ਉਹਦੇ ਅਕੋਰਡਿੰਗ ਮਤਲਬ ਕਿ ਮੇਰੇ 18 ਸਾਲ ਹੋਣ 'ਤੇ ਮਤਲਬ ਮੇਰੇ ਜਨਮ 'ਤੇ ਮੇਰੀ ਮੰਮੀ ਦੀ ਉਮਰ 18 ਸਾਲ ਨਹੀਂ ਬਣਦੀ ਹੈਗੀ। ਤੁਹਾਡੇ ਪੇਰੈਂਟਸ ਨੇ ਤੁਹਾਡੇ 18 ਸਾਲ ਤੋਂ ਪਹਿਲਾਂ ਵਿਆਹ ਕਰਾ ਲਿਆ ਸੀਗਾ? ਨਹੀਂ, ਉਹ ਵੀ ਸਿਚੁਏਸ਼ਨ ਕ੍ਰੀਏਟ ਹੋ ਰਹੀ ਹੈ ਨਾ, ਮਤਲਬ ਕਿਉਂਕਿ ਉਹਨੇ ਬਾਅਦ ਚੋਂ ਕਰਾਇਆ ਹੈਗਾ ਵਿਆਹ। ਮੇਰਾ ਜਵਾਬ ਦਿਓ ਭਾਜੀ, ਤੁਸੀਂ ਤੁਹਾਡੇ 18 ਸਾਲ ਤੇ ਪਹੁੰਚਣ ਤੋਂ ਪਹਿਲਾਂ ਤੁਹਾਡੇ ਪੇਰੈਂਟਸ ਵਿਆਹੇ ਸੀਗੇ ਕਿ ਨਹੀਂ ਸੀਗੇ? ਮੇਰੇ 18 ਸਾਲ ਤੱਕ ਪਹੁੰਚਣ ਤੋਂ ਜੀ ਮੈਨੂੰ ਇਸ ਗੱਲ ਦਾ ਸ਼ੋਰ ਨਹੀਂ ਹੈਗਾ। ਅੱਛਾ, ਤੁਸੀਂ ਭਾਜੀ ਆਪਣੇ ਤੁਸੀਂ ਸਿਟੀਜ਼ਨ ਹੈ ਇਸ ਵੇਲੇ? ਹਾਂਜੀ, ਮੈਂ ਸਿਟੀਜ਼ਨ ਹਾਂ ਜੀ। ਭਾਜੀ ਕੋਈ ਦਿੱਕਤ ਨਹੀਂ ਹੈਗੀ, ਤੁਸੀਂ ਆਪਣੇ ਫਾਦਰ ਦਾ ਕਰੋ ਫਾਈਲ। ਜਿੱਦਾਂ ਮੈਂ ਦੱਸਿਆ ਗ੍ਰੀਨ ਕਾਰਡ ਵਾਲੇ ਦੀ ਡੇਟ ਕਰੰਟ ਚੱਲ ਰਹੀ ਹੈ, ਅਤੇ ਫਾਦਰ ਕੋਈ ਮਤਲਬ ਇੰਨਾ ਜ਼ਿਆਦਾ ਕੋਈ ਖਾਸ ਡਿਫਰੈਂਸ ਨਹੀਂ ਕਰੂਗਾ, ਉਹ ਮੰਗਾ ਸਕਦੇ ਨੇ ਉਹਨਾਂ ਨੂੰ ਈਜ਼ੀਲੀ। ਅੱਛਾ, ਮੈਂ ਪਹਿਲਾਂ ਆਪਣੇ ਸਿਰਫ ਡੈਡ ਦਾ ਕਰਾਂ ਤੇ ਮੇਰੇ ਡੈਡ ਉਹਨਾਂ ਨੂੰ ਮੰਗਾਉਣਗੇ? ਹਾਂਜੀ, ਠੀਕ ਹੈ ਜੀ। ਠੀਕ ਹੈ। ਜੇ ਮੈਂ ਇੱਕ ਹੋਰ ਕੁਐਸਚਨ ਪੁੱਛ ਸਕਾਂ ਪਲੀਜ਼? ਜੀ ਪੁੱਛੋ। ਅੱਛਾ, ਜੇ ਆਪਣੇ ਬ੍ਰਦਰ ਸਿਸਟਰਸ ਦਾ ਮਤਲਬ ਕਿ ਮੈਂ ਪਟੀਸ਼ਨ ਅਪਲਾਈ ਕਰਨੀ ਹੋਵੇ ਹੁਣ, ਮਤਲਬ ਕਿ ਉਹਨਾਂ ਵਾਸਤੇ ਮੈਨੂੰ ਕਿਹੜੇ ਡਾਕੂਮੈਂਟਸ ਦੀ ਰਿਕੁਆਇਰਮੈਂਟ ਹੈਗੀ ਹੈ? ਕਿਉਂਕਿ ਉਹਨਾਂ ਸਾਰਿਆਂ ਦੇ ਬਰਥ ਸਰਟੀਫਿਕੇਟਸ ਦੇ ਉੱਤੇ ਤੇ ਪਾਸਪੋਰਟ ਦੇ ਉੱਤੇ ਨਾ ਨਾਮ ਡਿਫਰੈਂਸ ਹੈਗਾ ਆ, ਮਤਲਬ ਕਿ ਨਾਮ ਸਪੈਲਿੰਗ ਡਿਫਰੈਂਸ ਹੈਗੇ ਇੱਦਾਂ। ਤੁਸੀਂ ਸਭ ਤੋਂ ਪਹਿਲਾਂ ਕੀ ਕਰੋ ਕਿ ਪਾਸਪੋਰਟ ਵਾਲੇ ਨਾਲ ਗੱਲ ਕਰੋ ਇੰਡੀਆ ਦੇ ਵਿੱਚ, ਦੇਖੋ ਕਿ ਕੀ ਨਾਮ ਪਾਸਪੋਰਟ ਵਾਲੇ ਲਾਓਗੇ ਉਹਦੇ ਉੱਤੇ, ਕਿਉਂਕਿ ਜਿਹੜਾ ਤੁਹਾਡੀ ਫਾਈਨਲ ਜਿਹੜੀ ਵੀਜ਼ਾ ਐਪਲੀਕੇਸ਼ਨ ਹੈ DS 260 ਉਹ ਪਾਸਪੋਰਟ ਦੇ ਹਿਸਾਬ ਨਾਲ ਚੱਲਦੀ ਹੈ, ਅਤੇ ਜਿਹੜਾ ਵੀ ਤੁਹਾਡੇ ਪਾਸਪੋਰਟ ਦੇ ਉੱਤੇ ਨਾਮ ਹੈ ਉਹ ਰੱਖੋ। ਅਤੇ ਇਸ ਤੋਂ ਇਲਾਵਾ ਤੁਹਾਨੂੰ ਜਿਹੜੀ ਡਿਸਕ੍ਰਿਪੈਂਸੀ ਹੈ ਉਹ ਤੁਹਾਨੂੰ ਐਫੀਡੇਵਿਟਸ ਨਾਲ ਰਿਮੂਵ ਕਰਨੀਆਂ ਪੈਣੀਆਂ, ਜਿੱਦਾਂ ਡਿਫਰੈਂਟ ਨਾਮ ਹੈਗੇ ਸਾਰੇ ਡਿਸਕਲੋਜ਼ ਕਰੋ ਇਮੀਗ੍ਰੇਸ਼ਨ ਵਾਲਿਆਂ ਨੂੰ, ਅਤੇ ਕੋਈ ਦਿੱਕਤ ਹੋਊਗੀ ਨਹੀਂ। ਅਤੇ ਜਿਹੜਾ 130 ਤੁਸੀਂ ਫਾਈਲ ਕਰਨਾ ਹੈ, I-130 ਜਿਹੜਾ ਫਾਈਲ ਕਰੋਗੇ ਉਹ ਤੁਸੀਂ ਪਾਸਪੋਰਟ ਦੇ ਹਿਸਾਬ ਨਾਲ ਫਾਈਲ ਕਰੋਗੇ। ਕਿ ਮੇਰੇ ਭਰਾਵਾਂ ਦੇ? ਸੌਰੀ ਭਾਜੀ, ਆਵਾਜ਼ ਕੱਟ ਗਈ, ਦੁਬਾਰਾ ਦੱਸਿਓ। ਮੇਰੇ ਪਾਸਪੋਰਟ ਦੀ ਗੱਲ ਕਰ ਰਹੇ ਹੋ ਕਿ ਮੇਰੇ ਭਰਾਵਾਂ ਦੇ? ਨਹੀਂ, ਹਾਂਜੀ ਭਰਾਵਾਂ ਦੇ ਪਾਸਪੋਰਟ ਦੇ। ਹਾਂਜੀ, ਉਹਦੇ ਹਿਸਾਬ ਨਾਲ ਤੁਸੀਂ 130 ਫਾਈਲ ਕਰੋ ਆਪਣਾ ਪਾਸਪੋਰਟ ਦੇ ਹਿਸਾਬ ਨਾਲ, ਠੀਕ ਹੈ? ਤਾਂ ਕਿ ਜਿਹੜਾ 130 ਹੈਗਾ ਅਤੇ ਪਾਸਪੋਰਟ ਉਹ 'ਚ ਕੰਸਿਸਟੈਂਸੀ ਚਾਹੀਦੀ ਹੈ। ਅਤੇ ਜਿਹੜਾ ਐਫੀਡੇਵਿਟ ਹੁੰਦਾ ਵਾ, ਐਫੀਡੇਵਿਟਸ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿ ਨਾਮ ਬਰਥ ਸਰਟੀਫਿਕੇਟ ਦੇ ਵਿੱਚ ਨਾਮ ਦੀ ਕਿਉਂ ਡਿਸਕ੍ਰਿਪੈਂਸੀ ਹੈ। ਬਰਥ ਸਰਟੀਫਿਕੇਟ ਦਾ ਇੰਨਾ ਚੱਕਰ ਨਹੀਂ ਹੁੰਦਾ, ਕਈ ਵਾਰੀ ਤਾਂ ਲਿਖਦੇ ਵੀ ਨਹੀਂ ਉਹ, ਹੈ ਨਾ, ਅਤੇ ਉਹ ਐਫੀਡੇਵਿਟ ਨਾਲ ਐਸਟੈਬਲਿਸ਼ ਕਰ ਸਕਦੇ ਹੋ ਤੁਸੀਂ। ਓਕੇ। ਅਤੇ ਅੱਗੇ ਫਿਰ DNA ਟੈਸਟਿੰਗ ਵਗੈਰਾ ਹੋਰ ਵੀ ਕਾਫੀ ਸਾਰੀਆਂ ਆਪਸ਼ਨਸ ਹੁੰਦੀਆਂ, ਅਤੇ ਤੁਸੀਂ ਜਿੱਦਾਂ ਮੈਂ ਦੱਸਿਆ ਇਸ ਕਰਕੇ ਪਾਸਪੋਰਟ ਅਤੇ 130 ਕ੍ਰਿਟੀਕਲ ਡਾਕੂਮੈਂਟ ਆ ਜਾਂਦੇ ਨੇ। ਜੀ, ਠੀਕ ਹੈ ਜੀ, ਥੈਂਕ ਯੂ ਜੀ। ਜੀ, ਅਤੇ ਬਿਲਕੁਲ ਤੁਸੀਂ ਵੀਰ ਜੀ ਜੇ ਹੋਰ ਜ਼ਿਆਦਾ ਤੁਸੀਂ ਕਰਨਾ ਚਾਹੁੰਦੇ ਹੋ ਆਪਣੇ ਕੇਸ ਦੇ ਬਾਰੇ ਤਾਂ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਅਪੁਆਇੰਟਮੈਂਟ ਜਿਹੜੀ ਉਹ ਬਣਾ ਸਕਦੇ, ਕਿਉਂਕਿ ਰੇਡੀਓ ਦੇ ਉੱਤੇ ਸੀਮਤ ਸਮਾਂ ਹੁੰਦਾ, ਇਕੱਲਾ ਆਪਾਂ ਇੱਕ ਜਾਣੇ ਨਹੀਂ, ਬਹੁਤ ਸਾਰੇ ਸਰੋਤਿਆਂ ਦੇ ਜਿਹੜੇ ਸਵਾਲਾਂ ਦੇ ਜਵਾਬ ਦੇਣੇ ਹੁੰਦੇ ਆ। ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਕੰਟੈਕਟ ਕਰ ਸਕਦੇ ਹੋ 4159090503 ਦੇ ਉੱਤੇ। ਅਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਗੁਰਦੀਪ ਜੀ, ਸਤਿ ਸ਼੍ਰੀ ਅਕਾਲ। ਦੋਹਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ, ਮੈਂ ਨਾ ਆਪਣੀ ਸਿਸਟਰ ਦਾ ਅਪ੍ਰੈਲ 2006 'ਚ ਅਪਲਾਈ ਕੀਤਾ ਸੀਗਾ, ਤੇ ਅਜੇ ਤੱਕ ਕੁਛ ਨਹੀਂ ਆਇਆ ਹੈਗਾ, ਉਹਨਾਂ ਕੀ ਸਿਚੁਏਸ਼ਨ ਹੈ ਜੀ? April 2006 ਦੇ ਵਿੱਚ, ਅਪ੍ਰੈਲ 2006 'ਚ, ਹਾਂਜੀ, ਆ ਤਾਂ ਜਾਣਾ। ਇਹ ਹੁਣ ਜਿਹੜੀ ਚਾਰਟ ਮੈਂ ਤੁਹਾਨੂੰ ਡੇਟ ਦੱਸ ਦਿੰਦਾ, ਜਿਹੜੀ ਆਪਣੀ ਚਾਰਟ ਇਹਦੇ ਹਿਸਾਬ ਦੇ ਨਾਲ ਮਾਰਚ 2005 ਚੱਲ ਰਿਹਾ ਹੈਗਾ। ਅੱਛਾ ਜੀ। ਹਾਂਜੀ, ਜੀ ਤੁਹਾਨੂੰ ਵੈਸੇ ਆ ਜਾਣਾ ਚਾਹੀਦਾ, ਤੁਸੀਂ ਫੋਲੋ ਅਪ ਕਰੋ, ਮੇਕ ਸ਼ੋਰ ਕਰਿਓ ਕੁਛ ਮਿਸ ਨਹੀਂ ਹੋਇਆ।
ਤੇ ਤੁਸੀਂ ਉਹਨਾਂ ਮਾਰਚ 2005 ਹੈ, ਹਾਂਜੀ। ਕਹਿੰਦੇ ਸੀ ਦਸੰਬਰ 2005 ਚੱਲਦਾ ਸੀ। ਨਹੀਂ ਜੀ ਹਾਂਜੀ, ਤੁਸੀਂ ਜ਼ਰੂਰ ਫੋਲੋ ਅਪ ਕਰੋ ਜੀ ਉਹਨਾਂ ਦੇ ਨਾਲ। ਸੋ ਇਹ ਫੋਲੋ ਅਪ NVC ਨਾ ਕਰਨ, USCIS ਨਾ ਕਰਨ, ਕਿੱਥੇ ਫੋਲੋ ਅਪ ਕਰਨਾ ਹੁੰਦਾ ਹੈ? NVC ਵਾਲਿਆਂ ਨਾਲ। NVC ਵਾਲਿਆਂ ਦੇ ਨਾਲ ਜੀ। ਅਗਲੇ ਕਾਲਰ ਨੇ ਜੀ ਜਸਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਆਪਣੇ ਭਾਈ ਮੈਂ ਨਾ ਆਪਣੇ ਮਦਰ ਨੂੰ ਕੀਤਾ ਸੀ ਅਪਲਾਈ 2019 ਚ, ਤੇ ਜੁਲਾਈ ਦੀ ਉਹਨਾਂ ਦੀ ਪ੍ਰਾਇਓਰਟੀ ਡੇਟ ਸੀ ਕਿ ਜਿਹੜੀ ਉਹਨਾਂ ਦੀ ਹੁੰਦੀ ਹੈ ਇਮੀਗ੍ਰੇਸ਼ਨ ਵਾਲਿਆਂ ਦੀ। ਤੁਸੀਂ ਸਿਟੀਜ਼ਨ ਆ ਭਾਜੀ? ਹਾਂਜੀ ਹਾਂਜੀ। ਅੱਛਾ ਜੀ। ਤੇ ਉਹ ਕਰੋਨਾ ਕਰਕੇ ਤੁਹਾਨੂੰ ਪਤਾ ਉਹ ਐਮਬੈਸੀਆਂ ਹੋ ਗਈਆਂ ਸੀ ਬੰਦ, ਤੇ ਉਹਨਾਂ ਦੇ ਜਿਹੜੇ ਪੇਪਰ ਹੈ ਉਹ ਸਾਰੇ ਅਪਰੂਵਡ ਹੋ ਗਏ ਆ NVC ਵੱਲੋਂ। ਤੇ ਇੰਟਰਵਿਊ ਦੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਉਹਨਾਂ ਨਾਲ ਅੰਬੈਸੀ ਨਾਲ ਕਰਕੇ ਤੁਹਾਨੂੰ ਨੋਟੀਫਾਈ ਕਰ ਦਾਂਗੇ। ਤੇ ਮੇਰਾ ਕੁਐਸਚਨ ਇਹ ਹੈ ਭਾਈ ਕਿ ਉਹ ਪੇਪਰ ਜਿਹੜੇ ਆਪਾਂ ਸਬਮਿਟ ਕੀਤੇ ਉਹ ਐਕਸਪਾਇਰ ਤੇ ਨਹੀਂ ਹੁੰਦੇ? ਪੁਲਿਸ ਸਰਟੀਫਿਕੇਟ ਭਾਜੀ ਐਕਸਪਾਇਰ ਹੋ ਜਾਂਦੀ, ਤੇ ਮੈਡੀਕਲ ਐਕਸਪਾਇਰ ਹੋ ਜਾਂਦੇ, ਤੇ ਜਿਹੜਾ DS 260 ਹੈਗਾ ਉਹ ਐਕਸਪਾਇਰ ਹੋ ਜਾਂਦਾ, ਉਹ ਤੁਹਾਨੂੰ ਦੁਬਾਰਾ ਭਰਨਾ ਪਊਗਾ। ਓ ਠੀਕ ਹੈ ਜੀ। ਹਾਂ, ਠੀਕ ਹੈ। ਉਹ ਆਪਾਂ ਹੁਣ ਨਾ ਸਾਡੇ ਕੇਸ ਪਹਿਲਾਂ ਜਿੱਦਾਂ ਹੁਣ ਮਤਲਬ ਕਿ ਕਾਫੀ ਸਾਰੇ ਕੇਸ ਮੈਂ ਐਜ਼ ਅ ਲਾਇਰ ਇਹ ਕਰ ਚੁੱਕਿਆ ਕਿ ਉਹ ਕਰ ਰਹੇ ਹੈਗੇ ਨੇ। ਬੇਸਿਕਲੀ ਉਹ ਤੁਹਾਨੂੰ ਇੱਕ ਈਮੇਲ ਪਾ ਰਹੇ ਨੇ, ਈਮੇਲ ਦੇ ਵਿੱਚ ਉਹ ਤੁਹਾਨੂੰ ਕਹੋਗੇ ਕਿ ਆਪਣੀ ਜਿਹੜੀ ਪੁਲਿਸ ਸਰਟੀਫਿਕੇਟ ਹੈ, ਪਾਸਪੋਰਟ ਹੈ, ਤੇ ਉਹ ਸਾਨੂੰ ਆਹ ਵਾਲੇ ਐਡਰੈਸ 'ਤੇ ਮੈਸੇਜ ਕਰ ਦਿਓ। ਅਤੇ ਜਿਹੜਾ ਤੁਹਾਡਾ DS 260 ਉਹ ਤੁਹਾਨੂੰ ਨਾ ਪਿੱਛੋਂ ਦੀ ਉਹ ਤੁਹਾਡਾ ਰੀਸੈਟ ਕਰ ਦੂਗੇ, ਤੁਹਾਨੂੰ ਉਹ ਦੁਬਾਰਾ ਇੱਕ ਮੌਕਾ ਮਿਲ ਜੂਗਾ ਭਰਨ ਦਾ। ਅਤੇ ਸੌਖਾ ਜਿਹਾ ਪ੍ਰੋਸੈਸ ਹੈਗਾ, ਕੋਈ ਬਿਗ ਡੀਲ ਨਹੀਂ ਹੈਗੀ। ਇਹਦੇ ਨਾਲ ਜਿਹੜਾ ਤੁਹਾਡਾ 864 ਜਿਹੜਾ ਐਵੀਡੈਂਸ ਹੈਗਾ, ਕਿਉਂਕਿ ਹੁਣ ਟੈਕਸ ਰਿਟਰਨ ਵਗੈਰਾ ਨਵੀਂ ਆ ਗਈਆਂ, ਅਤੇ ਫਾਈਨੈਂਸ਼ੀਅਲਸ ਤੁਹਾਨੂੰ ਆਪਣੇ ਦੁਬਾਰਾ ਅਪਲੋਡ ਕਰਨੇ ਪੈਣੇ ਨੇ। ਠੀਕ ਹੈ ਜੀ। ਠੀਕ ਹੈ। ਉਹ ਮਤਲਬ ਕਿ ਸਾਰਾ ਪੇਪਰ ਵਰਕ ਉਹ ਫਿਰ ਆਪਾਂ ਨੂੰ ਉਹ ਕਰਨਾ ਪੈਣਾ? ਹਾਂਜੀ ਹਾਂਜੀ, ਕਰੰਟ ਕਰਨਾ ਪੈਣਾ ਜਿਹੜਾ ਵੀ ਹੈਗਾ ਜੀ। ਠੀਕ ਹੈ। ਤੇ ਇੱਕ ਇਹ ਜਦੋਂ ਅੰਬੈਸੀਆਂ ਖੁੱਲਣਗੀਆਂ ਫਿਰ ਹੀ ਆਪਾਂ ਨੂੰ ਪਤਾ ਲੱਗਣਾ ਹੈ ਨਾ ਕਿ ਕਦੋਂ? ਹਾਂਜੀ, ਅਜੇ ਤਾਂ ਮਤਲਬ ਪੇਰੈਂਟਸ ਉਹਨਾਂ ਦੀ ਪਹਿਲ ਨਹੀਂ ਹੈਗੀ, ਅਜੇ ਤਾਂ ਉਹ ਬੱਚਿਆਂ ਤੇ ਫਿਆਂਸੇ ਤੇ ਵਾਈਫ ਵਾਲੇ ਹਸਬੈਂਡ ਵਾਈਫ ਵਾਲੇ ਕੇਸਾਂ 'ਚ ਉਲਝੇ ਹੋਏ ਨੇ ਜੀ। ਠੀਕ ਹੈ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ। ਓਕੇ ਜੀ, ਥੈਂਕ ਯੂ ਜੀ। ਅਗਲੇ ਕਾਲਰ ਜਸਵੰਤ ਸਿੰਘ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਵਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੈਂ ਸਿਟੀਜ਼ਨ ਹਾਂ ਜੀ, ਔਰ ਮੈਂ 2011 ਦੇ ਵਿੱਚ OCI ਲਈ ਸੀ ਅੰਮ੍ਰਿਤਸਰ ਤੋਂ ਜੀ। ਮੇਰਾ ਪਾਸਪੋਰਟ ਜਿਹੜਾ ਰਿਨਿਊ ਹੋਇਆ ਜੀ 18 ਦੇ ਵਿੱਚ ਜੀ। ਹੁਣ ਕਹਿੰਦੇ ਆ ਕਿ OCI ਨਵਾਂ ਪਾਸਪੋਰਟ ਜਦੋਂ ਬਣਦਾ ਤੇ OCI ਵੀ ਨਵੀਂ ਲੈਣੀ ਪਊ। ਮੈਨੂੰ ਭਾਜੀ OCI ਦਾ ਪਤਾ ਨਹੀਂ ਹੈਗਾ, ਟੂ ਬੀ ਓਨੈਸਟ। ਮੈਂ ਇੰਡੀਅਨ ਇਮੀਗ੍ਰੇਸ਼ਨ 'ਚ ਨਹੀਂ ਕਰਦਾ ਡੀਲ। ਇਹਦੇ ਲਈ ਜਸਵੰਤ ਜੀ ਤੁਹਾਨੂੰ ਬੈਟਰ ਆ ਜਾਂ ਤੁਸੀਂ ਅੰਬੈਸੀ ਤੋਂ ਇੰਡੀਆ ਦੀ ਅੰਬੈਸੀ ਜਿਹੜੀ ਹੈਗੀ ਇੱਥੇ ਸੈਨ ਫਰਾਂਸਿਸਕੋ ਜਾਂ ਅਮਰੀਕਾ 'ਚ ਵੱਖ-ਵੱਖ ਥਾਵਾਂ 'ਤੇ ਉਹਨਾਂ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ, ਜਾਂ ਜੇ ਤੁਹਾਨੂੰ ਕੋਈ ਜਾਣਕਾਰ ਹੈਗਾ ਜਿਹੜਾ ਇੰਡੀਅਨ ਇਮੀਗ੍ਰੇਸ਼ਨ ਦਾ ਕੰਮ ਕਰਦਾ ਆ ਉਹਦੇ ਨਾਲ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਆ। ਇਹ US ਦੀ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ। ਰੁਪਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਰੁਪਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਰੁਪਿੰਦਰ ਬੋਲਦੀ ਹਾਂ। ਮੇਰਾ ਕੁਐਸਚਨ ਹੈਗਾ, ਮੈਂ ਆਪਣੀ ਸਿਸਟਰ ਦਾ ਕੀਤਾ ਸੀਗਾ ਤੇ ਉਹਨਾਂ ਨੂੰ ਮੈਂ ਐਫੀਡੈਵਿਟ ਆਫ ਸਪੋਰਟ ਵਗੈਰਾ ਸਾਰੇ ਡਾਕੂਮੈਂਟਸ ਭੇਜੇ ਨੇ, ਤੇ ਉਹ ਕਹਿੰਦੇ ਕਿ ਉੱਥੇ 2 ਤਰ੍ਹਾਂ ਦੀ ਫੀਸ ਲੱਗਦੀ ਆ, ਤੇ ਮੈਨੂੰ ਪਤਾ ਨਹੀਂ ਕਿਹੜੀਆਂ 2 ਫੀਸਾਂ ਹੈਗੀਆਂ ਨੇ, ਤੇ ਉਹ ਇੱਥੇ ਪੇ ਕਰਨੀਆਂ ਨੇ ਜੀ। ਤੁਸੀਂ ਆਪਣੇ ਉਹਦੇ ਵਿੱਚ ਲੌਗਇਨ ਕਰੋ, ਇਨਵੋਇਸ ID ਤੇ ਕੇਸ ਨੰਬਰ ਪਾ ਕੇ, ਤੇ 2 ਤਰ੍ਹਾਂ ਦੀਆਂ ਫੀਸ ਹੈ। ਇੱਕ ਵੀਜ਼ਾ ਫੀਸ ਲੱਗੂਗੀ, ਇੱਕ ਹੁੰਦਾ ਹੈ ਐਫੀਡੈਵਿਟ ਆਫ ਸਪੋਰਟ ਫੀਸ, ਤੇ ਉਹ ਤੁਹਾਨੂੰ ਉੱਥੇ ਲਿੰਕ ਮਿਲ ਜਾਣਾ। ਜਦ ਤੁਸੀਂ ਲੌਗਇਨ ਕਰਦੇ ਹੋ ਉੱਥੇ ਤੁਹਾਨੂੰ ਪੇਮੈਂਟ ਦੀ ਆਪਸ਼ਨ ਦੇ ਦੇਣਗੇ। ਸੋ ਲੌਗਇਨ ਕਿਹੜੀ ਵੈਬਸਾਈਟ ਹੈ? ਜਿਹੜਾ ਤੁਹਾਨੂੰ ਈਮੇਲ ਆਉਂਦੀ ਨਾ ਉਹਦੇ ਵਿੱਚ ਉਹਨਾਂ ਨੇ ਲਿੰਕ ਵੀ ਦਿੱਤਾ ਹੋਇਆ ਵਾ, ਤੇ ਉਹਦੇ ਵਿੱਚ ਉਹਨਾਂ ਨੇ ਤੁਹਾਨੂੰ ਜਿਹੜਾ ਲੌਗਇਨ ਡਿਟੇਲ ਹੈਗੀਆਂ ਜਿਹੜੀ ਉਹ ਵੀ ਦਿੱਤੀਆਂ ਹੋਈਆਂ ਜੀ। ਆਪਣੀ ਈਮੇਲ ਨੂੰ ਦੇਖੋ ਜੀ। ਠੀਕ ਆ ਭਾਜੀ। ਉਹ ਕਹਿੰਦੇ ਕਿ ਅਸੀਂ ਕਰਦੇ ਹਾਂ, ਲੌਗਇਨ ਕਰਦੇ ਹਾਂ, ਤੇ ਉਹ ਕਹਿੰਦੇ ਕਿ ਪਹਿਲਾਂ ਫੀਸ ਪੇ ਕਰੋ, ਫਿਰ ਅੱਗੇ ਇਨਫੋਰਮੇਸ਼ਨ ਫਿਰ ਸਬਮਿਟ ਕਰ ਸਕਦੇ ਹੋ। ਉਹ ਤਾਂ ਫਿਰ ਇੱਦਾਂ ਹੀ ਆ ਜੀ, ਉਹ ਤਾਂ ਇੱਦਾਂ ਹੀ ਨਹੀਂ ਉਹ ਫੀਸ ਅਸੀਂ ਇੱਥੇ ਦੇਣੀ ਕਿ ਜਾਂ ਆਨਲਾਈਨ ਦੇਣੀ? ਇੱਥੇ ਦੇਵਾਂਗੇ ਹਨਾ? ਜੀ 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 ਜੀ, ਬਿਲਕੁਲ। ਹਾਂਜੀ, ਓਕੇ ਸਰ। ਓਕੇ, ਸਤਿ ਸ਼੍ਰੀ ਅਕਾਲ ਜੀ। ਸੋ ਪਟੀਸ਼ਨ ਕਰਤਾ ਦੀਆਂ ਵੱਖਰੀਆਂ ਫੀਸਾਂ ਨੇ, ਤੇ ਪਟੀਸ਼ਨ ਦਾ ਲਾਭਪਾਤਰੀ ਜਿਹੜਾ ਹੈ ਉਸ ਦੀਆਂ ਵੱਖਰੀਆਂ ਨੇ, ਰਾਈਟ ਭਾਜੀ? ਜਦੋਂ ਵੀ ਤੁਸੀਂ ਇਮੀਗ੍ਰੇਸ਼ਨ, ਜਿੱਦਾਂ ਆਪਾਂ ਪਹਿਲਾਂ ਦੱਸਿਆ ਕਿ ਜਿਹੜੀ ਇਮੀਗ੍ਰੇਸ਼ਨ ਏਜੰਸੀ ਹੈ ਇਹਨੂੰ ਫੰਡਿੰਗ ਨਹੀਂ ਮਿਲਦੀ ਪਿੱਛੋਂ ਦੀ, ਇਹ ਸਿਰਫ ਫੀਸਾਂ ਦੇ ਉੱਤੇ ਹੀ ਰਨ ਹੁੰਦੀ ਹੈ। ਜੀ ਜੀ ਜੀ। ਫੀਸਾਂ ਦੇ ਨਾਲ ਹੀ ਇਹਦੇ ਬਜਟ ਬਣਦੇ ਨੇ। ਜਦੋਂ ਤੁਸੀਂ 130 ਫਾਈਲ ਕਰਦੇ ਹੋ ਤੁਸੀਂ $535 ਫੀਸ ਦਿੰਦੇ ਹੋ। ਜਦੋਂ ਤੁਹਾਡਾ ਫਿਰ ਅਪਰੂਵ ਹੁੰਦਾ, ਨੰਬਰ ਜਾਂਦਾ ਅੱਗੇ, ਫਿਰ ਤੁਹਾਨੂੰ NVC ਵਾਲੇ ਸ਼ੁਰੂ ਕਰਨ ਤੋਂ ਪਹਿਲਾਂ ਪ੍ਰੋਸੈਸ ਤੁਹਾਨੂੰ ਇੱਕ ਕੇਸ ਨੰਬਰ ਤੇ ਇਨਵੋਇਸ ID ਭੇਜਦੇ ਨੇ, ਉਹਨੂੰ ਪਾ ਕੇ ਤੁਸੀਂ ਸਭ ਤੋਂ ਪਹਿਲਾ ਕੰਮ ਤੁਹਾਡਾ ਇਹ ਹੈ, ਤੁਸੀਂ ਫੀਸ ਪੇ ਕਰਨੀ ਹੈ। ਜੀ ਜੀ। ਤੇ ਅਗਲੇ ਜਿਹੜੇ ਕਾਲਰ ਨੇ ਜਸਕਰਨ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈਗਾ ਇਹ ਕਿ ਰਿਗਾਰਡਿੰਗ
ਜਿੱਦਾਂ ਇਹਨਾਂ ਦਾ 5 ਸਾਲ ਦਾ ਟਾਈਮ ਹੈਗਾ ਸਿਟੀਜ਼ਨਸ਼ਿਪ ਦਾ, ਮੈਂ ਗ੍ਰੀਨ ਕਾਰਡ ਹੋਲਡਰ ਹਾਂ ਜੀ 2017 ਤੋਂ 28 ਜਨ ਵਿੱਚੋਂ ਮੈਂ ਰੀ-ਐਂਟਰੀ ਲਈ ਸੀਗੀ, ਬਟ ਮੈਂ 1 ਸਾਲ ਪਹਿਲਾਂ ਆ ਗਿਆ ਸੀਗਾ। ਤੇ ਮੈਨੂੰ ਥੋੜਾ ਜਿਹਾ ਕਲੈਰੀਫਾਈ ਕਰੋ ਕਿ ਜਿਹੜਾ 2 ਸਾਲ ਦਾ ਟਾਈਮ ਮਤਲਬ ਕਿ ਤੁਹਾਡਾ ਉਹ ਰੀ-ਐਂਟਰੀ ਜਿਹੜਾ ਕੋਈ ਸਟੇਟਸ ਚੇਂਜ ਕਰਦਾ ਉਹਦੇ ਨਾਲ? ਤੁਹਾਡਾ ਭਾਜੀ ਜਿਹੜਾ ਰੀ-ਐਂਟਰੀ ਪਰਮਿਟ ਹੈ ਉਹ ਤੁਹਾਡਾ ਗ੍ਰੀਨ ਕਾਰਡ ਨੂੰ ਲੈਪਸ ਹੋਣ ਤੋਂ ਬਚਾ ਲੈਂਦਾ, ਪਰ ਤੁਹਾਡਾ ਰੀ-ਐਂਟਰੀ ਪਰਮਿਟ ਹੈਗਾ ਤੁਹਾਡੀ ਸਿਟੀਜ਼ਨਸ਼ਿਪ ਕਲੌਕ ਨੂੰ ਨਹੀਂ ਬਚਾਉਂਦਾ ਹੈਗਾ। ਜਦੋਂ ਤੁਸੀਂ 6 ਮਹੀਨੇ ਤੋਂ ਵੱਧ ਬਾਹਰ ਰਹਿ ਜਾਂਦੇ ਹੋ, ਤੁਹਾਡੀ ਸਿਟੀਜ਼ਨਸ਼ਿਪ ਦੀ ਜਿਹੜੀ 5 ਸਾਲ ਵਾਲੀ ਕਲੌਕ ਹੈ ਉਹ ਰੀਸੈਟ ਹੋ ਜਾਂਦੀ ਹੈ। ਸੋ ਦੈਟ ਬੀਇੰਗ ਸੈਡ ਤੁਸੀਂ ਜਿਹੜਾ ਹੈਗਾ ਆਪਣਾ ਸਿਟੀਜ਼ਨਸ਼ਿਪ ਦਾ ਕੇਸ ਟਰਾਈ ਕਰ ਸਕਦੇ ਹੋ। ਜਦੋਂ ਉਹਨਾਂ ਨੇ ਤੁਹਾਨੂੰ ਉਹ ਵਾਲਾ ਮੁੱਦਾ ਆਉਣਾ ਕਿ ਤੁਸੀਂ 6 ਮਹੀਨੇ ਤੋਂ ਵੱਧ ਬਾਹਰ ਰਹੇ ਸੀਗੇ, ਤੁਹਾਨੂੰ ਉਹ ਵਾਕਈ ਪ੍ਰੂਵ ਕਰਨਾ ਪੈਣਾ ਕਿ ਐਕਸੈਪਸ਼ਨਲ ਸਰਕਮਸਟੈਂਸ ਸੀਗੇ, ਬਿਯੋਂਡ ਤੁਹਾਡੇ ਕੰਟਰੋਲ ਸੀਗੇ, ਤਾਂ ਕਰਕੇ ਤੁਸੀਂ ਰਹੇ ਹੋ। ਅਤੇ ਆਪਾਂ ਕੇਸਿਸ ਦੇਖੇ ਵੀ ਨੇ ਜਿਹਦੇ ਵਿੱਚ ਉਹ ਐਕਸਕਿਊਜ਼ ਕਰ ਦਿੰਦੇ ਨੇ, ਬਟ ਇਟਸ ਕੇਸ ਬਾਏ ਕੇਸ ਬੇਸਿਸ। ਜੀ ਉਹ ਨਹੀਂ, ਜਿੱਦਾਂ ਮੇਰੇ ਵਾਈਫ ਇੱਥੇ ਹੀ ਸੀਗੇ, ਮਤਲਬ ਕਿ ਮੈਂ ਉਹਨਾਂ ਨੂੰ ਕਹਿ ਸਕਦਾ ਵੀ ਮੈਂ ਆਪਣਾ ਸੈਟਲਮੈਂਟ ਕਰਨ ਉੱਥੇ ਚਲਾ ਗਿਆ ਸੀ, ਬਟ ਮੈਂ 2 ਸਾਲ ਦੀ ਐਂਟਰੀ ਵਾਸਤੇ ਗਿਆ ਸੀ, ਬਟ ਮੈਂ ਸਾਲ ਤੋਂ ਪਹਿਲਾਂ ਹੀ ਆ ਗਿਆ ਸੀਗਾ ਉੱਥੇ। ਹਾਂਜੀ ਭਾਜੀ, ਤੁਸੀਂ ਜਿੱਦਾਂ ਮੈਂ ਕਿਹਾ, ਤੁਸੀਂ ਜੇ ਮੇਰੀ ਗੱਲ ਸੁਣੀ ਹੋਵੇ, ਮੈਂ ਕਿਹਾ 6 ਮਹੀਨੇ ਤੋਂ ਵੱਧ ਰਹਿ ਜਾਓ ਬਾਹਰ ਤੇ ਤੁਹਾਡੀ ਜਿਹੜੀ 5 ਸਾਲ ਦੀ ਕਲੌਕ ਹੈ ਉਹ ਰੀਸੈਟ ਹੋ ਜਾਂਦੀ ਹੈ। ਸੋ ਜਦੋਂ ਤੁਸੀਂ ਫਿਰ ਮੁੜ ਕੇ ਵਾਪਸ ਆਏ ਹੋ ਉਸ ਦਿਨ ਤੋਂ ਪਹਿਲਾ ਦਿਨ ਸ਼ੁਰੂ ਹੋਣਾ ਆ। ਜੀ ਜੀ, ਤੇ ਤੁਸੀਂ ਟਰਾਈ ਕਰ ਸਕਦੇ ਹੋ ਤੇ ਤੁਹਾਨੂੰ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਕਿ ਮੈਨੂੰ ਮਜਬੂਰੀ ਸੀ, ਮੈਂ ਤਾਂ ਗਿਆ। ਮਜਬੂਰੀ ਜਿਹੜੇ ਆਪਾਂ ਸਕਸੈਸਫੁਲ ਕੇਸ ਦੇਖੇ ਨੇ, ਆਪਾਂ ਉਹ ਦੇਖੇ ਨੇ ਜਿਹਦੇ ਵਿੱਚ ਮੈਡੀਕਲ ਐਮਰਜੈਂਸੀ ਤੁਹਾਨੂੰ ਜਾਂ ਤੁਹਾਡੇ ਕਿਸੇ ਫੈਮਿਲੀ ਨੂੰ ਇੱਦਾਂ ਦੀ ਕੋਈ ਮਜਬੂਰੀ ਹੋਵੇ। ਜੇ ਤੁਸੀਂ ਕੋਈ ਬਿਜ਼ਨਸ ਵਗੈਰਾ ਮੈਂ ਵਾਈਂਡ ਅਪ ਕੀਤਾ ਸੀ, ਕਰਨ ਗਿਆ ਸੀਗਾ, ਉਹਦੇ ਵਿੱਚ ਉਹ ਸ਼ਾਇਦ ਤੁਹਾਡੀ ਗੱਲ ਨਾ ਮੰਨਣ। ਜੀ ਬਿਲਕੁਲ, ਜਾਂ ਫਿਰ ਇੰਤਜ਼ਾਰ ਕਰ ਲਓ ਜੀ। ਹੁਣ ਦੁਬਾਰਾ ਜਿਹੜਾ ਆ ਉਹ 5 ਸਾਲ ਪੂਰੇ ਹੋਣ ਦਾ, ਜਾਂ ਜਿੰਨੇ ਵੀ ਜੀ 3 ਮਹੀਨੇ ਪਹਿਲਾਂ ਅਪਲਾਈ ਕਰ ਸਕਦੇ, 3 ਮਹੀਨੇ ਪਹਿਲਾਂ ਅਪਲਾਈ ਕਰ ਸਕਦੇ। ਸੋ ਪੌਣੇ 5 ਸਾਲ ਦਾ ਜਿਹੜਾ ਇੰਤਜ਼ਾਰ ਕਰਨਾ ਪੈਣਾ। ਤੇ ਗਾਂ ਤੋਂ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਸੁਣ ਰਹੇ ਆ ਉਹ ਧਿਆਨ ਦੇਣ, ਜਿਨ੍ਹਾਂ ਨੇ ਵੀ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕਰਨਾ ਆ, 6 ਮਹੀਨੇ ਤੋਂ ਵੱਧ ਜਿਹੜਾ ਉਹ ਇਕੱਠੇ ਜਿਹੜਾ ਉਹ ਨਾ ਲਾ ਕੇ ਆਓ। ਤੁਹਾਡੀ ਜਿਹੜੀ ਸਿਟੀਜ਼ਨਸ਼ਿਪ ਦੀ ਜਿਹੜੀ ਕਲੌਕ ਆ ਉਹ ਰੁਕ ਜਾਂਦੀ ਆ। ਹੁਣ ਜਿੱਦਾਂ ਕਰੋਨਾ ਦੇ ਕਰਕੇ ਜੇ ਕਿਸੇ ਦਾ ਐਕਸਟੈਂਡ ਹੋ ਗਿਆ ਹੋਵੇ 6 ਮਹੀਨੇ ਤੋਂ ਵੱਧ, ਵੀ ਉੱਥੇ ਦੀ ਫਲਾਈਟਾਂ ਨਹੀਂ ਸੀ ਚੱਲਦੀਆਂ, ਉਹ ਚੀਜ਼ਾਂ ਮੇ ਵੀ ਉਹਨਾਂ ਨੂੰ ਉਹ ਮੰਨ ਸਕਦੇ ਆ ਵੀ ਮੈਂ ਸੈਟਲਮੈਂਟ ਕਰਨ ਗਿਆ ਸੀ, ਵਾਈਂਡ ਅਪ ਕਰਨ ਗਿਆ ਸੀ, ਉਹਨਾਂ ਨੇ ਕਿਹਾ ਵੀ ਤੈਨੂੰ ਪਤਾ ਹੀ ਸੀਗਾ ਭਾਈ ਵੀ ਇਹ ਸਾਰੀਆਂ ਚੀਜ਼ਾਂ ਦਾ ਗਰੰਟੀ ਨਹੀਂ ਹੁੰਦੀ, ਮਰਜ਼ੀ ਆ ਜਿਸ ਨੇ ਉਹ ਦੇਖਣੀ ਐਪਲੀਕੇਸ਼ਨ। ਇੱਕ ਚੀਜ਼ ਹੁੰਦੀ ਹੈ N470। ਜੀ, N470 ਕੀ ਹੁੰਦਾ ਹੈ ਕਿ ਇੱਕ ਸਪੈਸ਼ਲ ਫਾਰਮ ਹੁੰਦਾ ਹੈ, ਜੇ ਤੁਹਾਨੂੰ ਕਿਸੇ ਅਮਰੀਕੀ ਕੰਪਨੀ ਦੇ ਵਿੱਚ ਇੰਡੀਆ ਨੌਕਰੀ ਮਿਲਦੀ ਹੈ, ਜਾਂ ਤੁਸੀਂ ਆਰਮੀ ਦੇ ਲਈ ਜਾਂ US ਦੇ ਕੰਮ ਲਈ ਜਾਂ US ਦੇ ਬੈਨੀਫਿਟ ਲਈ ਤੁਸੀਂ ਬਾਹਰ ਰਹਿ ਰਹੇ ਹੋ, ਫਿਰ ਜਿਹੜੀ N470 ਸਿਰਫ ਇਕਲੌਤੀ ਚੀਜ਼ ਹੈ ਜਿਹੜੀ ਤੁਹਾਡੀ 5 ਸਾਲ ਦੀ ਕਲੌਕ ਨੂੰ ਬਚਾਉਂਦੀ ਹੈ। ਜਿਹੜਾ ਰੀ-ਐਂਟਰੀ ਪਰਮਿਟ ਹੈ ਉਹ ਸਿਟੀਜ਼ਨਸ਼ਿਪ ਨੂੰ ਨਹੀਂ ਬਚਾਉਂਦਾ, ਉਹ ਸਿਰਫ ਤੁਹਾਡੀ ਗ੍ਰੀਨ ਕਾਰਡ ਨੂੰ ਬਚਾਉਂਦਾ। ਕਸ਼ਮੀਰ ਸਿੰਘ, ਸਤਿ ਸ਼੍ਰੀ ਅਕਾਲ। ਕਸ਼ਮੀਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਦੋਵਾਂ ਵੀਰਾਂ ਸਤਿ ਸ਼੍ਰੀ ਅਕਾਲ। ਮੈਂ ਆਪਣੇ ਕਸ਼ਮੀਰ ਸਿੰਘ ਬੋਲ ਰਿਹਾ। ਮੇਰਾ 2 ਕੁਐਸਚਨ ਹੈ। ਇੱਕ ਤਾਂ ਹੈਗਾ ਮੇਰੇ ਸਿਸਟਰ ਬਾਰੇ। ਮੇਰੀ ਸਿਸਟਰ ਵੱਡੀ ਸਿਟੀਜ਼ਨ ਆ, ਉਹਨਾਂ ਨੇ 2006 ਦੇ ਵਿੱਚ ਮਾਰਚ ਵਿੱਚ ਅਪਲਾਈ ਕੀਤਾ ਸੀ ਜੀ। ਤੇ ਹੈਲੋ ਜੀ ਤੇ ਉਹਨਾਂ ਨੇ ਭਾਜੀ ਉਹਨਾਂ ਨੇ ਇੱਥੇ ਉਹ ਹਸਬੈਂਡ ਵਾਈਫ ਤੋਂ ਦੋਨੋਂ ਬੱਚੇ ਇੱਥੇ ਹੁਣ ਅਮਰੀਕਾ ਦੇ ਵਿੱਚ ਉਹਨਾਂ ਨੇ ਪੋਲੀਟੀਕਲ ਫਾਈਲ ਕੀਤੀ, ਅਜੇ ਤੱਕ ਇੰਟਰਵਿਊ ਕੋਈ ਨਹੀਂ ਆਈ। ਤਾਂ ਉਹ ਮੇਰਾ ਕੁਐਸਚਨ ਇਹ ਹੈ ਕਿ ਉਹ ਜਦੋਂ ਵੀ ਉਹਨਾਂ ਦਾ ਨੰਬਰ ਆਉਂਦਾ ਇੱਥੇ ਗ੍ਰੀਨ ਕਾਰਡ ਲੈਣ ਲਈ ਐਲੀਜੀਬਲ ਹੈਗੇ ਆ ਕਿ ਉਹ ਲੀਗਲ ਆਏ ਸੀ ਵੀਜ਼ਾ ਲੈ ਕੇ? ਨੰਬਰ 2 ਤੇ ਦੂਜਾ ਕੁਐਸਚਨ ਮੇਰਾ ਹੈ ਕਿ ਮੈਂ ਗ੍ਰੀਨ ਕਾਰਡ ਹੋਲਡਰ ਹਾਂ ਤੇ ਮੇਰੀ ਵਾਈਫ ਇੰਡੀਆ, ਤੇ 2019 ਵਿੱਚ ਦਸੰਬਰ ਵਿੱਚ ਮੇਰਾ ਕੇਸ ਜਿਹੜਾ ਅਪਰੂਵ ਹੋ ਗਿਆ ਸੀ NVCL। ਭਾਜੀ ਆਪਾਂ ਪਹਿਲੇ ਕੇਸ ਦੀ ਗੱਲ ਕਰੀਏ, ਬੜੇ ਜ਼ਿਆਦਾ ਫੈਕਟਸ ਹੋ ਗਿਆ ਜੀ। ਤੁਹਾਡਾ ਜਿਹੜੇ ਸੀਗੇ ਸਿਸਟਰ ਸਿਟੀਜ਼ਨ ਨੇ ਇੱਥੇ? ਹਾਂਜੀ, ਸਿਸਟਰ ਸਿਟੀਜ਼ਨ ਨੇ। ਤੇ ਉਹਨਾਂ ਦੇ ਹਸਬੈਂਡ ਨੇ ਫਾਈਲ ਕੀਤਾ, ਤੁਸੀਂ ਦੱਸਿਆ ਹੈ ਨਾ ਅਸਾਈਲਮ? ਨਹੀਂ, ਸਿਸਟਰ ਨੇ ਮੇਰੀ ਨੇ ਸਿਟੀਜ਼ਨ ਆ ਤੇ ਉਹਨਾਂ ਨੇ ਆਪਣੀ ਸਿਸਟਰ ਦਾ ਕੀਤਾ, ਮੇਰੀ ਸਿਸਟਰ ਦਾ ਕੀਤਾ ਵਾ ਪਟੀਸ਼ਨ ਫਾਈਲ ਜੀ। ਤੇ ਸਿਸਟਰ ਮੇਰੀ ਜਿਹੜੀ ਹੈਗੀ ਆ ਹੁਣ, ਜਿਹੜੀ ਛੋਟੀ ਸਿਸਟਰ, ਉਹ ਇੱਥੇ ਹਸਬੈਂਡ ਵਾਈਫ ਦੋਨੋਂ ਬੱਚੇ ਇੱਥੇ ਅਮਰੀਕਾ ਦੇ ਵਿੱਚ ਆਏ ਲੀਗਲ। ਹਾਂਜੀ। ਉਹਨਾਂ ਨੇ ਪੋਲੀਟੀਕਲ ਸਟੇ ਦਾ ਅਪਲਾਈ ਕੀਤਾ ਆ। ਚਲੋ ਅਜੇ ਇੰਟਰਵਿਊ ਤਾਂ ਨਹੀਂ ਆਈ। 2006 ਮਾਰਚ ਵਿੱਚ ਉਹਨਾਂ ਨੇ ਅਪਲਾਈ ਕੀਤਾ ਸੀਗਾ ਉਹਨਾਂ ਦਾ। ਤੇ ਉਹ ਮੇਰਾ ਕੁਐਸਚਨ ਹੈ ਕਿ ਉਹ ਇੱਥੇ ਜਦੋਂ ਵੀ ਉਹਨਾਂ ਦਾ ਨੰਬਰ ਆਉਂਦਾ ਉਹ ਗ੍ਰੀਨ ਕਾਰਡ ਲੈਣ ਲਈ ਐਲੀਜੀਬਲ ਹੈ ਇੱਥੇ? ਭਾਜੀ ਜਿਹੜੀ ਫੈਮਿਲੀ ਬੇਸਡ ਹੁੰਦੀ ਹੈ ਉਹਦੇ ਵਿੱਚ ਰਿਕੁਆਇਰਮੈਂਟ ਹੁੰਦੀ ਹੈ ਕਿ ਤੁਸੀਂ ਹਰ ਟਾਈਮ ਸਟੇਟਸ ਮੇਨਟੇਨ ਕਰਕੇ ਰੱਖਣਾ ਹੁੰਦਾ, ਪਰ ਤੁਸੀਂ ਕੋਰਟ ਦੇ ਮੂਹਰੇ ਜੱਜ ਕੋ ਜਾ ਕੇ ਰਿਲੀਫ ਮਤਲਬ ਕਿ ਉਹ ਅਰਾਈਵਿੰਗ ਏਲੀਅਨ ਜੱਜ ਕੋਰਟ ਦਾ ਜੁਰਿਸਡਿਕਸ਼ਨ ਤਾਂ ਨਹੀਂ ਹੈਗਾ, ਪਰ ਤੁਸੀਂ ਟਰਾਈ ਜ਼ਰੂਰ ਕਰ ਸਕਦੇ ਹੋ। ਅਤੇ ਇਹਦੇ ਨਾਲ ਜਿਹੜਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਵਲੰਟਰੀ ਡਿਪਾਰਚਰ ਵਾਲਾ ਜਿਹੜਾ ਰਿਲੀਫ ਹੈਗਾ ਉਹਨੂੰ ਪਰਸੂ ਕਰ ਸਕਦੇ ਹੋ ਜੇ ਉਹਨਾਂ ਦਾ ਨੰਬਰ ਵਗੈਰਾ ਕਰੰਟ ਹੈਗੇ ਆ। ਕਈ ਵਾਰੀ ਕੀ ਹੈਗਾ ਕਿ ਕੋਰਟ ਜੇ ਤੁਹਾਨੂੰ ਵਲੰਟਰੀ ਡਿਪਾਰਚਰ ਦੇ ਜਾਣ ਦੀ ਪਰਮਿਸ਼ਨ ਦੇ ਦਿੰਦਾ ਹੈ, ਅਤੇ ਉਹ ਕਈ ਵਾਰੀ ਬੈਟਰ ਆਪਸ਼ਨ ਹੋ ਜਾਂਦੀ ਹੈ। ਜੱਜ ਖੁਦ ਵੀ ਕਹਿ ਦਿੰਦਾ ਹੈ ਕਿ ਤੁਸੀਂ ਇਹ ਵਾਲਾ ਰਸਤਾ ਪਰਸੂ ਕਰੋ। ਅਤੇ ਜੀ
ਇਹ ਤੁਸੀਂ ਆਪਣੇ ਨਾ ਜਿਹੜਾ ਉਹਨਾਂ ਦਾ ਵਕੀਲ ਹੈ ਜਿਹਨੂੰ ਕੇਸ ਦੇ ਫੈਕਟਸ ਵਗੈਰਾ ਪਤਾ ਨੇ ਕਿ ਕੀ ਹੋਇਆ ਸੀਗਾ ਕਿੱਦਾਂ ਸੀਗਾ, ਉਹਨਾਂ ਡਿਸਕਸ ਕਰੋ, ਕਿਉਂਕਿ ਇਹ ਤਾਂ ਥੱਲੇ ਤੁਸੀਂ ਅਸਾਈਲਮ ਆਫਿਸ ਤੇ ਆਲਰੇਡੀ ਕਰਕੇ ਆ ਗਏ ਹੋ, ਤੇ ਦੇਖੋ ਕਿ ਉੱਥੇ ਕੀ ਗੜਬੜ ਹੋਈ ਸੀਗੀ, ਕਿ ਬਿਆਨ ਇਨਕਨਸਿਸਟੈਂਟ ਸੀਗੇ, ਕਿੱਦਾਂ ਸੀਗਾ, ਉਹਦੇ ਬੇਸ ਤੇ ਤੁਸੀਂ ਫੈਸਲਾ ਲਓ ਕਿ ਕਿੱਦਾਂ ਕਰਨਾ। ਜੀ ਭਾਜੀ ਉਹਨਾਂ ਦਾ ਕੋਈ ਇੰਟਰਵਿਊ ਨਹੀਂ ਆਈ, ਅਸਾਈਲਮ ਅਫਸਰ ਦੇ ਕੋਲ ਉਹਨਾਂ ਕੇਸ ਜ਼ਰੂਰ ਲੱਗਾ, ਵਰਕ ਪਰਮਿਟ ਆ ਰਿਹਾ। ਕਦੋਂ ਲਾਇਆ ਸੀਗਾ ਉਹਨਾਂ ਨੇ ਕੇਸ, ਕਦੋਂ ਲਾਇਆ ਸੀਗਾ? ਇਹ ਭਾਜੀ 2017 ਦੇ ਵਿੱਚ ਲਾਇਆ ਸੀ ਪੋਲੀਟੀਕਲ ਦਾ। ਆਏ ਕਦੋਂ ਸੀਗੇ? ਨਾਲ ਉਹਨਾਂ ਦੀ ਪਟੀਸ਼ਨ ਚੱਲ ਰਹੀ ਹੈ ਸਿਸਟਰ ਵੱਲੋਂ। ਆਏ ਕਦੋਂ ਸੀਗੇ? ਉਹ 2017 ਦੇ ਵਿੱਚ ਹੀ ਆਏ ਸੀ ਭਾਜੀ। ਅੱਛਾ, ਸਾਲ 'ਚ ਹੀ ਲਾਤਾ ਸੀਗਾ। ਹਾਂਜੀ ਚਲੋ, ਅਜੇ ਤਾਂ ਤੁਹਾਡਾ ਨੰਬਰ ਕਰੰਟ ਨਹੀਂ ਹੈਗਾ, ਤੁਸੀਂ ਵੇਟ ਕਰ ਸਕਦੇ ਹੋ, ਪੋਲੀਟੀਕਲ ਅਸਾਈਲਮ ਦਾ ਲੱਗਿਆ ਹੋਇਆ। ਹਾਂਜੀ ਤੇ ਜਦੋਂ ਤੁਹਾਡਾ ਨੰਬਰ ਉਹ ਕਰੰਟ ਆਉਂਦਾ, NVC ਦੀ ਫੀਸ ਫੂਸ ਭਰਦੇ ਹੋ, ਉਸ ਤੋਂ ਬਾਅਦ ਫਿਰ ਸਾਲ ਲੱਗ ਜਾਣਾ, ਤੇ ਉਸ ਵਿੱਚ ਤੁਸੀਂ ਆਪਣੇ ਵਕੀਲ ਤੋਂ ਸਲਾਹ ਲਓ ਕਿ ਕਿੱਦਾਂ ਕਰਨਾ। ਜੀ ਜੀ। ਤੇ ਇਹਦੇ ਵਿੱਚ ਵੀ ਫਿਰ ਉਹੀ ਚੀਜ਼ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਜੇ ਕੋਈ ਇਲੀਗਲ ਤਰੀਕੇ ਨਾਲ ਜਾਂ ਆਊਟ ਆਫ ਸਟੇਟਸ ਜਿਹੜਾ ਹੋਇਆ ਸੀ ਉਹਨੂੰ ਫਿਰ ਬਾਹਰ ਜਾਣਾ ਹੀ ਪੈਣਾ, ਉਹ ਐਡਜਸਟਮੈਂਟ ਆਫ ਸਟੇਟਸ ਨਹੀਂ ਫਿਰ ਫਾਈਲ ਕਰ ਸਕਦੇ, ਈਵਨ ਦੋ ਉਹਨਾਂ ਨੇ ਜਿਹੜਾ ਬਲੱਡ ਰਿਲੇਸ਼ਨ ਵਾਲਾ ਵੀ ਨਾਲ ਜਿਹੜੀ ਐਪਲੀਕੇਸ਼ਨ ਲਾਈ ਹੋਈ ਹੈਗੀ। ਭਾਜੀ ਇਹਦੀ ਨਾ ਥੋੜੀ ਜਿਹੀਆਂ ਕੰਪਲੈਕਸਿਟੀਜ਼ ਹੈਗੀਆਂ, ਉਹ ਇਹ ਹੁੰਦੀਆਂ ਕਿ ਜਿੱਦਾਂ ਕਈ ਸਾਰੇ ਵੀਜ਼ਾ ਹੁੰਦੇ ਉਹਦੇ ਵਿੱਚ 6 ਮਹੀਨੇ ਤੱਕ ਮਾਫ ਕਰ ਦਿੰਦੇ ਨੇ, ਉਹਨੂੰ ਕਹਿੰਦੇ ਨੇ 245K ਐਡਜਸਟਮੈਂਟ, 6 ਮਹੀਨੇ ਤੱਕ ਮਾਫ ਕਰ ਦਿੰਦੇ ਨੇ। ਹੁਣ ਇਹਨਾਂ ਨੇ ਜਿੱਦਾਂ ਅਸਾਈਲਮ ਲਾਈ ਸੀ, ਕਦੋਂ ਲਾਈ ਸੀ, ਕਿਹੜੀ ਟਾਈਮਿੰਗ ਲਗਾਈ ਸੀਗੀ, ਕਿ 245K ਦਾ ਰਿਲੀਫ ਇਹਨਾਂ ਨੂੰ ਮਿਲ ਸਕਦਾ ਨਹੀਂ ਮਿਲ ਸਕਦਾ, ਉਹ ਚੀਜ਼ ਇਹਨਾਂ ਨੂੰ ਉਹਨਾਂ ਡਿਸਕਸ ਕਰਨੀ ਪੈਣੀ ਹੈ। ਕਈ ਜਿਹੜੇ ਸੀਗੇ ਕੇਸ ਉਹ ਇੱਦਾਂ ਦੇ ਸੀਗੇ ਪੁਰਾਣੇ, ਜਿੱਦਾਂ ਆਪਾਂ ਡਿਸਕਸ ਕੀਤਾ ਕਿ ਲਾਈਫ ਐਕਟ ਦੇ ਅੰਦਰ ਉਹਨਾਂ ਨੇ ਪਹਿਲਾਂ 2000 ਤੋਂ ਪਹਿਲਾਂ ਪਟੀਸ਼ਨ ਫਾਈਲ ਕੀਤੀ ਸੀ, ਉਹ ਸਾਰੇ ਬੰਦੇ ਐਡਜਸਟ ਕਰ ਸਕਦੇ ਆ। ਤੇ ਮਤਲਬ ਇਹ ਥੋੜਾ ਜਿਹਾ ਲੰਬਾ ਟੌਪਿਕ ਹੈਗਾ, ਅੱਧੇ ਪੌਣੇ ਘੰਟੇ ਦਾ ਡਿਸਕਸ਼ਨ ਆਪਾਂ ਆਉਣ ਵਾਲੇ ਸਮੇਂ 'ਚ ਕਿਸੇ ਦਿਨ। ਹਾਂਜੀ, ਤੇ ਮੇਨ ਗੱਲ ਸਭ ਤੋਂ ਇਹ ਹੈ ਕਿ ਅਸਾਈਲਮ ਦਾ ਤੁਹਾਡਾ ਰਿਲੀਫ ਕੀ ਹੈਗਾ, ਕੀ ਤੁਸੀਂ ਫਾਈਲ ਕੀਤਾ, ਕਿੱਦਾਂ ਫਾਈਲ ਕੀਤਾ, ਹੈ ਨਾ। ਤੁਸੀਂ ਹੁਣ ਇੱਕਦਮ ਨਹੀਂ ਇੱਦਾਂ ਕਹਿ ਸਕਦੇ ਹੋ ਕਿ ਮੈਨੂੰ 2017 ਦੇ ਵਿੱਚ BJP ਨੇ ਇੱਦਾਂ ਕੀਤਾ ਸੀਗਾ, ਹੁਣ ਤੁਸੀਂ ਕਹਿ ਰਹੇ ਹੋ 2020 ਦੇ ਵਿੱਚ ਕਿ ਮੈਂ ਵਾਪਸ ਵੀ ਜਾਣ ਨੂੰ ਤਿਆਰ ਹਾਂ। ਮੈਂ ਕਿਹਾ ਤੁਹਾਨੂੰ ਇਹ ਜਿਹੜਾ ਤੁਹਾਡਾ ਲਾਇਰ ਹੈ ਉਹਨਾਂ ਨਾਲ ਬੈਠ ਕੇ ਇਹੀ ਗੱਲ ਕਰਨੀ ਪੈਣੀ ਹੈ ਵੀ ਕੀ ਤੁਹਾਡੇ ਲਈ ਬੈਸਟ ਕੋਰਸ ਹੈਗਾ ਆ। ਮੰਗਤ ਸਿੰਘ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਹੈ ਕਿ I-212 ਜਿਹੜਾ ਹੈ ਉਹ ਮੇਰਾ ਅਪਰੂਵ ਹੋਇਆ ਪਿਛਲੇ ਹਫਤੇ। ਅੱਛਾ ਜੀ, ਮੁਬਾਰਕਾਂ ਜੀ। ਹਾਂਜੀ, ਤੇ ਇਹ 40 ਮਹੀਨਿਆਂ ਤੋਂ ਬਾਅਦ ਉਹਨਾਂ ਮੈਨੂੰ ਜਵਾਬ ਦਿੱਤਾ, ਮੈਂ ਤੇ ਆਸ ਛੱਡ ਬੈਠਾ ਸੀ। ਅੱਛਾ ਤੇ ਹੁਣ ਮੈਨੂੰ ਕਹਿੰਦਾ ਮੇਰਾ ਵਕੀਲ ਕਿ ਤੈਨੂੰ ਇੰਡੀਆ ਜਾਣਾ ਪਏਗਾ, ਇਹ ਕੀ ਚੱਕਰ ਹੈਗਾ? ਤੁਸੀਂ 2 ਨੰਬਰ ਟੱਪ ਕੇ ਆਏ ਸੀਗੇ? ਹਾਂਜੀ ਹਾਂਜੀ ਬਿਲਕੁਲ। ਤੇ ਸਿਟੀਜ਼ਨ ਨਾਲ ਵਿਆਹ ਕਰਾਇਆ ਹੁਣ? ਹਾਂਜੀ ਹਾਂਜੀ, ਵਕੀਲ ਤਾਂ ਭਾਜੀ ਸਹੀ ਕਹਿ ਰਿਹਾ ਤੁਹਾਡਾ। ਤੇ ਉੱਥੇ ਕਿਸ ਭਾਅ ਬੀਤੇਗੀ ਜੇ ਇੰਡੀਆ ਚੱਲ ਜਾਈਏ? ਤੁਸੀਂ ਭਾਜੀ ਕੀ ਕਰਨਾ ਕਿ 212 ਫਾਈਲ ਕੀਤਾ ਨਾ, ਹੁਣ ਤੁਸੀਂ ਉਸ ਤੋਂ ਪਹਿਲਾਂ ਤੁਸੀਂ ਇੱਕ 601A ਹੈਗਾ ਉਹ ਫਾਈਲ ਕਰਨਾ ਨਾਲ। ਹਾਂਜੀ, 601A ਫਾਈਲ ਕਰਾ ਕੇ ਫਿਰ ਤੁਸੀਂ ਇੰਡੀਆ ਜਾਓਗੇ। ਇੰਡੀਆ ਜਾ ਕੇ ਤੁਸੀਂ ਆਪਣੀ ਇੰਟਰਵਿਊ ਦਿਓਗੇ ਐਮਬੈਸੀ ਦੇ ਮੂਹਰੇ। ਐਮਬੈਸੀ ਜਾਂ ਤਾਂ ਤੁਹਾਨੂੰ ਵੀਜ਼ਾ ਦੇ ਦੂਗੀ ਜਾਂ ਕੋਈ ਉਹ ਹੋਰ ਕਾਰਨ ਵੀ ਲੱਭ ਸਕਦੀ ਹੈ ਕਿ ਤੁਸੀਂ ਇੱਥੇ ਝੂਠ ਬੋਲਿਆ ਸੀ, ਉੱਥੇ ਝੂਠ ਬੋਲਿਆ ਸੀਗਾ, ਤੇ ਫਿਰ ਤੁਹਾਨੂੰ ਇੱਕ ਹੋਰ ਵੇਵਰ ਕਰਨ ਲਈ ਕਹਿ ਸਕਦੀ ਹੈ ਇਕੱਲਾ 601, ਹੈ ਨਾ। ਤੇ ਇੰਡੀਆ ਦੇ ਵਿੱਚ ਜਿੱਦਾਂ ਆਪਾਂ ਦੇਖਿਆ ਬੰਦੇ ਇੱਦਾਂ ਦੇ ਵੀ ਸੀਗੇ ਕਿ ਸਿੱਧੇ ਹੀ ਉਹਨਾਂ ਨੂੰ ਵੀਜ਼ਾ ਲੱਗ ਗਿਆ, 2 ਮਹੀਨੇ ਦੇ ਵਿੱਚ ਵੀ ਆ ਗਏ ਨੇ, ਤੇ ਕਈ ਇੱਦਾਂ ਦੇ ਵੀ ਸੀਗੇ ਸਟਕ ਹੋ ਗਏ, ਉਹਨਾਂ ਨੂੰ 601 ਕਰਨਾ ਪਿਆ, ਫਿਰ ਉਹਨਾਂ ਨੂੰ ਸਾਲ 601 ਤੇ ਮੇਰਾ ਵਕੀਲ ਕਹਿ ਰਿਹਾ ਵੀ ਤੁਸੀਂ 601 ਪਹਿਲਾਂ ਲਾ ਕੇ ਫਿਰ ਜਾਓ। ਨਹੀਂ, ਉਹ ਤੁਸੀਂ ਲਾ ਕੇ ਜਾਓਗੇ 601A। 601 ਤੁਸੀਂ ਲਾ ਨਹੀਂ ਸਕਦੇ ਹੈਗੇ ਇਸ ਵੇਲੇ। ਅੱਛਾ, 601A ਠੀਕ ਹੈ। ਹਾਂਜੀ, ਉਹ ਹੈਗਾ ਪ੍ਰੋਵੀਜ਼ਨਲ ਐਡਵਾਂਸ ਵੇਵਰ ਹੁੰਦਾ, ਅਨਲੌਫੁਲ ਪ੍ਰੈਜ਼ੈਂਸ ਵਾਲਾ। ਅਨਲੌਫੁਲ ਪ੍ਰੈਜ਼ੈਂਸ ਵਾਲਾ ਵੇਵਰ ਤੁਸੀਂ ਲਾ ਸਕਦੇ ਹੋ, ਮਿਸ ਰੈਪਰੈਜ਼ੈਂਟੇਸ਼ਨ ਵਾਲਾ ਤੁਸੀਂ ਨਹੀਂ ਲਾ ਸਕਦੇ, ਕਿਉਂਕਿ ਤੁਹਾਨੂੰ ਅਜੇ ਕਿਸੇ ਨੇ ਚਾਰਜ ਹੀ ਨਹੀਂ ਕੀਤਾ ਮਿਸ ਰੈਪਰੈਜ਼ੈਂਟੇਸ਼ਨ ਲਈ। ਆਪਣੇ ਪੈਰ ਤੇ ਆਪਣੇ ਪੈਰ ਤੇ ਆਪ ਹੀ ਤੁਹਾਨੂੰ ਮਾਰੂਗਾ ਜਾ ਕੇ ਕਿ ਮੈਂ ਝੂਠ ਬੋਲਿਆ ਸੀਗਾ। ਹਾਂਜੀ, ਸੋ ਠੀਕ ਹੈ ਜੀ। ਸੋ ਇਹ ਜ਼ਰੂਰ ਉਹਨਾਂ ਦੇ ਨਾਲ ਸਲਾਹ ਕਰੋ, ਤੇ ਜਿਹੜੇ ਵਕੀਲ ਤੁਹਾਨੂੰ ਸਹੀ ਸਲਾਹ ਦੇ ਰਹੇ ਆ ਵੀ ਜਾਣਾ ਤਾਂ ਭਾਈ ਤੁਹਾਨੂੰ ਹੁਣ ਜਾਣਾ ਪੈਣਾ ਹੈ। ਇਹਦੇ ਵਿੱਚ ਇੱਕ ਇਹ ਹੈ ਕਿ ਮਤਲਬ ਐਮਨੈਸਟੀ ਦਾ ਬੜਾ ਲੌਂਗ ਸ਼ਾਟ ਹੈਗਾ, ਮਤਲਬ ਮੈਨੂੰ ਨਹੀਂ ਲੱਗਦਾ ਬਾਈਡਨ ਐਡਮਿਨਿਸਟ੍ਰੇਸ਼ਨ ਦੇਊਗੀ। ਤੇ ਇਹ ਸੀਗਾ ਕਿ ਜੇ ਕੋਈ ਇੱਦਾਂ ਦੀ ਚੀਜ਼ ਪਾਸ ਹੁੰਦੀ ਹੈ ਪੁਰਾਣੇ, ਤੇ ਡਿਪੈਂਡਿੰਗ ਕਰਦਾ ਕਿ ਕਿੱਦਾਂ ਦਾ ਪਾਸ ਕਰਦੇ ਐਮਨੈਸਟੀ, ਉਹਦੇ ਵਿੱਚ ਰਿਮੂਵਲ ਜਿਹਨਾਂ ਦੇ ਉੱਤੇ ਲੱਗਿਆ ਉਹਨਾਂ ਨੂੰ ਕੀ ਕਹਿੰਦੇ ਨੇ, ਜਿਹਨਾਂ ਨੂੰ 212 ਮਿਲ ਗਈ ਹੈਗੀ ਉਹ ਪਰਮਿਸ਼ਨ ਟੂ ਕੰਪਲਿਕੇਟਡ ਆ। ਹਾਂਜੀ, ਤੇ ਅਜੇ ਕੋਈ, ਕਿਉਂਕਿ ਇਹ ਤਾਂ ਹੈ ਨਹੀਂ ਆਪਣੇ ਮੂੰਹੋਂ ਤੇ ਰੋਜ਼ ਹੀ ਥੋੜੀ ਕਹਿ ਰਹੇ ਆ ਵੀ ਅਸੀਂ ਕਰ ਹੀ ਦੇਣਾ। ਇਹ ਉਹਨਾਂ ਦੇ ਮੂਡ ਦੇ ਉੱਤੇ ਜਾਂ ਉਹਨਾਂ ਨੇ ਸੰਭਾਵਨਾਵਾਂ ਨੂੰ ਦੇਖਦੇ ਹੋਏ ਦੇਖਣਾ ਹੈ ਐਮਨੈਸਟੀ ਵੱਲ ਨੂੰ ਵੀ ਅਸੀਂ ਜਾਈਏ ਜਾਂ ਨਾ ਜਾਈਏ। ਮੇਰੀ ਕਲਾਇੰਟ ਨੂੰ ਇਹ ਸਲਾਹ ਹੁੰਦੀ ਕਿ ਜਿਹਦਾ 601A ਅਪਰੂਵ ਹੋ ਗਿਆ, ਮੇਰੇ ਤਾਂ ਕੋਈ ਕਲਾਇੰਟ ਟੰਗਿਆ ਨਹੀਂ ਅਜੇ ਤੱਕ ਉੱਥੇ, ਜਿੰਨੇ ਵੀ ਸੀਗੇ ਸਾਰੇ ਵਾਪਸ ਆ ਗਏ ਸੀਗੇ। 601A ਤੁਹਾਡਾ ਜਦੋਂ ਹੋ ਜਾਂਦਾ ਤੁਹਾਨੂੰ 2 ਵੇਵਰ ਮਿਲ ਗਏ, ਇੱਕ ਤੁਹਾਨੂੰ ਡਿਪੋਰਟੇਸ਼ਨ ਵਾਲਾ ਮਿਲ ਗਿਆ, ਇੱਕ ਤੁਹਾਨੂੰ ਜਿਹੜੀ ਕੱਚੀ ਐਂਟਰੀ ਸੀ ਉਹ ਸਾਰਾ ਮਾਫ ਕਰਤਾ। ਠੀਕ ਹੈ। ਹੁਣ ਬਾਕੀ ਗੱਲਾਂ ਉਹੀ ਰਹਿ ਗਈਆਂ ਕਿ ਜੇ ਤੁਸੀਂ ਝੂਠ ਕੋਈ ਬੋਲਿਆ ਅਸਾਈਲਮ ਦੇ ਵਿੱਚ, ਉਹਦੇ ਵਿੱਚ ਵੀ ਇੱਦਾਂ ਹੈ ਕਿ ਜਿਹੜਾ ਕੌਂਸਲਰ ਆਫਿਸਰ ਹੁੰਦਾ ਉਹਨੂੰ ਸਾਰੀ ਡਿਟੇਲ ਨਹੀਂ ਹੁੰਦੀ ਅਸਾਈਲਮ ਦੀ ਐਡੀ ਵੱਡੀ, ਉਹਨੂੰ ਪੂਰੇ ਬਿਆਨ ਵੀ ਉਹਨੂੰ ਕਿੱਥੇ ਪੜੂਗਾ, ਇਹਨੇ ਕੀ ਬਿਆਨ ਦਿੱਤਾ ਸੀ, ਕਿੱਦਾਂ ਦਿੱਤਾ ਸੀ, ਕਿਉਂ ਡਿਨਾਈ ਹੋਇਆ। ਤੇ ਜ਼ਿਆਦਾਤਰ ਜਿਹੜੇ ਲੋਕੀ ਹੈਗੇ 601A ਵਾਲੇ ਉਹ ਆ ਜਾਂਦੇ ਨੇ,
ਜੇ 600 ਜੇ ਮੰਨ ਲਓ ਉਹਨਾਂ ਨੇ ਕਹਿ ਵੀ ਦਿੱਤਾ ਕਿ ਤੁਸੀਂ ਝੂਠ ਬੋਲਿਆ ਸੀਗਾ ਮਿਸ ਰੈਪਰੈਜ਼ੈਂਟੇਸ਼ਨ, ਜਦੋਂ ਐਡੇ ਵੇਵਰ ਅਪਰੂਵ ਕਰਤੇ 212 ਅਪਰੂਵ ਕਰਤਾ 601 ਕਰਤਾ ਤੇ ਉਹ ਵੀ 601 ਵੀ ਕਰ ਹੀ ਦੇਣਾ ਉਹਨੇ ਹਨਾ ਫਿਰ ਜੀ। ਗੁਰਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਨ ਵੀਰ ਜੀ ਤੇ ਸਤਿ ਸ਼੍ਰੀ ਅਕਾਲ ਤਰਕਿਆਣਾ ਵੀਰ ਜੀ। ਜੀ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਤਰਕਿਆਣਾ ਸਾਹਿਬ ਇਸ਼ੂ ਇਹ ਆ ਕਿ ਮੇਰਾ ਫਰੈਂਡ ਦਾ ਬ੍ਰਦਰ ਉਹਦੀ ਮੈਰਿਜ ਹੋਈ ਸੀ ਇੱਥੇ ਤੇ ਇੰਡੀਆ 'ਚ ਹੀ ਅਰੇਂਜ ਮੈਰਿਜ ਹੋਈ ਸੀਗੀ ਜੀ, ਤੇ ਉਸ ਤੋਂ ਬਾਅਦ ਉਹਦਾ ਕੇਸ ਵੀ ਲੱਗਾ ਸੀ। ਸਿਟੀਜ਼ਨ ਉਹ ਮੇਰੇ ਖਿਆਲ ਨਾਲ ਗ੍ਰੀਨ ਕਾਰਡ ਹੋਲਡਰ ਹੈ ਕੁੜੀ ਜੀ। ਤੇ ਫਿਰ ਜਿੱਦਾਂ ਸ਼ਰੀਕੇ ਚੋਂ ਕੁਛ ਲਾਗ ਡਰ ਕਹਿ ਲਓ ਜਾਂ ਕਿੱਦਾਂ ਵੀ ਆ ਉਹਨਾਂ ਦੇ ਪ੍ਰੈਸ਼ਰ ਕਰਕੇ ਤੇ ਗਾਂਹ ਹੁਣ ਸਿਚੁਏਸ਼ਨ ਇਹ ਬਣੀ ਆ ਕਿ ਉਹਨਾਂ ਨੂੰ ਇੰਡੀਆ ਵਿੱਚ ਜਿੱਦਾਂ ਧਮਕਾਉਂਦੇ ਪਏ ਕਿ ਅਸੀਂ ਮੁੰਡੇ ਨੂੰ ਜਾਨੋਂ ਮਰਵਾ ਦੇਣਾ, ਆਪਣਾ ਤੁਸੀਂ ਜਿਹੜਾ ਹੈਗਾ ਆ ਡਿਵੋਰਸ ਸਾਈਨ ਕਰੋ ਹਨਾ ਜੀ। ਕਿੱਦਾਂ ਹੁਣ ਇਹ ਸਾਰੀ ਸਿਚੁਏਸ਼ਨ ਆ। ਫੈਮਿਲੀ ਜਿਹੜੀ ਹੈਗੀ ਆ ਜਿੱਦਾਂ ਇੰਨਾ ਪਤਾ ਨਹੀਂ ਜਾਂ ਪੜ੍ਹੇ ਲਿਖੇ ਵੀ ਹੈ ਨਹੀਂ ਤੇ ਪਲੱਸ ਫਾਈਨੈਂਸ਼ੀਅਲੀ ਵੀ ਇੰਨਾ ਸਾਊਂਡ ਨਹੀਂ ਹੈਗਾ ਤੇ ਮੈਂ ਚਾਹੁੰਦਾ ਕਿ ਤੁਹਾਡੇ ਨਾਲ ਮੈਂ ਡਿਟੇਲ 'ਚ ਗੱਲ ਕਰ ਸਕਾਂ ਜੀ ਇਹਦਾ ਕੋਈ ਆਪਾਂ ਨੂੰ ਹੱਲ ਹੈ ਜਾਂ ਆਪਸ਼ਨਸ ਹੈਗੀਆਂ ਆਪਾਂ ਕਿੱਦਾਂ ਮਤਲਬ ਉਹਨਾਂ ਨੂੰ ਅਸਿਸਟ ਕਰ ਸਕਦੇ ਹਾਂ। ਧਮਕੀ ਲਗਾਉਣ ਵਾਲੀਆਂ ਤਾਂ ਨਹੀਂ ਆਪਸ਼ਨਸ ਹੈਗੀਆਂ ਹਾਂਜੀ, ਉੱਤੇ ਨਹੀਂ ਗੱਲ ਬਣਨੀ। ਜਾਂ ਤਾਂ ਬੰਦਾ US ਦੇ ਵਿੱਚ ਹੋਵੇ ਨਾ ਕੋਈ ਰਿਪੋਰਟੇਬਲ ਕ੍ਰਾਈਮ ਹੋਵੇ ਜਾਂ ਕੁਛ ਹੋਵੇ ਫਿਰ ਤੁਸੀਂ ਅੱਗੇ ਆਪਸ਼ਨਸ ਜਿੱਦਾਂ ਹੁਣ ਇੰਡੀਆ ਦੇ ਵਿੱਚ ਉਹਨਾਂ ਨੂੰ ਕਹਿਣ ਦੇ ਕਿ ਅਸੀਂ ਮਤਲਬ ਕਿਉਂਕਿ ਲੜਕੀ ਲੜਕਾ ਦਾ ਆਪਸ 'ਚ ਸਹਿਮਤ ਆ, ਹੁਣ ਕੁੜੀ ਤੇ ਵੀ ਪ੍ਰੈਸ਼ਰ ਪਾਇਆ ਜਾ ਰਿਹਾ ਜਦ ਕਿ ਅਰੇਂਜ ਮੈਰਿਜ ਸਭ ਕੁਛ ਇੰਡੀਆ ਕਰਕੇ ਆਏ ਆ ਤੇ ਹੁਣ ਕੁੜੀ ਵਿਲਿੰਗ ਹੈਗੀ ਅੱਗੇ ਪਰਸੂ ਕਰਨ ਲਈ। ਹਾਂਜੀ ਪਰ ਉਹ ਕਿਤੇ ਨਾ ਤੁਸੀਂ ਭਾਜੀ ਵਕੀਲ ਹਾਇਰ ਕਰੋ ਸਾਈਡ ਤੇ, ਘਰਦਿਆਂ ਨੂੰ ਕੁਝ ਪਤਾ ਨਹੀਂ ਲੱਗਣਾ, ਵਕੀਲ ਦੇ ਐਡਰੈਸ ਤੇ ਨੋਟਿਸ ਆਣੇ ਆ, ਕੁੜੀ ਨੂੰ ਕੋ ਕੇਸ ਫਾਈਲ ਕਰੋ, ਜਦੋਂ ਉਹਦਾ ਨੰਬਰ ਆਣਾ ਗੱਲ ਹੋ ਜਾਣੀ। ਜਦ ਤੱਕ ਤੁਸੀਂ ਫੈਮਲੀਆਂ ਨੂੰ ਲੱਗੇ ਰਹਿਣ ਦਿਓ ਆਪਸ ਦੇ ਵਿੱਚ ਹਨਾ। ਉਹ ਥੋੜਾ ਅਨਪ੍ਰੈਡਿਕਟੇਬਲ ਆ ਜਿੱਦਾਂ ਕਿ ਫੈਮਿਲੀ ਇਮੋਸ਼ਨਸ ਦੇ ਵਿੱਚ ਕਦੇ ਆ ਕੇ ਚਲੋ ਸ਼ੁਰੂ ਤਾਂ ਕਰੋ ਤੁਸੀਂ, ਜਦੋਂ ਉਹ ਤਾਂ ਉਦੋਂ ਦੀ ਗੱਲ ਆ ਕਿ ਬਾਅਦ 'ਚ ਕੀ ਹੋਣਾ। ਉਹ ਤਾਂ ਹੁਣ ਜੇ ਭਾਵੇਂ ਇੱਥੇ ਕੋਈ US ਸਿਟੀਜ਼ਨ ਨਾਲ ਵੀ ਵਿਆਹ ਕਰਦਾ ਸਾਰਾ ਜੈਨੂਇਨ ਸੀਗਾ, ਉਹ ਤਾਂ ਜਦ ਇੰਟਰਵਿਊ ਡੇਟ 'ਤੇ ਡਿਪੈਂਡ ਕਰਦਾ ਕਿ ਕੋਈ ਨਾਲ ਜਾਂਦਾ ਕਿ ਨਹੀਂ ਜਾਂਦਾ ਹੈ ਨਾ। ਐਂਡ ਮੂਮੈਂਟ 'ਤੇ ਡਿਸਾਈਡ ਹੋਊਗਾ ਕਿ ਉਸ ਵੇਲੇ ਵਿਆਹ ਕਿੱਦਾਂ ਚੱਲ ਰਿਹਾ। ਲੋਕਾਂ ਦਾ ਹੁਣ ਪਰਫੈਕਟ ਹੋ ਸਕਦਾ ਪਰ ਇੰਟਰਵਿਊ ਤੱਕ ਟੁੱਟ ਜਾਂਦਾ ਕਈਆਂ ਦਾ ਹੈ ਨਾ, ਕਈਆਂ ਦਾ ਹੁਣ ਇੰਪਰਫੈਕਟ ਹੁੰਦਾ ਹੈ ਬਾਅਦ 'ਚ ਅਕਲ ਆ ਜਾਂਦੀ ਹੈ ਨਾ। ਅਤੇ ਤੁਸੀਂ ਫਾਈਲ ਤਾਂ ਕਰੋ ਘੱਟੋ ਘੱਟ। ਜੀ ਜੀ ਬਿਲਕੁਲ। ਅਤੇ ਜੇ ਤੁਸੀਂ ਅਟਰਨੀ ਜਗਵੀਰ ਟਿਰਕਿਆਣਾ ਉਹਨਾਂ ਦੀਆਂ ਇਹਨਾਂ ਦੀਆਂ ਸਰਵਿਸਿਜ਼ ਲੈਣਾ ਚਾਹੁੰਦੇ ਇਹਨਾਂ ਦੇ ਨਾਲ ਤੁਸੀਂ ਕਰ ਸਕਦੇ ਹੋ। ਨੰਬਰ ਇਹਨਾਂ ਦਾ ਹੈਗਾ ਆ ਆਫਿਸ ਦਾ 4159090503 ਦੇ ਉੱਤੇ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਧਰਮਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਕੁਐਸਚਨ ਹੈਗਾ ਯੂ ਵੀਜ਼ੇ ਦੇ ਨਾਲ ਜੀ। ਤੇ ਪਹਿਲਾਂ ਮੈਂ ਅਸਾਈਲਮ ਦਾ ਲਾਇਆ ਸੀ 2011 ਚ ਮੈਂ ਆਇਆ ਸੀ ਤੇ 2012 ਚ ਮੈਂ ਅਸਾਈਲਮ ਦਾ ਕੇਸ ਲਾਇਆ ਸੀ। ਉਹ 15 ਦਿਨ ਉੱਤੇ ਹੋ ਗਿਆ ਸੀ, ਇਸ ਕਰਕੇ ਉਹਨਾਂ ਨੇ 2014 ਚ ਡਿਸੀਜਨ ਦਿੱਤਾ ਸੀ ਡੈਪੂਟੇਸ਼ਨ ਵਿਦ ਹੋਲਡਿੰਗ ਜੀ। ਤੇ ਉਸ ਤੋਂ ਬਾਅਦ ਮੈਂ 2016 ਚ ਲਾਇਆ। ਉੱਪਰ ਕਿਉਂ ਹੋਇਆ ਸੀਗਾ? ਤੁਹਾਡੀ ਗਲਤੀ ਨਾਲ ਹੋਇਆ ਸੀ ਕਿ ਵਕੀਲ ਦੀ ਗਲਤੀ ਨਾਲ ਹੋਇਆ ਸੀਗਾ? ਵਕੀਲ ਦੀ ਗਲਤੀ ਨਹੀਂ, ਪਰ ਮੇਰੇ ਕੋਲ ਕੋਈ ਪ੍ਰੂਫ ਨਹੀਂ। ਬਾਈ ਲੈਟਰ ਮੈਂ ਉਹਨਾਂ ਨੂੰ ਭੇਜਿਆ ਸੀ, ਮੇਰੇ ਕੋਲ ਕੋਈ ਪ੍ਰੂਫ ਨਹੀਂ ਸੀਗਾ ਸਾਬਿਤ ਕਰਨ ਦਾ। ਤੁਹਾਡੇ ਤੁਸੀਂ ਵਕੀਲ ਨਾਲ ਕੰਟਰੈਕਟ ਸਾਈਨ ਕੀਤਾ ਸੀਗਾ? ਹਾਂਜੀ ਕੀਤਾ ਸੀ। ਉਹ ਤੁਸੀਂ ਸਾਲ ਤੋਂ ਪਹਿਲਾਂ ਕੀਤਾ ਸੀਗਾ? ਹਾਂਜੀ ਉਹ ਪਹਿਲਾਂ ਕੀਤਾ ਸੀ। ਹਾਂ ਫਿਰ ਤੁਹਾਡਾ ਕੀ ਹੈਗਾ ਕਿ ਤੁਸੀਂ ਦੁਬਾਰਾ ਦੇਖਣਾ ਪੈਣਾ ਕਿ ਰੀਓਪਨ ਹੋਣਾ। ਜੇ ਵਕੀਲ ਦੀ ਗਲਤੀ ਸੀਗੀ ਤਾਂ ਫਿਰ ਵਕੀਲ ਦੇ ਖਿਲਾਫ ਤੁਸੀਂ ਬਾਹਰ ਕੰਪਲੇਂਟ ਕਰੋ ਤੇ ਨਾਲ ਆਪਣਾ ਕੇਸ ਰੀਓਪਨ ਕਰਾਓ। ਠੀਕ ਹੈ। ਹਾਂ ਵਕੀਲ ਦੀ ਜ਼ਿੰਮੇਵਾਰੀ ਹੈ ਕਿ ਕੇਸ ਫਾਈਲ ਹੋਣਾ, ਤੁਹਾਡੀ ਜ਼ਿੰਮੇਵਾਰੀ ਨਹੀਂ। ਤੁਹਾਡੀ ਜ਼ਿੰਮੇਵਾਰੀ ਹੈ ਕਿ ਉਹਨੂੰ ਹਾਇਰ ਕਰਨਾ ਸਾਲ ਦੇ ਅੰਦਰ ਅੰਦਰ। ਤੇ ਜੇ ਬੰਦਾ ਕੇਸ ਲੈ ਰਿਹਾ, ਵਕੀਲ ਭਾਵੇਂ ਜੇ ਨਹੀਂ ਕਰ ਸਕਦਾ ਨਾ ਕੇਸ ਲਵੇ, ਪਰ ਜੇ ਉਹਨੇ ਇੱਕ ਦਿਨ ਪਹਿਲਾਂ ਵੀ ਤੁਹਾਡਾ ਕੇਸ ਫੜ ਲਿਆ ਤੇ ਉਹਦੀ ਜ਼ਿੰਮੇਵਾਰੀ ਆ ਕਿ ਕੇਸ ਸਾਲ ਦੇ ਅੰਦਰ ਅੰਦਰ ਲੱਗੇ। ਹਾਂਜੀ ਮੈਂ ਬਾਰਡਰ ਟੱਪ ਕੇ ਆਇਆ ਸੀ ਤੇ ਉੱਥੇ ਵੀ ਮੇਰਾ ਦੂਸਰਾ ਕੇਸ ਲੱਗਾ ਸੀ। ਮੇਰੇ ਖਿਆਲ ਨਾਲ ਉਹ ਬੌਂਡ ਆਊਟ ਸੀ। ਬੌਂਡ ਆਊਟ ਜਦੋਂ ਕਰਾਈ ਦਾ ਨਾ ਉਹ ਜਿਹੜਾ ਲੱਗਾ ਸੀ। ਤੁਹਾਨੂੰ ਵਿਦ ਹੋਲਡਿੰਗ ਉਹੀ ਵਾਲੇ ਵਕੀਲ ਨੇ ਦਵਾਈ ਫਿਰ ਜਿੰਨੇ ਡੈਡਲਾਈਨ ਮਿਸ ਕੀਤੀ? ਨਹੀਂ, ਉਸ ਪਹਿਲਾਂ ਮੈਂ ਟੈਕਸਸ ਸੀ, ਉਸ ਤੋਂ ਬਾਅਦ ਮੈਂ ਨਿਊਯਾਰਕ ਆਇਆ ਤੇ ਆ ਜਿਹੜਾ ਕੇਸ ਲਾਇਆ ਸੀ। ਤੁਸੀਂ ਦੂਜੇ ਵਾਲੇ ਵਕੀਲ ਨੂੰ ਦੱਸਿਆ ਨਹੀਂ ਕਿ ਪੱਲੇ ਵਾਲੇ ਵਕੀਲ ਦੀ ਗਲਤੀ ਹੈ, ਇਹਨੇ ਟਾਈਮਲੀ ਫਾਈਲ ਨਹੀਂ ਕੀਤਾ? ਹਾਂਜੀ ਮੈਂ ਦੱਸਿਆ ਸੀ ਉਹਨਾਂ ਨੂੰ, ਕਹਿੰਦੇ ਹੁਣ ਕੁਝ ਨਹੀਂ ਕਰ ਸਕਦੇ। ਚਲੋ ਫਿਰ ਤਾਂ ਤੁਸੀਂ ਦੋਨਾਂ ਦੇ ਖਿਲਾਫ ਹੀ ਲਾਓ ਕੰਪਲੇਂਟ ਤੇ ਦੁਬਾਰਾ ਰੀਓਪਨ ਕਰੋ ਕੇਸ। ਠੀਕ ਹੈ। ਤੇ ਦੂਸਰਾ ਜੀ ਮੈਂ ਇੱਥੇ ਆਪਣਾ 2016 ਚ ਯੂ ਵੀਜ਼ਾ ਦਾ ਲਾਇਆ ਸੀ, ਅਗਸਤ 2016 ਚ। ਜੀ।
ਤੇ ਉਹਨਾਂ ਨੇ ਮੈਨੂੰ ਅਜੇ ਤੱਕ ਵਰਕ ਪਰਮਿਟ ਨਹੀਂ ਦਿੱਤਾ। ਮੇਰੇ ਕੋਲ ਵਰਕ ਪਰਮਿਟ ਉਹਦਾ ਹੀ ਵਿਦ ਹੋਲਡਿੰਗ ਡੈਪੂਟੇਸ਼ਨ ਵਾਲਿਆਂ ਦਾ ਆਈ ਜਾਂਦਾ ਅਸਾਈਲਮ ਭਾਜੀ ਵਰਕ ਪਰਮਿਟ ਤਾਂ ਸੇਮ ਹੀ ਹੈ ਨਾ, ਜਿਹੜਾ ਉੱਥੋਂ ਦੀ ਕਰਨਾ ਯੂ ਵੀਜ਼ੇ ਤੋਂ ਕਰਨਾ ਸੇਮ ਥਿੰਗ ਹੈ, ਕੋਈ ਫਰਕ ਨਹੀਂ ਪੈਣਾ ਤੁਹਾਨੂੰ। ਜਦੋਂ ਤੁਹਾਡਾ ਯੂ ਵੀਜ਼ਾ ਹੋ ਜਾਂਦਾ ਫਿਰ ਤੁਸੀਂ ਉਹਦੇ ਬੇਸ 'ਤੇ ਜੇ ਤੁਹਾਡਾ ਅਪਰੂਵ ਕਰ ਦਿੰਦੇ ਆ ਫਿਰ ਤੁਹਾਡੇ ਯੂ ਵੀਜ਼ਾ ਐਡਜਸਟਮੈਂਟ ਦੀ ਪੋਸੀਬਿਲਿਟੀ ਬਣ ਸਕਦੀ ਹੈ। ਜੀ ਬਾਕੀ ਵਰਕ ਪਰਮਿਟ ਦਾ ਤੁਹਾਨੂੰ ਕੀ ਫਰਕ ਪੈਂਦਾ ਯੂ ਵੀਜ਼ਾ ਕੰਮ ਕਰਨਾ ਆ ਤੁਸੀਂ ਕਰੀ ਚੱਲੋ, ਜਿਹੜਾ ਮਰਜ਼ੀ ਵਰਕ ਪਰਮਿਟ ਗੱਲ ਹੈ ਵੀ ਮਿਲਦਾ ਰਹਿਣਾ ਚਾਹੀਦਾ। ਵਿਦ ਹੋਲਡਿੰਗ ਦਾ ਤਾਂ ਤੁਹਾਡਾ ਗਰੰਟਿਡ ਹੀ ਹੈ, ਜਦ ਤੱਕ ਤੁਹਾਡੀ ਲੱਗੀ ਰਹਿਣੀ ਵਿਦ ਹੋਲਡਿੰਗ ਫੋਰਐਵਰ ਚੱਲੀ ਜਾਣਾ ਹੈ ਨਾ। ਜੀ ਜੀ ਅਗਲੇ ਕਾਲਰ ਨੇ ਜੁੜੇ ਰਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਉੱਦਾਂ ਹੁਣ ਇੱਥੇ ਅਮਰੀਕਨ ਸਿਟੀਜ਼ਨ ਆ, ਪਰ ਮੈਂ 1993 ਦੇ ਵਿੱਚ ਨਾ ਆਇਆ ਸੀਗਾ ਕੈਨੇਡਾ ਜੀ। ਉੱਥੇ ਮੈਂ 에ਅਰਪੋਰਟ ਦੇ ਉੱਤਰ ਕੇ ਨਾ ਪੋਲੀਟੀਕਲ ਸਟੇ ਲਈ ਸੀ ਤੇ ਉੱਥੋਂ ਉਹਨਾਂ ਨੇ ਮੈਨੂੰ ਜਿਹੜਾ ਦੇਣਾ ਸੀਗਾ ਪੇਪਰ ਦਿੱਤਾ ਤੇ ਮੈਨੂੰ ਕਹਿੰਦੇ ਵੀ ਡੇਟ ਤੇ ਦਿੱਤੀ ਵੀ ਇੰਨੀ ਡੇਟ ਤੇ ਤੁਸੀਂ ਉੱਥੇ ਕੋਰਟ 'ਚ ਆ ਜਾਓ ਜੀ। ਤੇ ਕੋਰਟ 'ਚ ਮੈਂ ਗਿਆ ਨਹੀਂ, ਮੈਂ ਉੱਥੋਂ ਮੈਂ ਬਾਰਡਰ ਪਾਰ ਕਰਕੇ ਅਮਰੀਕਾ ਆ ਗਿਆ ਸੀਗਾ ਜੀ। ਤੇ ਉਸ ਤੋਂ ਬਾਅਦ ਮੈਂ 2000 'ਚ ਮੈਂ ਗਿਆ ਤਾਂ ਜਦੋਂ ਮੈਂ ਬਾਰਡਰ ਤੇ ਲੰਘਣ ਲੱਗਾ ਤਾਂ ਉਹਨਾਂ ਨੇ ਮੈਨੂੰ ਤੋਂ ਬਾਰਡਰ ਤੇ ਲੰਘਣ ਨਹੀਂ ਦਿੱਤਾ। ਕਿਹਨਾਂ ਨੇ? ਕਹਿੰਦੇ ਵੀ ਕੈਨੇਡਾ ਵਾਲਿਆਂ ਨੇ। ਤੁਸੀਂ ਇੱਥੇ ਯੂਐਸ 'ਚ ਕਿੱਦਾਂ ਪੱਕੇ ਹੋ ਗਏ ਸੀਗੇ ਕਿ ਵਾਪਸ ਫਿਰ ਤੁਸੀਂ? ਹਾਂਜੀ ਮੇਰੇ ਕੋਲ ਗ੍ਰੀਨ ਕਾਰਡ ਸੀਗਾ ਜਦੋਂ ਮੈਂ ਦੁਬਾਰਾ ਗਿਆ 2000 'ਚ। ਅੱਛਾ ਜੀ, ਠੀਕ ਹੈ। ਤੇ ਗ੍ਰੀਨ ਕਾਰਡ ਸੀਗਾ ਤੇ ਮੈਂ ਦੁਬਾਰਾ ਲੰਘਣ ਲੱਗਾ ਤੇ ਮੈਨੂੰ ਕਹਿੰਦੇ ਵੀ ਤੇਰੇ ਲੱਗੇ ਹੋ ਆ ਆਪਣੇ ਤੇਰੇ ਬ੍ਰਾਂਟ ਇਸ਼ੂ ਹੋਏ ਹੋ ਤੁਹਾਡੇ ਜੀ। ਉਹ ਕਹਿੰਦੇ ਵੀ ਦੋ ਹੀ ਚੀਜ਼ਾਂ, ਜਾਂ ਤੈਨੂੰ ਅਰੈਸਟ ਕਰ ਸਕਦੇ ਆ ਤੇ ਜਾਂ ਤੂੰ ਵਾਪਸ ਅਮਰੀਕਾ ਚਲ ਜਾ। ਤੇ ਮੈਂ ਵਾਪਸ ਅਮਰੀਕਾ ਆ ਗਿਆ ਸੀਗਾ ਜੀ। ਤੇ ਉਹਨਾਂ ਨੇ ਉਦਾਂ ਮੈਨੂੰ ਕਿਹਾ ਸੀ ਵੀ ਤੁਸੀਂ ਰਿਮੂਵ ਕਰਾ ਸਕਦੇ, ਪਰ ਮੈਨੂੰ ਇਹ ਨਹੀਂ ਪਤਾ ਲੱਗਦਾ ਹੁਣ ਰਿਮੂਵ ਕਿੱਦਾਂ ਕਰਾਇਆ ਜਾਵੇ ਉਹਨੂੰ ਜੀ। ਭਾਜੀ ਤੁਹਾਡੇ ਨਾਲ ਕੀ ਪਹਿਲਾਂ ਤਾਂ ਇਹ ਹੈ ਕਿ ਮੈਂ ਕੈਨੇਡਾ ਦਾ ਇਮੀਗ੍ਰੇਸ਼ਨ ਲਾਇਰ ਨਹੀਂ ਹੈ, ਪਰ ਮੈਂ ਤੁਹਾਨੂੰ ਬੇਸ ਜਨਰਲ ਸਲਾਹ ਦੇ ਰਿਹਾ ਕਿ ਕੀ ਹੁੰਦਾ ਕਿ ਜਦੋਂ ਤੁਸੀਂ ਆਪਣੀ ਪੇਸ਼ੀ ਮਿਸ ਕਰ ਦਿੰਦੇ ਹੋ ਕਿਤੇ ਵੀ, ਅਮਰੀਕਾ ਕੈਨੇਡਾ ਕਿਸੇ ਵੀ ਦੇਸ਼ ਦੇ ਵਿੱਚ, ਤੁਹਾਡੇ ਉੱਤੇ ਡੀਫਾਲਟ ਰਿਮੂਵਲ ਆਰਡਰ ਲੱਗ ਜਾਂਦਾ ਹੈ ਨਾ। ਤੇ ਤੁਸੀਂ ਆਪਣਾ ਜਿਹੜਾ ਉੱਥੇ ਇੱਕ ਵਕੀਲ ਨੂੰ ਹਾਇਰ ਕਰੋ, ਤੁਸੀਂ ਉਹਨਾਂ ਨੂੰ ਆਪਣਾ ਸਬੂਤ ਦੱਸੋ ਕਿ ਤੁਸੀਂ ਕਦੋਂ ਕੈਨੇਡਾ ਛੱਡਿਆ ਸੀਗਾ। ਓਬਵੀਅਸਲੀ ਤੁਸੀਂ ਜੇ ਇੱਥੇ ਫਾਈਲ ਕੀਤਾ ਸੀਗਾ ਤੁਹਾਡੇ ਕੋਲੋਂ ਸਾਰਾ ਪ੍ਰੂਫ ਹੋਣਾ, ਅਤੇ ਉਹ ਜਾ ਕੇ ਤੁਸੀਂ ਉਹ ਕੈਂਸਲ ਕਰਾ ਸਕਦੇ ਹੋ, ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਏ ਕਿ ਤੁਸੀਂ ਜੈਨੂਇਨ ਪਰਸਨ ਹੈਗੇ, ਤੁਸੀਂ ਉੱਥੇ ਰਹਿਣਾ ਨਹੀਂ ਹੈਗਾ ਹੁਣ, ਹੈ ਨਾ। ਅਤੇ ਉਹ ਮੇਰੇ ਖਿਆਲ ਇੰਨੀ ਕੋਈ ਬਿਗ ਡੀਲ ਨਹੀਂ ਹੋਊਗੀ। ਤੁਹਾਡਾ ਜਿਹੜਾ ਇੱਥੇ ਯੂਐਸ ਦਾ ਵੀ ਜਿਹੜਾ ਰਿਮੂਵਲ ਹੁੰਦਾ 10 ਸਾਲ ਦੀ ਉਹਦੀ ਲਿਮਿਟ ਹੈਗੀ ਹੈ, ਅਤੇ ਮੈਨੂੰ ਕੈਨੇਡਾ ਦਾ ਨਹੀਂ ਪਤਾ, ਅਤੇ ਉਹ ਵੀ ਇੰਨੇ ਕੀ ਹੋਏਗੀ ਹੱਦ ਤੋਂ ਹੱਦ, ਹੈ ਨਾ। ਤੁਸੀਂ ਜਿੱਦਾਂ 2000 ਦੱਸ ਰਹੇ ਹੋ ਅਤੇ ਹੁਣ ਤੱਕ ਤੁਹਾਡਾ ਉਹ ਕਲੀਅਰ ਹੋ ਜਾਣਾ ਚਾਹੀਦਾ। ਤੁਸੀਂ ਵਕੀਲ ਨੂੰ, ਇਮੀਗ੍ਰੇਸ਼ਨ ਨੂੰ ਕੰਟੈਕਟ ਕਰੋ ਅਤੇ ਕੈਨੇਡੀਅਨ ਵਾਲੇ ਨੂੰ, ਅਤੇ ਉਹ ਤੁਹਾਡਾ ਇਹ ਸੌਰਟ ਆਊਟ ਕਰ ਦਊਗਾ ਮਸਲਾ। ਜੀ ਥੈਂਕ ਯੂ ਜੀ। ਅਗਲੇ ਜਿਹੜੇ ਕਾਲਰ ਨੇ ਮਨਜੀਤ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਮਨਜੀਤ ਸਿੰਘ ਬੋਲਿਆ ਜੀ? ਜੀ ਹਾਂ, ਕਿ ਮੈਨੂੰ ਸੁਣ ਨਹੀਂ ਸਕਿਆ। ਅੱਛਾ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਤੇ ਮੇਰਾ ਕੁਐਸਚਨ ਹੈ ਜੀ ਇੱਕ ਪਹਿਲਾ ਕਿ ਅਕੋਰਡਿੰਗ ਟੂ ਅਮਰੀਕਨ ਲਾ ਜਿਹੜਾ ਯੂਰਪੀਅਨ ਯੂਨੀਅਨ ਸਿਟੀਜ਼ਨ ਆ ਉਹਦਾ ਯੂਐਸਏ ਨਾਲ ਯੂਐਸ ਡਿਊਲ ਸਿਟੀਜ਼ਨਸ਼ਿਪ ਦਾ ਕੀ ਹੈਗਾ ਆ? ਅਮਰੀਕਨ ਲਾਅ ਕੀ ਕਹਿੰਦਾ ਕਿ ਰੱਖ ਸਕਦੇ ਆ? ਜਿਹੜੀ ਕੰਟਰੀ ਕੋਈ ਯੂਰਪੀਅਨ ਯੂਨੀਅਨ ਦਾ ਸਿਟੀਜ਼ਨ ਨਹੀਂ ਹੁੰਦਾ, ਕੰਟਰੀ ਦਾ ਬੰਦਾ ਸਿਟੀਜ਼ਨ ਹੁੰਦਾ ਹੈ ਨਾ। ਹਾਂਜੀ, ਜਰਮਨੀ। ਹਾਂ, ਤੇ ਤੁਸੀਂ ਉਹਦੀ ਇੰਟਰਨੈਟ 'ਤੇ ਰੈਸੀਪ੍ਰੋਸਿਟੀ ਚੈੱਕ ਕਰੋ, ਤੁਹਾਨੂੰ ਦੱਸ ਦਿੰਦੇ ਨੇ ਜਿਹੜੀ ਕੰਟਰੀ ਇਹਨਾਂ ਨੂੰ ਰੱਖਣ ਦਿੰਦੀ ਹੈ ਉਹਦਾ ਇਹ ਵੀ ਰੱਖਣ ਦਿੰਦੇ ਨੇ, ਇੱਦਾਂ ਇਹ ਚੱਲਦਾ। ਠੀਕ ਹੈ ਜੀ, ਠੀਕ ਹੈ। ਤੇ ਮੇਰਾ ਸੈਕੰਡ ਕੁਐਸਚਨ ਸੀ, ਮੇਰੀ ਜਿੱਦਾਂ ਬੇਟੀ ਦਾ ਗ੍ਰੀਨ ਕਾਰਡ ਉਹ ਨੈਕਸਟ ਈਅਰ ਐਕਸਪਾਇਰ ਹੋ ਰਿਹਾ, ਤੇ ਉਹਦੀ ਮਦਰ ਜਿੱਦਾਂ ਮੈਂ ਜਰਮਨ ਸਿਟੀਜ਼ਨ ਆ ਤੇ ਮੇਰੀ ਵਾਈਫ ਅਮਰੀਕਨ ਸਿਟੀਜ਼ਨ ਆ ਜੀ, ਤੇ ਉਹ ਆਪਣੀ ਮਦਰ ਥਰੂ ਉਹ ਪਾਸਪੋਰਟ ਅਪਲਾਈ ਕਰ ਸਕਦੇ ਨੇ ਜਾਂ ਉਹਦਾ? ਬਿਲਕੁਲ ਕਰ ਸਕਦੇ ਨੇ। ਤੁਸੀਂ ਜਰਮਨ 'ਚ ਹੋ ਇਸ ਵੇਲੇ? ਹਾਂਜੀ, ਨਹੀਂ ਮੈਂ ਇੱਥੇ ਅਮਰੀਕਾ 'ਚ ਹੀ ਆ, ਮੈਂ ਵੀ ਗ੍ਰੀਨ ਕਾਰਡ ਹੋਲਡਰ ਹਾਂ। ਬੇਟੀ ਕਿੱਥੇ ਬੋਰਨ ਹੋਈ ਸੀਗੀ? ਬੇਟੀ ਜਰਮਨ 'ਚ ਬੋਰਨ ਹੋਈ ਸੀ। ਹਾਂ, ਯੂਐਸ ਸਿਟੀਜ਼ਨ ਪੈਰੈਂਟ ਨੂੰ ਜਦੋਂ ਬੱਚਾ ਬੋਰਨ ਹੁੰਦਾ ਨਾ ਉਹ ਕਰ ਸਕਦਾ, ਬਾਏ ਬਰਥ ਸਿਟੀਜ਼ਨਸ਼ਿਪ ਕਲੇਮ ਕਰ ਸਕਦਾ। ਓਕੇ, ਨਹੀਂ ਮੇਰੀ ਵਾਈਫ ਆਲਰੇਡੀ ਅਮਰੀਕਨ ਸਿਟੀਜ਼ਨ ਹੀ ਆ। ਹਾਂਜੀ, ਤੁਸੀਂ ਉਹ ਪੁੱਛ ਰਹੇ ਨਾ ਕਿ ਤੁਹਾਡੀ ਬੇਟੀ ਹਾਂ, ਜੇ ਉਹਦਾ ਮੇਰੀ ਬੇਟੀ ਦਾ ਗ੍ਰੀਨ ਕਾਰਡ ਨੈਕਸਟ ਈਅਰ ਹੋ ਰਿਹਾ ਐਕਸਪਾਇਰ, ਵੀ ਉਹ ਹੁਣ ਤੁਸੀਂ ਭਾਜੀ ਗ੍ਰੀਨ ਕਾਰਡ ਤੁਸੀਂ ਜਦੋਂ ਤੁਹਾਡੀ ਵਾਈਫ ਸਿਟੀਜ਼ਨ ਸੀਗੀ ਉਦੋਂ ਤੁਹਾਡੀ ਬੇਟੀ ਬੋਰਨ ਹੋਈ ਨਾ? ਸਿਟੀਜ਼ਨਸ਼ਿਪ ਤੋਂ ਪਹਿਲਾਂ ਬੋਰਨ ਹੋਏ ਕਿ ਬਾਅਦ 'ਚ ਹੋਏ? ਨਹੀਂ, ਬਾਅਦ ਵਿੱਚ। ਇਹ ਤਾਂ ਭਾਜੀ ਤੁਸੀਂ ਕੌਂਸਲਰ ਰਿਪੋਰਟ ਆਫ ਬਰਥ ਅਬਰੋਡ ਕਰਨਾ ਹੁੰਦਾ ਗ੍ਰੀਨ ਕਾਰਡ। ਉਹ ਤਾਂ ਸਿੱਧਾ ਸਿਟੀਜ਼ਨ ਬਣਨਾ ਸੀਗਾ ਤੁਹਾਡੀ ਬੇਟੀ ਨੇ। ਤੁਸੀਂ ਪੇਪਰ ਗਲਤ ਫਾਈਲ ਕਰਤੇ। ਤੁਸੀਂ ਕੌਂਸਲਰ ਤੁਸੀਂ ਚੈੱਕ ਕਰੋ, ਬੜਾ ਈਜ਼ੀ ਜਿਹਾ ਕੰਮ ਹੈਗਾ। ਯੂਐਸ ਐਮਬੈਸੀ ਨਾ ਸਿੱਧੇ ਬਰਥ ਸਰਟੀਫਿਕੇਟ ਵਗੈਰਾ ਦੇ ਕੇ ਤੇ ਸਿੱਧੇ ਪਾਸਪੋਰਟ ਦੇ ਦਿੰਦੀ ਹੈ। ਉਹ ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ। ਕਿਉਂਕਿ ਮੇਰੀ ਵੱਡੀ ਬੇਟੀ ਜਿਹੜੀ ਉਹ ਵੀ ਇਸ ਤਰ੍ਹਾਂ ਹੀ ਸੀ, ਉਹ ਤਾਂ ਅੱਜ ਤੋਂ 10 ਸਾਲ ਪਹਿਲਾਂ ਅਸੀਂ ਉਹਦਾ ਗ੍ਰੀਨ ਕਾਰਡ ਐਕਸਟੈਂਡ ਕਰਾਉਣ ਗਏ ਸੀ। ਉਹ ਕਹਿੰਦੇ ਤੁਸੀਂ ਇਹਦਾ ਅਮਰੀਕਨ ਪਾਸਪੋਰਟ ਲੈ ਸਕਦੇ ਆ ਇੰਸਟੈਡ ਆਫ ਗ੍ਰੀਨ ਕਾਰਡ ਐਕਸਟੈਂਡ। ਹਾਂਜੀ, ਉਹੀ ਤੁਹਾਨੂੰ ਲੈਣਾ ਚਾਹੀਦਾ ਸੀ ਸਿੱਧੇ ਡਾਇਰੈਕਟ। ਉਹੀ ਚੀਜ਼ ਹਜੇ ਵੀ ਜਾਨੀ ਕਿ ਅਪਲਾਈ ਆ। ਮੈਂ ਬਿਲਕੁਲ ਉਹਨੂੰ ਕਹਿੰਦੇ ਨੇ ਕੌਂਸਲਰ ਰਿਪੋਰਟ ਆਫ ਬਰਥ ਅਬਰੋਡ
ਤੁਸੀਂ ਇਹਨੂੰ ਚੈੱਕ ਕਰੋ, ਤੁਹਾਡਾ ਸਾਰਾ ਪ੍ਰੋਸੀਜਰ ਸਾਹਮਣੇ ਆ ਜਾਊਗਾ। ਜਰਮਨ ਦੇ ਵਿੱਚ US ਐਮਬੈਸੀ ਨੂੰ ਕੰਟੈਕਟ ਕਰੋ ਤੇ ਉਹ ਤੁਹਾਡੀ ਹੈਲਪ ਕਰ ਦੇਣਗੇ। ਬਹੁਤ ਸਾਰੇ ਆਪਣੇ ਜਿਹੜੇ ਸਿਟੀਜ਼ਨ ਆ ਉਹਨਾਂ ਦੇ ਬੱਚਿਆਂ ਦਾ ਜਨਮ ਇੰਡੀਆ 'ਚ ਹੁੰਦਾ, ਉਹਨਾਂ ਨੂੰ ਵੀ ਸਿੱਧੀ ਡਾਇਰੈਕਟ US ਦੀ ਜਿਹੜੀ ਸਿਟੀਜ਼ਨਸ਼ਿਪ ਇਸ ਹਿਸਾਬ ਦੇ ਨਾਲ ਮਿਲਦੀ ਆ ਵੀ ਉਹ ਬੱਚੇ ਦੇ ਜਿਹੜੇ ਆ ਮਾਪੇ ਆ ਉਹ ਉਹਦੇ ਵਿੱਚ ਮਦਰ ਜਾਂ ਫਾਦਰ ਜਾਂ ਦੋਨਾਂ 'ਚੋਂ ਕੋਈ ਵੀ ਸਿਟੀਜ਼ਨ ਹੋਵੇ ਇਹਦੇ ਨਾਲ ਹੁੰਦਾ ਹੈ। ਜਿਹੜਾ ਮਦਰ ਆ ਉਹਦਾ ਤਾਂ ਬੜਾ ਈਜ਼ੀ ਹੈ ਹਨਾ, ਕਿਉਂਕਿ ਮਦਰ ਦੇ ਥਰੂ। ਤੇ ਜਿਹੜੇ ਫਾਦਰ ਦਾ ਜਿਹੜੇ ਹੈਗਾ ਮਦਰ ਸਿਟੀਜ਼ਨ ਨਹੀਂ ਹੈਗੇ ਉਹਦਾ ਸਲਾਈਟਲੀ ਕੰਪਲਿਕੇਟਡ ਹੈਗਾ, ਇੰਨਾ ਕੰਪਲਿਕੇਟਡ ਨਹੀਂ ਹੈਗਾ। DNA ਕਰਾਉਣਾ ਪੈਂਦਾ ਕਿਉਂਕਿ ਫਾਦਰ ਦਾ ਤਾਂ ਫਿਰ ਪੈਟਰਨਿਟੀ ਐਸਟੈਬਲਿਸ਼ ਕਰਨੀ ਮੁਸ਼ਕਿਲ ਹੋ ਜਾਂਦੀ ਹੈ ਨਾ ਜੀ। ਸੋ ਬਿਲਕੁਲ US ਸਿਟੀਜ਼ਨ ਦਾ ਨਿਆਣਾ ਕਿਤੇ ਵੀ ਅਮਰੀਕਾ ਤੋਂ ਬਾਹਰ ਵੀ ਜੇ ਉਸ ਦਾ ਜਨਮ ਹੁੰਦਾ ਆ ਤਾਂ ਉਹ ਅਮਰੀਕਨ ਸਿਟੀਜ਼ਨ ਬਣ ਸਕਦੇ ਆ। ਆਪਣੇ ਮੋਰੇ ਉਦਾਹਰਨ ਟੈਡ ਕਰੂਜ਼ ਦੀ ਹੈਗੀ ਆ, ਉਹ ਉਹਨਾਂ ਦੇ ਮਾਪੇ ਜਿਹੜੇ ਆ ਉਹ ਸਿਟੀਜ਼ਨ ਸੀਗੇ, ਉਹਦਾ ਜਨਮ ਉੱਦਾਂ ਉੱਧਰ ਹੋਇਆ ਆ ਕੈਨੇਡਾ ਦੇ ਵਿੱਚ, ਬਟ ਸਟਿਲ ਉਹ US ਦੇ ਸੈਨੇਟ ਦੇ ਵਿੱਚ ਆ ਕਿਉਂਕਿ ਉਹ ਬਾਏ ਬਰਥ ਉਸ ਹਿਸਾਬ ਦੇ ਨਾਲ ਜਿਹੜਾ ਉਹ ਚੀਜ਼ ਬਣ ਜਾਂਦੀ ਹੁੰਦੀ ਹੈ। ਬਲੇਮ ਤਾਂ ਆਪਣੇ ਓਬਾਮਾ ਤੇ ਵੀ ਲਾਇਆ ਸੀਗਾ ਟਰੰਪ ਨੇ, ਤੇ ਪ੍ਰੈਜ਼ੀਡੈਂਸੀ ਸਾਰੀ ਜਿਹੜੀ ਰੇਸ ਸ਼ੁਰੂ ਕੀਤੀ ਸੀਗੀ ਉਹ ਇਸੇ ਪੁਆਇੰਟ ਤੋਂ ਸ਼ੁਰੂ ਕੀਤੀ ਸੀਗੀ ਜੀ ਇਹ ਬਾਹਰ ਪੈਦਾ ਹੋਏ ਆ ਵੀ ਇੱਥੇ ਦੇ ਨਹੀਂ ਆ ਜੀ। ਸੋ ਇਹ ਸਾਰਾ ਕੁਝ ਜਿਹੜਾ ਜ਼ਰੂਰ ਧਿਆਨ ਦਿਓ ਜਿੰਨੇ ਵੀ ਆਪਣੇ ਜਿਹੜੇ ਸੁਣਨ ਵਾਲੇ ਹੈਗੇ ਆ, ਦੇਖਣ ਵਾਲੇ YouTube Facebook ਦੇ ਉੱਤੇ ਵੀ। ਤੇ ਹੁਣ ਇਜਾਜ਼ਤ ਲੈਂਦੇ ਹਾਂ, ਸਮਾਂ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸ ਜਾਈਏ, ਅੱਜ ਕੱਲ੍ਹ ਤੇ ਪਰਸੋਂ ਜਨਮ ਸਥਾਨ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਜਿਹੜੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਨਾਲ ਸਮਰਪਿਤ ਜਿਹੜੇ ਸਮਾਗਮ ਆ ਉਹ ਤੁਹਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹ ਪ੍ਰਸਾਰਿਤ ਕੀਤੇ ਜਾਣਗੇ ਬਹੁਤ ਹੀ ਜਲਦ। ਕੁਛ ਕਿ ਜਿਹੜੀਆਂ ਉੱਥੇ ਦੀਆਂ ਵੀਡੀਓਜ਼ ਆ ਉਹ ਅਸੀਂ YouTube Facebook ਤੇ Instagram ਦੇ ਉੱਤੇ ਜਿਹੜੀ ਅਸੀਂ ਪਾਉਣ ਜਾ ਰਹੇ ਹਾਂ। ਤੁਸੀਂ ਉੱਥੋਂ ਦਾ ਜਿਹੜਾ ਅੱਖੀਂ ਡਿੱਠਾ ਹਾਲ ਆ ਉਸ ਨੂੰ ਉੱਥੇ ਦੇਖ ਸੁਣ ਸਕੋਗੇ। ਤੇ ਹੁਣ ਜਿਹੜਾ ਜੀ ਉਹ ਆਪਾਂ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਅਟਰਨੀ ਜਗਵੀਰ ਜੀ, ਧੰਨਵਾਦ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM KLHC ਬੇਕਰ